ਵਾਹਿਗੁਰੂ ਜੀ ਕੀ ਫਤਿਹ। ਦੁਨੀ ਚੰਦ ਨੇ ਕਿਹਾ, ਮਹਾਰਾਜ ਮੈਨੂੰ ਐਵੇਂ ਹਾਥੀ ਨਾਲ ਮਰਵਾ ਰਹੇ ਹੋ। ਰਾਤ ਨੂੰ ਦੁਨੀ ਚੰਦ ਨੇ ਕਿਲੇ ਦੀ ਦੀਵਾਰ ਤੋਂ ਛਾਲ ਮਾਰੀ, ਹੇਠਾਂ ਡਿੱਗਦੀ ਸਾਰ ਉਸ ਦੀ ਲੱਤ ਟੁੱਟ ਗਈ, ਪਰ ਅੰਮ੍ਰਿਤਸਰ ਪੁੱਜਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਉਹ ਗੁਰੂ ਜੀ ਤੋਂ ਬੇਮੁਖ ਹੋ ਗਿਆ। ਮਹਾਰਾਜ ਜੀ ਮੁਸਕਰਾਏ ਤੇ ਕਹਿਣ ਲੱਗੇ, ਜਦ ਸਵੇਰ ਹੋਈ ਤਾਂ ਗੁਰੂ ਜੀ ਨੂੰ ਸੇਵਕਾਂ ਨੇ ਦੱਸਿਆ, ਦੁਨੀ ਚੰਦ ਦਾ ਤੰਬੂ ਤਾਂ ਖਾਲੀ ਪਿਆ ਹੈ। ਸਤਿਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ, ਇਹ ਸਾਡਾ ਸੂਰਮਾ ਬਚਿੱਤਰ ਸਿੰਘ ਹਾਥੀ ਨਾਲ ਯੁੱਧ ਕਰੇਗਾ। ਇਹ ਕੌਤਕ ਗੁਰੂ ਜੀ ਦਾ ਨਿਰਾਲਾ ਹੈ। ਬਚਿੱਤਰ ਸਿੰਘ ਮਧਰੇ ਕੱਦ ਦਾ ਅੰਮ੍ਰਿਤਧਾਰੀ ਸਿੰਘ ਸੀ। ਗੁਰੂ ਜੀ ਤੋਂ ਥਾਪੜਾ ਲੈ ਕੇ ਉਸ ਨੇ ਹੱਥ ਵਿੱਚ ਬਰਛਾ ਫੜਿਆ ਤੇ ਘੋੜੇ ਤੇ ਸਵਾਰ ਹੋ ਕੇ ਕਿਲੇ ਦਾ ਦਰਵਾਜ਼ਾ ਜਾ ਖੋਲ੍ਹਿਆ। ਉਸ ਦੇ ਪਿੱਛੇ 1000 ਸੂਰਮਿਆਂ ਦਾ ਦਸਤਾ ਸੀ, ਜੋ ਰਾਜੇ ਕੇਸਰੀ ਚੰਦ ਦੀ ਸੈਨਾ ਦਾ ਮੁਕਾਬਲਾ ਕਰਨ ਵਾਸਤੇ ਅੱਗੇ ਵਧ ਰਿਹਾ ਸੀ। ਰਾਜਾ ਕੇਸਰੀ ਚੰਦ ਵੀ ਬਹੁਤ ਫੌਜ ਲੈ ਕੇ ਆਇਆ ਸੀ। ਰਾਜਾ ਕੇਸਰੀ ਚੰਦ ਹਾਥੀ ਤੇ ਮਗਰ ਘੋੜੇ ਤੇ ਸਵਾਰੀ ਕਰਕੇ ਕਿਲੇ ਨੂੰ ਸਰ ਕਰਨ ਵਾਸਤੇ ਬੜੇ ਹੀ ਹੰਕਾਰ ਨਾਲ ਆਇਆ ਸੀ। ਉਹ ਕਸਮਾਂ ਖਾ ਕੇ ਆਇਆ ਸੀ ਕਿ ਕਿਲਾ ਫਤਿਹ ਕਰਨ ਤੋਂ ਬਿਨਾਂ ਕੁਝ ਖਾਵਾਂਗਾ ਨਹੀਂ। ਸਤਿਗੁਰੂ ਜੀ ਨੇ ਉਸ ਦਾ ਹੰਕਾਰ ਚਕਨਾਚੂਰ ਕਰਨ ਵਾਸਤੇ ਭਾਈ ਉਦੇ ਸਿੰਘ ਨੂੰ ਹੁਕਮ ਦਿੱਤਾ ਕਿ ਆਪ ਜੀ ਸਤਿਗੁਰੂ ਜੀ ਕਿਲੇ ਦੇ ਉੱਪਰਲੀ ਬੁਰਜ ਤੇ ਚੜ੍ਹ ਗਏ ਤੇ ਉੱਥੋਂ ਬਾਹਰ ਦੀ ਝਾਕੀ ਸਭ ਨਜ਼ਰ ਆਉਂਦੀ ਸੀ। ਸਾਹਿਬਾਂ ਨੇ ਦੇਖਿਆ ਕਿ ਹਾਥੀ ਦੇ ਮਗਰ ਸਭ ਪਹਾੜੀ ਹਿੰਦੂ ਰਾਜੇ ਹਨ। ਉਸ ਗੁਰਗੱਦੀ ਤੇ ਚੜ੍ਹਾਈ ਕਰਕੇ ਆਏ ਹਨ, ਜਿਸ ਗੁਰਗੱਦੀ ਦੇ ਮਾਲਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂਆਂ ਦੀ ਇੱਜ਼ਤ ਵਾਸਤੇ ਆਪਣਾ ਸੀਸ ਭੇਟਾ ਕੀਤਾ ਸੀ। ਦੁਸ਼ਮਣ ਦੇ ਨੇੜੇ ਆਉਣ ਤੇ ਭਾਈ ਬਚਿੱਤਰ ਸਿੰਘ ਜੀ ਵਿੱਚ ਉਹ ਸ਼ਕਤੀ ਸਤਿਗੁਰੂ ਜੀ ਨੇ ਭਰ ਦਿੱਤੀ, ਜੋ ਹਨੂਮਾਨ ਨੂੰ ਲੰਕਾ ਵੱਲ ਤੁਰਦਿਆਂ ਹੋਇਆਂ ਰਾਮਚੰਦਰ ਜੀ ਪਾਸੋਂ ਸ਼ਕਤੀ ਮਿਲੀ ਸੀ। ਕਿਲੇ ਦੇ ਦਰਵਾਜ਼ੇ ਤੋਂ ਬਾਹਰ ਆ ਕੇ ਭਾਈ ਬਚਿੱਤਰ ਸਿੰਘ ਜੀ ਨੇ ਸਤਿ ਸ੍ਰੀ ਅਕਾਲ ਦੇ ਜਕਾਰੇ ਗੁਜਾਏ। ਹਾਥੀ ਦੇ ਮੱਥੇ ਵਿੱਚ ਨਾਗਣੀ ਐਸੀ ਮਾਰੀ, ਲੋਹੇ ਦੇ 7 ਤਵੇ ਚੀਰਦੀ ਹੋਈ ਨਾਗਣੀ ਮੱਥੇ ਵਿੱਚ ਜਾ ਪ੍ਰਵੇਸ਼ ਹੋਈ। ਜਦੋਂ ਸੂਰਮੇ ਨੇ ਕੱਢੀ ਤਾਂ ਮੱਥੇ ਵਿੱਚੋਂ ਖੂਨ ਦਾ ਫੁਹਾਰਾ ਇਉਂ ਡਿੱਗਿਆ ਜਿਵੇਂ ਟੂਟੀ ਵਿੱਚੋਂ ਪਾਣੀ ਡਿੱਗਦਾ ਹੈ। ਪਹਾੜੀ ਸੈਨਾ ਜੈ ਦੇਵਾ ਆਖਦੀ ਹੋਈ ਪਿੱਛੇ ਨੂੰ ਦੌੜ ਗਈ। ਹੜ ਵਾਂਗ ਅੱਗੇ ਵੱਧਦੀ ਆ ਰਹੀ ਸੀ। ਹਾਥੀ ਚੀਕਾਂ ਮਾਰਦਾ ਪਿੱਛੇ ਵਾਪਸ ਮੁੜ ਜਾ ਰਿਹਾ ਸੀ ਤੇ ਹਾਥੀ ਨੇ ਕਿਸੇ ਦੇ ਢਿੱਡ ਤੇ ਪੈਰ ਰੱਖਿਆ, ਕਿਸੇ ਦੇ ਸਿਰ ਤੇ, ਕਿਸੇ ਦੀ ਬਾਂਹ ਤੇ। ਹਾਥੀ ਦੁਸ਼ਮਣ ਦੀ ਹੀ ਫੌਜ ਦੇ ਪਟਾਕੇ ਬੁਲਾਉਂਦਾ ਹੋਇਆ ਪਿੱਛੇ ਨੂੰ ਘਬਰਾ ਕੇ ਨੱਠ ਪਿਆ। ਸਿੰਘ ਦੁਸ਼ਮਣ ਤੇ ਅੱਗ ਦੇ ਗੋਲਿਆਂ ਦੀ ਤਰ੍ਹਾਂ ਵਰੇ ਬਹੁਤ ਹੀ ਜ਼ਿਆਦਾ ਕਟਾ ਵੱਢੀ ਹੋਈ। ਦੋਨੋਂ ਦਲ ਇਕੱਠੇ ਹੋ ਗਏ, ਤੋਪਾਂ ਦੇ ਮੂੰਹ ਖੋਲ ਦਿੱਤੇ ਗਏ, ਤੀਰਾਂ ਦੀ ਵਰਖਾ ਹੋਣ ਲੱਗੀ, ਅੱਗ ਬਰਸਣ ਲੱਗੀ। ਤੀਰਾਂ ਦੀ ਕੜਕੜ ਦੀ ਆਵਾਜ਼ ਤੁਰਕਾਂ ਨੂੰ ਧਰਤੀ ਤੇ ਸਾਰੇ ਖੁੱਲੇ ਮੈਦਾਨ ਵਿੱਚ ਧਰਤੀ ਤੇ ਲਟਾਈ ਜਾ ਰਹੀ ਸੀ। ਹਰ ਪਾਸੇ ਜੀਵਨ, ਸੋਗ, ਮੌਤ ਦਾ ਬੋਲਬਾਲਾ ਹੋ ਗਿਆ।
ਸਾਰੇ ਖੁੱਲੇ ਮੈਦਾਨ ਵਿੱਚ ਸਵੇਰ ਤੋਂ ਸ਼ਾਮ ਤੱਕ ਡਟ ਕੇ ਲੜਾਈ ਹੁੰਦੀ ਰਹੀ। ਬਹੁਤ ਤੁਰਕਾਂ ਦੇ ਘੋੜੇ ਮਾਰੇ ਗਏ, ਖਾਲਸੇ ਦੀ ਜਿੱਤ ਹੋਈ। ਭਾਈ ਉਦੇ ਸਿੰਘ ਜੀ ਨੇ ਰਾਜੇ ਕੇਸਰੀ ਦਾ ਸਿਰ ਕੱਟ ਕੇ ਤਲਵਾਰ ਦੇ ਨਾਲ ਨੇਜੇ ਤੇ ਟੰਗ ਲਿਆ। ਸਿੰਘਾਂ ਨੇ ਨੱਠੇ ਜਾਂਦੇ ਗਿੱਦੜਾਂ ਵਾਂਗੂ ਪਹਾੜੀਆਂ ਨੂੰ ਗਾਜਰਾਂ ਮੂਲੀਆਂ ਦੀ ਤਰ੍ਹਾਂ ਟੋਕਾ ਕੀਤਾ। ਲੋਥ ਤੇ ਲੋਥ ਚੜ ਗਈ, ਕਈ ਜ਼ਖਮੀ ਹੋ ਕੇ ਧਰਤੀ ਤੇ ਡਿਗੇ। ਸੂਰਮਿਆਂ ਦੇ ਘੋੜਿਆਂ ਦੇ ਸੁੰਬਾਂ ਹੇਠ ਬਹੁਤ ਨੱਪ ਕੇ ਮਾਰੇ ਗਏ। ਭਾਈ ਸੇਵਾ ਸਿੰਘ, ਭਾਈ ਟਹਿਲ ਸਿੰਘ, ਭਾਈ ਉਦੇ ਸਿੰਘ ਜੀ ਨੇ ਬਹੁਤ ਹੀ ਬਹਾਦਰੀ ਦਿਖਾਈ। ਸਿੰਘ ਦੁਸ਼ਮਣ ਦੇ ਪਿੱਛੇ ਕਾਫੀ ਦੂਰ ਤੱਕ ਦੌੜ ਕੇ ਗਏ। ਇਸ ਲੜਾਈ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਘੋੜਾ ਵੀ ਮਰ ਗਿਆ। ਘੁਮੰਡੀ ਕੇਸਰੀ ਦਾ ਸਿਰ ਸਤਿਗੁਰੂ ਜੀ ਦੇ ਪਾਸ ਲਿਆਂਦਾ ਗਿਆ, ਪਰ ਸਤਿਗੁਰੂ ਜੀ ਨੇ ਪਹਾੜੀਆਂ ਨੂੰ ਵਾਪਸ ਕਰ ਦਿੱਤਾ। ਇਸ ਯੁੱਧ ਨੇ ਪਹਾੜੀ ਹਰ ਘਰ ਵਿੱਚ ਸਿਆਪੇ ਪਾ ਦਿੱਤੇ ਕਿ ਪਹਾੜੀਆਂ ਦੀਆਂ ਬਹੁਤ ਮੌਤਾਂ ਹੋ ਗਈਆਂ ਸੀ। ਪਹਾੜੀ ਰਾਜਿਆਂ ਨੇ ਔਰੰਗਜ਼ੇਬ ਨੂੰ ਚਿੱਠੀ ਲਿਖ ਕੇ ਕਾਫੀ ਫੌਜ ਹੋਰ ਮੰਗਾ ਲਈ। ਵਜ਼ੀਰ ਖਾਂ ਸੂਬੇ ਸਰਹੰਦ ਦੀ ਆਪਣੀ ਕਾਫੀ ਫੌਜ ਭੇਜ ਦਿੱਤੀ। ਇਹਨਾਂ ਹੀ ਦਿਨਾਂ ਵਿੱਚ ਇੱਕ ਬ੍ਰਾਹਮਣ ਦੇਵਦਾਸ, ਜੋ ਹੁਸ਼ਿਆਰਪੁਰ ਦੇ ਰਹਿਣ ਵਾਲਾ ਸੀ, ਉਹ ਗੁਰੂ ਜੀ ਦੇ ਚਰਨਾਂ ਵਿੱਚ ਆਇਆ ਤੇ ਫਰਿਆਦ ਕੀਤੀ, ਗੁਰੂ ਜੀ ਮੈਂ ਮੁਕਲਾਵਾ ਲਿਆ ਕੇ ਪਿੰਡ ਨੂੰ ਜਾ ਰਿਹਾ ਸੀ। ਰਸਤੇ ਵਿੱਚ ਬਸੀ ਦੇ ਪਠਾਣਾਂ ਨੇ ਮੇਰੀ ਜਵਾਨ ਇਸਤਰੀ ਖੋਹ ਲਈ ਹੈ। ਉਹ ਦੁਸ਼ਟ ਨਾਰੀ ਨੂੰ ਬਸੀ ਵਿੱਚ ਆਪਣੇ ਘਰ ਲੈ ਗਏ ਹਨ। ਮੈਂ ਉਸ ਦੇ ਵਿਛੋੜੇ ਵਿੱਚ ਵਿਆਕੁਲ ਹਾਂ। ਮੈਨੂੰ ਉਹ ਵਾਪਸ ਮਿਲਣੀ ਚਾਹੀਦੀ ਹੈ, ਨਹੀਂ ਤਾਂ ਮੈਂ ਆਤਮ ਘਾਤ ਕਰ ਲਵਾਂਗਾ। ਹਿੰਦੂ ਰਾਜੇ ਤਾਂ ਬਸੀ ਦੇ ਨਵਾਬ ਪਠਾਣਾ ਵੱਲ ਦੇਖ ਵੀ ਨਹੀਂ ਸਨ ਸਕਦੇ। ਸਤਿਗੁਰੂ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ, ਭਾਈ ਉਦੇ ਸਿੰਘ ਦੀ ਕਮਾਂਡ ਹੇਠ 500 ਜਵਾਨ ਸੂਰਮੇ ਦਾ ਜਥਾ ਭੇਜਿਆ ਬਸੀ ਦੇ ਪਠਾਣਾ ਨਾਲ ਟੱਕਰ ਲੈਣ ਲਈ। ਸਿੰਘਾਂ ਨੇ ਦਰਿਆ ਸਤਲੁਜ ਨੂੰ ਹਨੇਰੇ ਵਿੱਚ ਹੀ ਪਾਰ ਕਰਕੇ ਕੁੱਕੜ ਦੀ ਬਾਂਗ ਦੇ ਟਾਈਮ ਨਾਲ ਜਾ ਬਸੀ ਨੂੰ ਘੇਰਾ ਪਾਇਆ। ਪਠਾਨ ਘੂਕ ਸੁੱਤੇ ਪਏ ਸਨ। ਰਾਤ ਨੂੰ ਪੀਤੀਆਂ ਸ਼ਰਾਬਾਂ ਦੇ ਨਸ਼ੇ ਅਜੇ ਉਤਰੇ ਨਹੀਂ ਸਨ। ਅੱਖਾਂ ਮਲਦੇ ਹੋਏ, ਸਿਰ ਪੈਰਾਂ ਤੋਂ ਨੰਗੇ, ਕਈਆਂ ਦੇ ਕੁੜਤੇ ਵੀ ਨਹੀਂ ਸਨ ਪਾਏ ਹੋਏ, ਉਹ ਲੜਨ ਵਾਸਤੇ ਆ ਗਏ। ਸਿੰਘ ਵੱਡੇ ਨਵਾਬ ਦੀ ਹਵੇਲੀ ਵਿੱਚ ਜਾ ਦਾਖਲ ਹੋਏ। ਅਜੇ 8 ਪਠਾਨ ਹੀ ਝਟਕਾਏ ਸਨ ਕਿ ਮੋਰਚਾ ਜਿੱਤਿਆ ਗਿਆ। ਵੱਡਾ ਪਠਾਨ ਬ੍ਰਾਹਮਣ ਦੀ ਨਾਰੀ ਨੂੰ ਲੈ ਕੇ ਬਾਹਰ ਆਇਆ ਤੇ ਭਾਈ ਉਦੇ ਸਿੰਘ ਜੀ ਨੇ ਉਸ ਮਟਿਆਰ ਨੂੰ ਹੌਸਲਾ ਦਿੱਤਾ ਕਿ ਤੇਰੇ ਪਤੀ ਕੋਲ ਤੈਨੂੰ ਜਲਦੀ ਪਹੁੰਚਾਇਆ ਜਾਵੇਗਾ। ਇਸ ਘਟਨਾ ਨੇ ਗੁਰੂ ਜੀ ਦੀ ਮਹਿਮਾ ਵਿੱਚ ਬਹੁਤ ਵਾਧਾ ਕੀਤਾ। ਹਿੰਦੂ ਰਾਜਿਆਂ ਕੋਲ ਇੱਕ ਪੰਮਾ ਪ੍ਰੋਹਤ ਸੀ ਜੋ ਬੜਾ ਹੀ ਸ਼ਰਾਰਤੀ ਬੰਦਾ ਸੀ। ਪੰਮੇ ਪ੍ਰੋਹਤ ਨੇ ਰਾਜਿਆਂ ਨੂੰ ਸਲਾਹ ਦਿੱਤੀ ਕਿ ਆਟੇ ਦੀ ਗਊ ਬਣਾ ਕੇ ਉਸ ਦੇ ਗਲ ਵਿੱਚ ਇੱਕ ਚਿੱਠੀ ਬੰਨ੍ਹ ਕੇ ਕਿਲੇ ਦੇ ਸਾਹਮਣੇ ਰੱਖ ਦਿੱਤੀ ਜਾਵੇ। ਉਸ ਨੂੰ ਪੜ੍ਹ ਕੇ ਸ਼ਾਇਦ ਗੁਰੂ ਜੀ ਕਿਲਾ ਛੱਡ ਜਾਣਗੇ। ਜੇ ਨਾ ਛੱਡਣਗੇ ਤਾਂ ਗਊ ਹੱਤਿਆ ਲੱਗੇਗੀ। ਚਿੱਠੀ ਵਿੱਚ ਲਿਖਿਆ, ਅਸੀਂ ਥੱਕ ਗਏ ਹਾਂ, ਅਸੀਂ ਭੁੱਲਾਂ ਕੀਤੀਆਂ ਹਨ, ਗੁਰੂ ਜੀ ਖਿਮਾ ਕਰੋ। ਹੁਣ ਰਾਜਿਆਂ ਦੀ ਜਾਨ ਸਕੰਜੇ ਵਿੱਚ ਫਸੀ ਹੋਈ ਹੈ। ਜੇ ਲੜਾਈ ਛੱਡ ਕੇ ਜਾਂਦੇ ਹਨ ਤਾਂ ਔਰੰਗਜ਼ੇਬ ਬਾਦਸ਼ਾਹ ਡਾਂਟੇਗਾ। ਤੁਸਾਂ ਨਾਲ ਗੁਰੂ ਜੀ ਲੜਨਾ ਘੋਰ ਪਾਪ ਹੈ। ਇਸ ਵਾਸਤੇ ਆਟੇ ਦੀ ਗਊ ਦੀ ਸਹੁੰ ਖਾ ਕੇ ਆਖਦੇ ਹਾਂ ਕਿ ਆਪ ਆਨੰਦਪੁਰ ਸਾਹਿਬ ਤੋਂ ਲੋਹਗੜ੍ਹ ਕਿਲਾ ਆਨੰਦਪੁਰ ਸਾਹਿਬ ਛੱਡ ਜਾਵੋ। ਅਸੀਂ ਆਖਾਂਗੇ ਕਿ ਸਤਿਗੁਰੂ ਜੀ ਆਨੰਦਪੁਰ ਤੋਂ ਚਲੇ ਗਏ ਹਨ।
ਇਹ ਪੰਮੇ ਪ੍ਰੋਹਤ ਨੇ ਸਲਾਹ ਦਿੱਤੀ ਹੈ। ਚਿੱਠੀ ਤੇ ਆਟੇ ਦੀ ਗਊ ਹਨੇਰੇ ਵਿੱਚ ਕਿਲਾ ਲੋਹਗੜ੍ਹ ਦੇ ਦਰਵਾਜ਼ੇ ਅੱਗੇ ਰੱਖ ਦਿੱਤੀ ਗਈ। ਸਵੇਰ ਹੋਈ ਤਾਂ ਸਿੰਘਾਂ ਨੇ ਅਸਚਰਜ ਕੌਤਕ ਵੇਖਿਆ। ਗੋਹੇ ਦੀ ਮਿੱਟੀ ਦਾ ਚੌਂਕਾ ਫੇਰ ਕੇ ਆਟੇ ਦੀ ਗਊ ਟਿਕਾਈ ਹੋਈ ਹੈ। ਸਤਿਗੁਰੂ ਜੀ ਨੇ ਗਊ ਦੇ ਗਲ ਵਿੱਚੋਂ ਲਾ ਕੇ ਚਿੱਠੀ ਪੜ੍ਹੀ ਤੇ ਮੁਸਕਰਾਏ। ਸਾਹਿਬਾਂ ਨੇ ਕਿਹਾ, ਇਹ ਨਿਰਾ ਧੋਖਾ ਹੈ। ਜਦੋਂ ਚਿੱਠੀ ਦਾ ਭਾਵ ਸਿੰਘਾਂ ਨੇ ਸੁਣਿਆ ਤਾਂ ਉਹਨਾਂ ਦੇ ਮਨਾਂ ਉੱਤੇ ਵੱਖ-ਵੱਖ ਤਰ੍ਹਾਂ ਦੇ ਅਸਰ ਹੋਏ। ਮਨ ਉੱਤੇ ਵੱਖ-ਵੱਖ ਤਰ੍ਹਾਂ ਦਾ ਅਸਰ ਹੋਇਆ ਅਤੇ ਜੋ ਲੰਬੀ ਲੜਾਈ ਤੋਂ ਤੰਗ ਆ ਚੁੱਕੇ ਸਨ, ਉਹਨਾਂ ਸਿੰਘਾਂ ਨੇ ਖੁਸ਼ੀ ਮਨਾਈ ਤੇ ਕਿਹਾ, ਸਤਿਗੁਰੂ ਜੀ, ਹੁਣ ਤਾਂ ਹਿੰਦੂ ਗਊ ਦੀ ਸਹੁੰ ਖਾ ਚੁੱਕੇ ਹਨ, ਆਪਾਂ ਇੱਥੋਂ ਕਿਲਾ ਛੱਡ ਜਾਈਏ। ਆਖਰ ਸਿੱਖਾਂ ਦੇ ਬਚਨ ਮੰਨ ਗੁਰੂ ਜੀ ਕਿਲਾ ਛੱਡਣ ਵਾਸਤੇ ਤਿਆਰ ਹੋ ਗਏ। ਉਹ ਵੀ ਇਸ ਵਾਸਤੇ ਕਿ ਹਿੰਦੂ ਰਾਜਿਆਂ ਦੇ ਧੋਖੇ ਦਾ ਪਾਜ ਖੋਲ੍ਹਣਾ ਸੀ। ਗੁਲਾਮੀ ਨੇ ਹਿੰਦੂ ਧਰਮ ਵਿਸ਼ਵਾਸ ਨੂੰ ਕਮਜ਼ੋਰ ਕਰ ਦਿੱਤਾ ਸੀ। ਗੁਰੂ ਜੀ ਨੇ ਆਨੰਦਗੜ੍ਹ ਤੇ ਲੋਹਗੜ੍ਹ ਵਿੱਚ ਕੁਝ ਸਿੰਘ ਰਾਖੀ ਵਾਸਤੇ ਛੱਡ ਦਿੱਤੇ। ਸਾਹਿਬ ਨਰਮੋਹਗੜ੍ਹ ਵਿੱਚੋਂ 2 ਕੋਹ ਹੀ ਵਾਟ ਅੱਗੇ ਗਏ ਸਨ ਸਮੇਤ ਸੂਰਮੇ। ਪਹਾੜੀ ਰਾਜਿਆਂ ਦੀ ਸੈਨਾ ਇੱਕਦਮ ਹਨੇਰੀ ਦੀ ਤਰ੍ਹਾਂ ਲੋਹਗੜ੍ਹ ਵੱਲ ਵਧੀ। ਉਧਰ ਗੁਰੂ ਜੀ ਨੇ ਵੀ ਆਪਣੇ ਯੋਧਿਆਂ ਨੂੰ ਹੁਕਮ ਕੀਤਾ ਕਿ ਡਟ ਕੇ ਮੁਕਾਬਲਾ ਕਰੋ, ਰਾਜੇ ਬੇਈਮਾਨ ਹੋ ਗਏ ਹਨ। ਇਹਨਾਂ ਨੇ ਗਊ ਦੀ ਸਹੁੰ ਤੋੜ ਦਿੱਤੀ ਹੈ। ਨਰਮੋਹ ਉੱਚੀ ਜਗ੍ਹਾ ਤੇ ਹੈ, ਉਸ ਦੇ ਕੋਣਿਆਂ ਤੇ ਸਿੰਘ ਮੋਰਚਾ ਲਾ ਕੇ ਡਟ ਗਏ। ਸਤਿਗੁਰੂ ਜੀ ਉੱਪਰ ਬੈਠ ਗਏ। ਪਹਾੜੀ ਰਾਜਿਆਂ ਤੇ ਤੋਪਚੀ ਨੇ ਸਤਿਗੁਰੂ ਜੀ ਵੱਲ ਤੋਪ ਦਾ ਮੂੰਹ ਕਰਕੇ ਠਾ ਦੇ ਕੇ ਨਿਸ਼ਾਨਾ ਛੱਡਿਆ। ਉਹ ਗੋਲਾ ਸਿੱਧਾ ਗੁਰੂ ਜੀ ਵੱਲ ਆਇਆ। ਥੋੜਾ ਗੁਰੂ ਜੀ ਪਾਸੇ ਹੋ ਗਏ। ਜੋ ਸਿੰਘ ਗੁਰੂ ਜੀ ਨੂੰ ਚੌਰ ਕਰ ਰਿਹਾ ਸੀ, ਉਹ ਸਿੰਘ ਗੋਲੇ ਦੇ ਵਾਰ ਨਾਲ ਸ਼ਹੀਦੀ ਪਾ ਗਿਆ। ਉਸ ਸਿੰਘ ਦੀ ਸ਼ਹੀਦੀ ਵੇਖ ਕੇ ਸਤਿਗੁਰੂ ਜੀ ਨੂੰ ਰੋਸ ਆਇਆ। ਸਾਹਿਬਾਂ ਨੇ ਕੱਢਿਆ ਪੱਥੇ ਵਿੱਚੋਂ ਤੀਰ, ਕਮਾਨ ਖਿੱਚ ਕੇ ਸ਼ਾਂ ਕਰਕੇ ਛੱਡਿਆ। ਪਹਿਲੇ ਹੀ ਤੀਰ ਨੇ ਤੋਪਚੀ ਨੂੰ ਮੌਤ ਦੀ ਗੱਡੀ ਚੜ੍ਹਾ ਦਿੱਤਾ। ਸਾਹਿਬਾਂ ਨੇ ਤੀਰਾਂ ਦੀ ਵਰਖਾ ਕੀਤੀ। ਰਾਜਿਆਂ ਦੀ ਸੈਨਾ ਅੱਗੇ ਵਧਣ ਤੋਂ ਰੁਕ ਗਈ। ਪਹਾੜੀ ਸੈਨਾ ਆਪਣੀ ਸਿੰਘਾਂ ਦੀ ਗਿਣਤੀ ਘੱਟ ਸੀ, ਪਹਾੜੀ ਸੈਨਾ ਦੀ ਗਿਣਤੀ ਵੱਧ ਸੀ। ਪਰ ਗੁਰੂ ਜੀ ਦੀ ਮਿਹਰ ਨਾਲ ਇੱਕ-ਇੱਕ ਸਿੰਘ ਨੇ 100-100 ਪਹਾੜੀਏ ਨੂੰ ਝਟਕਾਇਆ। ਕਈ ਘੰਟੇ ਜੰਮ ਕੇ ਲੜਾਈ ਹੋਈ। ਅਖੀਰ ਰਹਿੰਦੀ ਪਹਾੜੀ ਸੈਨਾ ਨੱਸ ਗਈ। ਪੰਮੇ ਪ੍ਰੋਹਤ ਵਰਗੇ ਸਭ ਦੌੜ ਗਏ। ਸਤਿਗੁਰੂ ਜੀ ਲੋਹਗੜ੍ਹ ਕਿਲੇ ਵਿੱਚ ਆ ਪੁੱਜੇ। ਇਸ ਘਟਨਾ ਤੋਂ ਸਿੰਘਾਂ ਨੇ ਸਿੱਖਿਆ ਲਈ ਕਿ ਐਸੇ ਦੁਸ਼ਮਣ ਦੀ ਸਹੁੰ ਤੇ ਕਦੀ ਭਰੋਸਾ ਨਹੀਂ ਕਰਨਾ ਚਾਹੀਦਾ। ਪੰਮੇ ਪ੍ਰੋਹਤ ਦੀ ਚਾਲ ਸਫਲ ਨਹੀਂ ਹੋ ਸਕੀ, ਸਗੋਂ ਰਾਜਿਆਂ ਨੂੰ ਉਲਟੀ ਪੈ ਗਈ। ਰਾਜੇ ਬਹੁਤ ਸਾਰੀ ਸੈਨਾ ਤੇ ਲੜਾਈ ਦਾ ਸਮਾਨ ਨਸ਼ਟ ਕਰਾ ਬੈਠੇ। ਵਜ਼ੀਰ ਖਾਂ ਵੀ ਬਹੁਤ ਬੰਦੇ ਜੋ ਲੈ ਕੇ ਆਇਆ ਸੀ, ਉਹ ਵੀ ਮਾਰੇ ਗਏ। ਸਤਿਗੁਰੂ ਜੀ ਦੇ ਅੰਮ੍ਰਿਤ ਪ੍ਰਚਾਰ ਕਰਨ ਤੇ ਵੀ ਸਾਂਝੀ ਸੰਗਤ ਪੰਗਤ ਬਣਾਉਣ ਦੇ ਕਾਰਨ ਪਹਾੜੀ ਰਾਜੇ ਤੇ ਹਿੰਦੂ ਲੋਕ ਬਹੁਤ ਹੀ ਤੰਗ ਹੋਏ ਸਨ। ਉਹਨਾਂ ਨੇ ਖਾਲਸਾ ਪੰਥ ਨੂੰ ਇੱਕ ਹਿੰਦੂ ਧਰਮ ਦਾ ਵੱਡਾ ਦੁਸ਼ਮਣ ਸਮਝਿਆ। ਈਰਖਾ ਦਾ ਭਾਂਬੜ ਅਨੰਦਪੁਰ ਸਾਹਿਬ ਦੇ ਚੌਗਿਰਦ ਸ਼ਾਂਤਮਈ ਵਾਯੂ ਨੂੰ ਭੰਗ ਕਰਨ ਤੇ ਤੁਲਿਆ ਹੋਇਆ ਸੀ। ਪਹਾੜੀ ਰਾਜੇ ਆਪ ਤਾਂ ਗੁਰੂ ਜੀ ਨਾਲ ਸਿੱਧੀ ਟੱਕਰ ਨਹੀਂ ਸੀ ਲੈ ਸਕਦੇ,
ਇਹਨਾਂ ਦੁਸ਼ਟਾਂ ਨੇ ਸੂਬਾ ਸਰਹੰਦ ਨੂੰ ਪ੍ਰੇਰਨਾ ਕੀਤੀ ਕਿ ਉਹ ਗੁਰੂ ਜੀ ਦੇ ਖਿਲਾਫ ਕੋਈ ਕਦਮ ਉਠਾਵੇ। ਗੁਰੂ ਘਰ ਦੀ ਵਿਰੋਧਤਾ ਕਰਨ ਵਾਲੇ ਰਾਜਾ ਵੀਰ ਸਿੰਘ ਜਸਪਾਲੀਆ, ਅਜਮੇਰ ਚੰਦ ਕਹਿਲੂਰੀਆ, ਰਾਜਾ ਭੀਮ ਚੰਦ ਦਾ ਪੁੱਤਰ, ਹਿੰਮਤ ਹੰਡੂਰੀ ਅਤੇ ਮਦਨ ਲਾਲ ਆਦਿ ਸਨ। ਸਰਹੰਦ ਉਸ ਵੇਲੇ ਪੰਜਾਬ ਦਾ ਇੱਕ ਸੂਬਾ ਸੀ। ਸ਼ਹਿਰ ਸੁੰਦਰ ਤੇ ਕਈ ਹਜ਼ਾਰ ਦੀ ਵਸੋਂ ਸੀ। ਸਰਹੰਦ ਦਾ ਸੂਬੇਦਾਰ ਵਜ਼ੀਰ ਖਾਂ ਬਹੁਤ ਕੱਟੜ ਮੁਸਲਮਾਨ ਸੀ ਤੇ ਸਿੱਖ ਧਰਮ ਨਾਲ ਈਰਖਾ ਕਰਦਾ ਸੀ। ਜਦੋਂ ਪਹਾੜੀ ਹਿੰਦੂ ਰਾਜੇ ਵਜ਼ੀਰ ਖਾਂ ਕੋਲ ਪੁੱਜੇ, ਇਹ ਖੁਸ਼ ਹੋਇਆ। ਵਜ਼ੀਰ ਖਾਂ ਨੇ ਦਿੱਲੀ ਦੇ ਬਾਦਸ਼ਾਹ ਵੱਲ ਚਿੱਠੀ ਭੇਜੀ, ਜਿਸ ਵਿੱਚ ਲਿਖਿਆ ਗਿਆ, ਗੁਰੂ ਗੋਬਿੰਦ ਸਿੰਘ ਜੀ ਦੀ ਵੱਧ ਰਹੀ ਸ਼ਕਤੀ ਨੂੰ ਦਬਾਉਣ ਵਾਸਤੇ ਇੱਕ ਫੌਜੀ ਦਸਤਾ ਤਕੜਾ ਭੇਜਿਆ ਜਾਵੇ। ਗੁਰੂ ਗੋਬਿੰਦ ਸਿੰਘ ਜੀ ਨਗਾਰਾ ਵਜਾਉਂਦੇ ਹਨ, ਸੀਸ ਤੇ ਕਲਗੀ ਲਾਉਂਦੇ ਹਨ, ਬਾਦਸ਼ਾਹ ਦੀ ਤਰ੍ਹਾਂ ਚੌਰ ਕਰਾਉਂਦੇ ਹਨ। ਉਹਨਾਂ ਦੇ ਮੁਰੀਦਾਂ ਦੀ ਗਿਣਤੀ ਕਈ ਹਜ਼ਾਰ ਤੱਕ ਹੈ ਤੇ ਸਾਰੇ ਮੁਰੀਦ ਚੋਣਵੇਂ ਹਨ, ਨੀਵੀਆਂ ਜਾਤਾਂ ਦੇ ਭਰਤੀ ਕੀਤੇ ਹੋਏ ਹਨ ਤੇ ਖਾਲਸਾ ਪੰਥ ਨਵਾਂ ਹੀ ਸਾਜ ਲਿਆ ਹੈ। ਜੇ ਇਸ ਲਹਿਰ ਨੂੰ ਰੋਕਿਆ ਨਾ ਗਿਆ ਤਾਂ ਹਿੰਦੂਆਂ ਅੰਦਰ ਇਸਲਾਮ ਮਤ ਦਾ ਕੋਈ ਡਰ ਨਹੀਂ ਰਹਿਣਾ ਤੇ ਚਾਰੇ ਹੀ ਸੂਬੇ ਜੰਮੂ, ਲਾਹੌਰ, ਮੁਲਤਾਨ ਤੇ ਸਰਹੰਦ ਖਤਮ ਹੋ ਜਾਣਗੇ। ਇਸ ਤਰ੍ਹਾਂ ਇੱਕ ਚਿੱਠੀ ਵਜ਼ੀਰ ਖਾਂ ਨੇ ਔਰੰਗਜ਼ੇਬ ਨੂੰ ਦਿੱਲੀ ਨੂੰ ਦਿੱਤੀ ਸੀ। ਔਰੰਗਜ਼ੇਬ ਬੜਾ ਹੀ ਕੱਟੜ ਸੀ। ਉਸਨੇ ਚਿੱਠੀ ਪੜ੍ਹ ਕੇ ਵਜ਼ੀਰ ਖਾਂ ਨੂੰ ਉੱਤਰ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨਾਲ ਟੱਕਰ ਲਵੋ, ਇਹ ਸ਼ਕਤੀ ਨੂੰ ਨਸ਼ਟ ਕਰੋ। ਜਦੋਂ ਇਹ ਹੁਕਮ ਵਜ਼ੀਰ ਖਾਂ ਨੂੰ ਮਿਲ ਗਿਆ ਤਾਂ ਉਸਨੇ ਦੀਨਾ ਬੇਗ ਤੇ ਪੈਂਦੇ ਖਾਂ ਦੀ ਕਮਾਂਡ ਹੇਠ ਭਾਰੀ ਲਸ਼ਕਰ ਅਨੰਦਪੁਰ ਸਾਹਿਬ ਨੂੰ ਭੇਜਣ ਦਾ ਫੈਸਲਾ ਕੀਤਾ। ਅਖੀਰ ਵਜ਼ੀਰ ਖਾਂ ਨੇ 10,000 ਫੌਜ ਦੀਨਾ ਬੇਗ ਨੂੰ ਤੇ ਪੈਂਦੇ ਖਾਂ ਨੂੰ ਦੇ ਕੇ ਅਨੰਦਪੁਰ ਸਾਹਿਬ ਵੱਲ ਤੋਰਿਆ। ਰੋਪੜ ਦੇ ਕੋਲ ਹਿੰਦੂ ਰਾਜੇ ਵੀ ਮੁਗਲ ਫੌਜ ਨਾਲ ਆ ਕੇ ਰਲ ਗਏ। ਰਾਜਾ ਅਜਮੇਰ ਚੰਦ ਕਹਿਣ ਲੱਗਾ, ਅਸੀਂ ਦੀਨਾ ਬੇਗ ਤੁਹਾਡੇ ਨਾਲ ਹਾਂ। ਰੋਪੜ ਤੋਂ ਮੁਗਲ ਲਸ਼ਕਰ ਅੱਗੇ ਤੁਰਿਆ ਜਾ ਰਿਹਾ ਸੀ। ਉਧਰ ਸਤਿਗੁਰੂ ਜੀ ਨੂੰ ਵੀ ਪਤਾ ਲੱਗ ਗਿਆ ਕਿ ਵੈਰੀ ਦਲ ਆ ਰਿਹਾ ਹੈ। ਰਣਜੀਤ ਨਗਾਰੇ ਉੱਤੇ ਚੋਟਾਂ ਲਾਈਆਂ। ਗੁਰੂ ਜੀ ਨੇ ਪੰਜਾਂ ਪਿਆਰਿਆਂ ਤੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਦਰਮਿਆਨ ਸਾਰੀ ਫੌਜ ਵੰਡ ਦਿੱਤੀ। ਇਹਨਾਂ 6 ਦਲਾਂ ਦਾ ਮੋਹਰੀ ਬਾਬਾ ਜੀ ਅਜੀਤ ਸਿੰਘ ਜੀ ਨੂੰ ਥਾਪਿਆ ਗਿਆ। ਨੇਜੇ, ਤਲਵਾਰਾਂ, ਬੰਦੂਕਾਂ, ਚੱਕਰ ਆਦਿਕ ਸਾਰੇ ਸ਼ਸਤਰ ਸੂਰਮਿਆਂ ਨੂੰ ਦੇ ਦਿੱਤੇ ਗਏ। ਗੁਰੂ ਜੀ ਦੇ ਹੁਕਮ ਅਨੁਸਾਰ ਸਾਰੀ ਸੈਨਾ ਗੁਰੂ ਜੀ ਅਨੰਦਪੁਰ ਸਾਹਿਬ ਤੋਂ 2 ਕੋਹ ਦੂਰ ਆ ਕੇ ਮੋਰਚੇ ਬਣਾ ਕੇ ਡਟ ਗਈ। ਪੂਰੀ ਤਿਆਰੀ ਨਾਲ ਦੁਸ਼ਮਣ ਦੀ ਉਡੀਕ ਕਰਨ ਲੱਗੇ। ਜਿਉਂ ਹੀ ਦੁਸ਼ਮਣ ਕੀਰਤਪੁਰ ਸਾਹਿਬ ਨੂੰ ਟੱਪ ਕੇ ਨੇੜੇ ਆਇਆ, ਰਣਜੀਤ ਨਗਾਰੇ ਦੀ ਘਨਘੋਰ ਵਿੱਚ ਸਿੰਘਾਂ ਨੇ ਹੱਲਾ ਬੋਲ ਦਿੱਤਾ। ਖਾਲਸਾਈ ਫੌਜ ਨੇ ਬਿਜਲੀ ਤਰ੍ਹਾਂ ਪਠਾਣਾਂ ਤੇ ਮੁਗਲਾਂ ਨੂੰ ਕੱਟਣਾ ਵੱਢਣਾ ਸ਼ੁਰੂ ਕੀਤਾ। ਸਿੰਘਾਂ ਨੇ ਪਲਾਂ ਵਿੱਚ ਲੋਥਾਂ ਦੇ ਢੇਰਾਂ ਦੇ ਢੇਰ ਲਾ ਦਿੱਤੇ। ਸ਼ਾਹੀ ਫੌਜ ਘਬਰਾ ਗਈ। ਹਿੰਦੂ ਰਾਜੇ ਦੀਨਾ ਬੇਗ ਨੂੰ ਧੋਖਾ ਦੇ ਕੇ ਅੱਗੇ ਵਧਣ ਦੀ ਬਜਾਏ ਪਿੱਛੇ ਨੂੰ ਦੌੜ ਪਏ। ਸਤਿਗੁਰੂ ਜੀ ਆਪ ਵੀ ਨੀਲੇ ਤੇ ਸਵਾਰ ਸਨ। ਸਾਰੇ ਸ਼ਸਤਰਾਂ ਨੂੰ ਧਾਰਨ ਕੀਤਾ ਹੋਇਆ ਸੀ।
ਸਤਿਗੁਰੂ ਜੀ ਨੇ ਆਪ ਤੀਰਾਂ ਦੀ ਵਾਛੜ ਦੁਸ਼ਮਣ ਤੇ ਕੀਤੀ। ਸਾਹਿਬਾਂ ਦਾ ਇੱਕ ਇੱਕ ਤੀਰ ਕਈਆਂ ਦੇ ਸੀਨਿਆਂ ਨੂੰ ਚੀਰ ਕੇ ਪਾਰ ਲੰਘ ਜਾਂਦਾ ਸੀ। ਜਦੋਂ ਸਿੰਘਾਂ ਨੇ ਵੇਖਿਆ ਸਤਿਗੁਰੂ ਜੀ ਆਪ ਲੜ ਰਹੇ ਹਨ ਤਾਂ ਹੋਰ ਵੀ ਹੌਸਲੇ ਵੱਧ ਗਏ। ਸਿੰਘਾਂ ਨੇ ਦੁਸ਼ਮਣ ਦੇ ਆਹੂ ਚੰਗੀ ਤਰ੍ਹਾਂ ਲਾਹੇ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਵੀ ਬੜੇ ਕਮਾਲ ਦੀ ਜੰਗ ਲੜੀ। ਜਿੱਧਰ ਨੂੰ ਜਾਂਦੇ ਉਧਰ ਹੀ ਦੁਸ਼ਮਣ ਦੀਆਂ ਸਫਾਂ ਚੀਰੀ ਜਾਂਦੇ। ਸਤਿਗੁਰੂ ਜੀ ਆਪ ਉਸ ਜਗ੍ਹਾ ਪਹੁੰਚੇ ਜਿੱਥੇ ਪੈਦੇ ਖਾਂ ਲੜ ਰਿਹਾ ਸੀ। ਉਸਨੇ ਬੜੇ ਹੰਕਾਰ ਨਾਲ ਅੱਗੇ ਵੱਧ ਕੇ ਕਿਹਾ, ਪੀਰ ਜੀ, ਮੈਂ ਅੱਜ ਆਪ ਜੀ ਦੀ ਸ਼ਕਤੀ ਵੇਖਣੀ ਚਾਹੁੰਦਾ ਹਾਂ। ਮੈਨੂੰ ਦੇਰ ਦੀ ਰੀਝ ਸੀ ਕਿ ਮੈਂ ਹਿੰਦ ਦੇ ਪੀਰ ਨਾਲ ਟੱਕਰ ਲਵਾਂ। ਆਓ ਮੇਰੇ ਨਾਲ ਮੁਕਾਬਲਾ ਕਰੋ। ਸਤਿਗੁਰੂ ਜੀ ਪੈਂਦੇ ਦੇ ਬੋਲ ਸੁਣ ਕੇ ਮੁਸਕਰਾਏ ਤੇ ਕਿਹਾ, ਪੈਂਦੇ ਖਾਂ, ਡੁੱਬਦਾ ਹੋਇਆ ਸੂਰਜ ਬਹੁਤ ਲਾਲ ਹੁੰਦਾ ਹੈ। ਹੁਣ ਤੇਰਾ ਕਾਲ ਨੇੜੇ ਆ ਗਿਆ ਹੈ। ਆ ਪਹਿਲਾਂ ਵਾਰ ਕਰ। ਇਤਨੀ ਖੁੱਲ੍ਹ ਦਿਲੀ। ਧੰਨ ਸਤਿਗੁਰੂ ਜੀ। ਕਹਿਣ ਲੱਗੇ, ਤੇਰੇ ਦਿਲ ਵਿੱਚ ਇਹ ਗੱਲ ਵੀ ਨਾ ਰਹੇ ਕਿ ਜੇ ਮੈਂ ਪਹਿਲਾਂ ਵਾਰ ਕਰ ਲੈਂਦਾ ਖਬਰੇ ਜਿੱਤ ਹੀ ਜਾਂਦਾ। ਪੈਦੇ ਖਾਂ ਨੇ ਆਖਿਆ, ਮੈਂ ਵੱਡੇ ਸੂਰਮੇ ਬਹਾਦਰਾਂ ਵਿੱਚੋਂ ਇੱਕ ਹਾਂ। ਸੂਰਮਾ ਪਹਿਲਾਂ ਕਦੀ ਵਾਰ ਕਿਸੇ ਤੇ ਨਹੀਂ ਕਰਦਾ। ਐਸਾ ਕਹਿਣ ਤੇ ਸਤਿਗੁਰੂ ਜੀ ਨੇ ਫਰਮਾਇਆ, ਚਲੋ ਦੋਵੇਂ ਇੱਕੋ ਹੀ ਵਾਰੀ ਵਾਰ ਕਰਦੇ ਹਾਂ। ਜਿਸ ਦਾ ਵਾਰ ਲੱਗ ਜਾਵੇ ਉਹ ਹੀ ਜਿੱਤੇਗਾ। ਇਹ ਫੈਸਲਾ ਪੈਦੇ ਖਾਂ ਨੇ ਪ੍ਰਵਾਨ ਕਰ ਲਿਆ ਅਤੇ ਦੋਹਾਂ ਪਾਸਿਆਂ ਤੋਂ ਤੀਰਾਂ ਦੀ ਵਰਖਾ ਹੋਣ ਲੱਗੀ। ਇਸ ਯੁੱਧ ਨੂੰ ਵੇਖਣ ਵਾਸਤੇ ਸਾਰੀ ਸੈਨਾ ਹੈਰਾਨੀ ਨਾਲ ਜੰਗ ਕਰਨੋਂ ਰੁਕ ਗਈ। ਜਿਵੇਂ ਮਹਾਭਾਰਤ ਵਿੱਚ ਅਰਜਨ ਨੇ ਆਪਣੇ ਤੀਰਾਂ ਦੇ ਕਮਾਲ ਦਿਖਾਏ ਸਨ ਅਤੇ ਜਿਵੇਂ ਰਾਮਚੰਦਰ ਨੇ ਰਾਵਣ ਨਾਲ ਲੜਦਿਆਂ ਹੋਇਆਂ ਤੀਰਾਂ ਦੇ ਵਾਰਾਂ ਦੀ ਕਮਾਲ ਦਿਖਾਈ, ਤਿਵੇਂ ਸਤਿਗੁਰੂ ਜੀ ਨੇ ਤੀਰਾਂ ਦੇ ਕਰਤੱਬ ਨਿਰਾਲੇ ਦਿਖਾਏ। ਪੈਂਦੇ ਖਾਂ ਵੀ ਬੜੇ ਕ੍ਰੋਧ ਨਾਲ ਕਮਾਨ ਨੂੰ ਕੰਨ ਤੱਕ ਖਿੱਚ ਕੇ ਤੀਰਾਂ ਦੀ ਵਰਖਾ ਕਰਨ ਲੱਗਾ, ਪਰ ਕੋਈ ਵੀ ਉਸ ਦਾ ਤੀਰ ਗੁਰੂ ਜੀ ਨੂੰ ਨਾ ਲੱਗਾ। ਤੀਰ ਖੱਬੇ ਸੱਜੇ ਨਿਕਲਦੇ ਗਏ ਅਤੇ ਇੱਕ ਤੀਰ ਸਤਿਗੁਰੂ ਜੀ ਦੇ ਤੀਰਾਂ ਨਾਲ ਟਕਰਾ ਕੇ ਰਾਹ ਵਿੱਚ ਹੀ ਟੁੱਟ ਗਿਆ। ਜਿਸ ਵੇਲੇ ਤੀਰ ਸਾਥ ਟਕਰਾਉਂਦੇ ਤੇ ਟੁੱਟਦੇ, ਉਹਨਾਂ ਵਿੱਚੋਂ ਬਿਜਲੀ ਪੈਦਾ ਹੁੰਦੀ ਸੀ। ਇਸ ਬਿਜਲੀ ਜਿਹੀ ਲਿਸ਼ਕ ਨੂੰ ਵੇਖ ਕੇ ਕਈਆਂ ਦੀਆਂ ਅੱਖਾਂ ਧੁੰਦਲਾ ਜਾਂਦੀਆਂ। ਸਤਿਗੁਰੂ ਜੀ ਨੇ ਆਖਿਆ, ਵਾਹ ਪਠਾਨ, ਤੇਰੇ ਉਸਤਾਦ ਨੇ ਤੈਨੂੰ ਚੰਗਾ ਕਰਤੱਬ ਸਿਖਾਇਆ ਹੈ। ਤੇਰੇ ਤੀਰ ਦਾ ਇੱਕ ਵੀ ਨਿਸ਼ਾਨਾ ਠੀਕ ਨਹੀਂ ਬੈਠਦਾ। ਪਠਾਨ ਨੂੰ ਗੁੱਸਾ ਆਇਆ ਤੇ ਉਸਨੇ ਕਿਹਾ, ਲਓ ਫਿਰ ਵਾਰ ਸੰਭਾਲੋ, ਮੇਰਾ ਤੀਰ ਆ ਰਿਹਾ ਹੈ। ਇਹ ਜਾਨ ਲੈ ਕੇ ਅੱਗੇ ਵਧੇਗਾ। ਇਹ ਆਖ ਕੇ ਉਸਨੇ ਚੜਾ ਕੇ ਚਿੱਲੇ ਤੇ ਤੀਰ ਜਿਸ ਵੇਲੇ ਛਾਂ ਕਰਕੇ ਛੱਡਿਆ, ਦਾਤਾਰ ਦੀ ਦਸਤਾਰ ਦੇ ਪੇਚ ਚੀਰਦਾ ਹੋਇਆ ਤੀਰ ਖਾਲੀ ਨਿਕਲ ਗਿਆ। ਨਿਸ਼ਾਨਾ ਮਸਤਕ ਦਾ ਲਿਆ ਸੀ। ਗੁਰੂ ਜੀ ਨੇ ਥੋੜੇ ਰੋਸ ਨਾਲ ਮੱਥੇ ਤੇ ਤਿਉੜੀ ਪਾ ਕੇ ਇੱਕ ਐਸਾ ਤੀਰ ਛੱਡਿਆ ਜਿਹੜਾ ਪੈਂਦੇ ਖਾਂ ਪਠਾਨ ਦੀ ਪੁੜਪੜੀ ਨੂੰ ਪਾੜ ਕੇ ਸਾਰ ਪਾਰ ਜਾ ਨਿਕਲਿਆ। ਪਠਾਨ ਇਸ ਖਤਰਨਾਕ ਸੱਟ ਨੂੰ ਸਹਾਰ ਨਾ ਸਕਿਆ, ਧਰਤੀ ਤੇ ਡਿੱਗ ਪਿਆ। ਸਤਿਗੁਰੂ ਜੀ ਨੇ ਬੜੀ ਤੇਜ਼ੀ ਸਾਥ ਜਾ ਕੇ ਉਸ ਕੋਲ ਉਸ ਦਾ ਤਲਵਾਰ ਨਾਲ ਸਿਰ ਕੱਟ ਲਿਆ
ਤੇ ਤਲਵਾਰ ਦੀ ਨੋਕ ਵਿੱਚ ਅੜਾ ਕੇ ਉੱਪਰ ਚੁੱਕ ਲਿਆ। ਜਿਉਂ ਹੀ ਦੁਸ਼ਮਣ ਨੇ ਆਪਣੇ ਸੂਰਮੇ ਪੈਦੇ ਖਾਂ ਦਾ ਸਿਰ ਕੱਟਿਆ ਵੇਖਿਆ, ਦੁਸ਼ਮਣ ਦਾ ਲਹੂ ਠੰਡਾ ਹੋ ਗਿਆ, ਹੌਸਲੇ ਗਿਰ ਗਏ। ਪਰ ਫੇਰ ਵੀ ਬੜਾ ਹੀ ਘਮਸਾਨ ਦਾ ਯੁੱਧ ਹੋਇਆ। ਇਹ ਹਫੜਾ ਦਫੜੀ ਵਿੱਚ ਪਹਾੜੀਏ ਸਭ ਹਰਨ ਹੋ ਗਏ, ਕੁਝ ਮਾਰੇ ਗਏ। ਦੂਜੇ ਪਾਸੇ ਦੀਨਾ ਵੇਗ ਸਿੰਘਾਂ ਨਾਲ ਲੜ ਰਿਹਾ ਸੀ। ਦੀਨਾ ਵੇਗ ਦਾ ਵੀ ਮੁਕਾਬਲਾ 94 ਸਿੰਘਾਂ ਨਾਲ ਹੋ ਰਿਹਾ ਸੀ। ਪਰ ਜਦੋਂ ਦੀਨਾ ਵੇਗ ਨੇ ਵੇਖਿਆ ਕਿ ਜਰਨੈਲ ਪੈਦੇ ਖਾਂ ਮਾਰਿਆ ਗਿਆ ਹੈ, ਤੁਰਕਾਂ ਨੇ ਹੱਲਾ ਬੋਲ ਦਿੱਤਾ। ਇਧਰੋਂ ਵੀ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਉਦੇ ਸਿੰਘ ਜੀ ਗੁਰੂ ਜੀ ਤੋਂ ਆਗਿਆ ਲੈ ਕੇ ਦੁਸ਼ਮਣ ਦਾ ਮੁਕਾਬਲਾ ਕਰਨ ਵਾਸਤੇ ਗਿਣਤੀ ਦੇ ਸੂਰਮਿਆਂ ਨੂੰ ਨਾਲ ਲੈ ਕੇ ਅੱਗੇ ਵਧੇ। ਤੀਰਾਂ ਦੀ ਵਰਖਾ ਹੋਈ। ਇਸ ਕੌਤਕ ਨੂੰ ਵੇਖ ਕੇ ਕੁਦਰਤ ਵੀ ਹੈਰਾਨ ਸੀ। ਸਤਿਗੁਰੂ ਜੀ ਚੌਬੁਰਜੀ ਵਿੱਚ ਜਾ ਖਲੋਤੇ। ਸਾਹਿਬ ਜੀ ਆਪਣੇ ਸਿੱਖਾਂ ਦਾ ਸਿਦਕ ਤੇ ਬਲ ਵੇਖਣ ਲੱਗੇ। ਸਿੰਘਾਂ ਨੇ ਜਾਂਦਿਆਂ ਹੀ ਦੁਸ਼ਮਣ ਨੂੰ ਐਸਾ ਕੱਟਣਾ ਵੱਢਣਾ ਸ਼ੁਰੂ ਕੀਤਾ, ਉਹਨਾਂ ਦੀਆਂ ਲੋਥਾਂ ਤੇ ਲੋਥਾਂ ਚੜ੍ਹਾ ਦਿੱਤੀਆਂ। ਤੁਰਕਾਂ ਦੇ ਘੋੜਿਆਂ ਦੇ ਮੂੰਹ ਪਿੱਛੇ ਨੂੰ ਹੋ ਗਏ। ਉਹ ਤੁਰਕਾਂ ਦੇ ਤੀਰਾਂ ਦੀ ਐਸੀ ਵਰਖਾ ਹੋਈ, ਲੋਥਾਂ ਤੇ ਲੋਥਾਂ ਚੜ੍ਹ ਗਈਆਂ। ਪਲਾਂ ਵਿੱਚ ਹੀ ਧਰਤੀ ਖੂਨ ਨਾਲ ਰੰਗ ਗਈ। ਧਰਮ ਯੁੱਧ ਨੂੰ ਵੇਖ ਕੇ ਕਲਯੋਗਣਾ ਖੁਸ਼ੀ ਮਨਾਉਣ ਲੱਗੀਆਂ। ਉਹਨਾਂ ਨੇ ਮਨੁੱਖ ਰਤ ਦੇ ਖੱਪਰ ਭਰ ਭਰ ਕੇ ਪੀਤੇ। 4 ਘੰਟੇ ਡਟ ਕੇ ਜੰਮ ਕੇ ਲੜਾਈ ਹੋਈ। ਐਸੀ ਲੜਾਈ ਜੈਸੀ ਕਦੀ ਮਹਾਭਾਰਤ ਦੇ ਸਮੇਂ ਅਰਜਨ ਨੇ ਕੀਤੀ ਸੀ। ਤੁਰਕ ਘਬਰਾ ਗਏ। ਉਹਨਾਂ ਨੇ ਫੌਜ ਪਿੱਛੇ ਹਟਾ ਲਈ। ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਉਦੇ ਸਿੰਘ ਨੇ ਵੀ ਆਪਣੇ ਯੋਧਿਆਂ ਨੂੰ ਅੱਗੇ ਵਧਣ ਤੋਂ ਰੋਕਿਆ। ਪਰ ਜੋ ਤੁਰਕਾਂ ਦੀ ਨੇੜੇ ਛਾਉਣੀ ਸੀ, ਉਸ ਵਿੱਚੋਂ ਸਿੰਘਾਂ ਨੇ ਘਾਹ ਤੇ ਅੰਨ ਲੁੱਟ ਲਿਆਂਦਾ। ਇਸ ਫਤਿਹ ਨੇ ਸਿੰਘਾਂ ਦੇ ਹੌਸਲੇ ਵਧਾਏ ਤੇ ਤੁਰਕਾਂ ਦੇ ਹੌਸਲੇ ਗਿਰਾ ਦਿੱਤੇ। ਰਾਤ ਨੂੰ ਵਜ਼ੀਰ ਖਾਂ, ਜ਼ਬਰਦਸਤ ਖਾਂ ਤੇ ਹੋਰ ਸੈਨਾਪਤੀਆਂ ਨੇ ਸਲਾਹ ਕਰਕੇ ਇੱਕ ਚਿੱਠੀ ਭੇਜੀ ਗੁਰੂ ਜੀ ਨੂੰ, ਜਿਸ ਵਿੱਚ ਲਿਖਿਆ ਸੀ ਕਿ ਆਪ ਜੀ ਕਿਲਾ ਖਾਲੀ ਕਰਕੇ ਚਲੇ ਜਾਓ ਜਾਂ ਸਮਝੌਤਾ ਕਰ ਲਓ। ਗੁਰੂ ਜੀ ਨੇ ਕਿਹਾ, ਜਿਵੇਂ ਅਕਾਲ ਪੁਰਖ ਦਾ ਹੁਕਮ ਹੈ ਤਿਵੇਂ ਹੀ ਹੋਵੇਗਾ। ਸਾਨੂੰ ਨਾ ਕੋਈ ਭੈ ਹੈ ਨਾ ਚਿੰਤਾ ਹੈ। ਅਖੀਰ ਜ਼ਾਲਮ ਨੇ ਘੇਰਾ ਪਾ ਰੱਖਿਆ। ਸਿੱਦਕੀ ਸਿੰਘ ਵੀ ਡਟੇ ਰਹੇ। ਸਤਿਗੁਰੂ ਜੀ ਦਾ ਸਿੱਖ ਭਾਈ ਕਨ੍ਹਈਆ ਜੀ ਪਾਣੀ ਪਿਲਾਉਣ ਦੀ ਸੇਵਾ ਕਰਦਾ ਹੁੰਦਾ ਸੀ। ਉਸ ਕੋਲ ਇੱਕ ਮਸ਼ਕ ਸੀ। ਭਾਈ ਕਨ੍ਹਈਆ ਜੀ ਦੀ ਬਿਰਤੀ ਸੇਵਾ ਤੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਬ੍ਰਹਮ ਵਿੱਚ ਲੀਨ ਹੋ ਚੁੱਕੀ ਸੀ। ਗੁਰੀਲਾ ਲੜਾਈ ਹੋਈ। ਦੁਸ਼ਮਣ ਬਹੁਤ ਗਿਣਤੀ ਵਿੱਚ ਸੀ। ਲੜਾਈ ਅੱਧੀ ਰਾਤ ਤੋਂ ਸ਼ੁਰੂ ਹੋਈ। ਅਗਲਾ ਪੂਰਾ ਦਿਨ ਲੜਾਈ ਹੁੰਦੀ ਰਹੀ। ਦਿਨੇ ਲੜਾਈ ਵਿੱਚ ਭਾਈ ਕਨ੍ਹਈਆ ਜੀ ਜਾ ਵੜੇ। ਉਹ ਜ਼ਖਮੀਆਂ ਨੂੰ ਜਲਦੀ ਸੇਵਾ ਕਰਦੇ ਸੀ। ਉਸ ਨੂੰ ਨਾ ਤਲਵਾਰ ਦਾ ਡਰ ਸੀ ਨਾ ਗੋਲੀ ਦਾ। ਸ਼ਾਇਦ ਉਹ ਦੁਸ਼ਮਣ ਨੂੰ ਦਿਖਾਈ ਨਹੀਂ ਸੀ ਦਿੰਦੇ। ਉਹ ਤੁਰਕਾਂ ਨੂੰ ਵੀ ਤੇ ਸਿੰਘਾਂ ਨੂੰ ਵੀ ਜਲ ਛਕਾਈ ਜਾਂਦੇ ਸੀ ਜੋ ਜ਼ਖਮੀ ਹੋਏ ਸਨ। ਕਈ ਤੁਰਕ ਪਾਣੀ ਪੀ ਕੇ ਦੁਬਾਰਾ ਲੜਨ ਵਾਸਤੇ ਖੜੇ ਹੋ ਜਾਂਦੇ। ਸਿੰਘਾਂ ਨੇ ਐਸਾ ਦੇਖ ਕੇ ਗੁਰੂ ਜੀ ਪਾਸ ਕਨ੍ਹਈਆ ਜੀ ਦੀ ਸ਼ਿਕਾਇਤ ਕੀਤੀ।
ਕਿ ਦੁਸ਼ਮਣ ਨੂੰ ਪਾਣੀ ਪਿਲਾਉਂਦੇ ਹਨ। ਭਾਈ ਸਾਹਿਬ ਜੀ ਨੂੰ ਸਤਿਗੁਰੂ ਜੀ ਨੇ ਆਪਣੇ ਕੋਲ ਬੁਲਾਇਆ, ਪੁੱਛਿਆ ਪਾਣੀ ਦੁਸ਼ਮਣ ਨੂੰ ਕਿਉਂ ਪਿਲਾਉਂਦਾ ਏ? ਭਾਈ ਕਨ੍ਹਈਆ ਜੀ ਦਾ ਉੱਤਰ ਸੀ, ਪਾਣੀ ਅਕਾਲ ਪੁਰਖ ਦੀ ਦਾਤ ਸਭ ਵਾਸਤੇ ਹੈ। ਮੈਨੂੰ ਤਾਂ ਤੁਰਕ ਕੋਈ ਦਿਸਦਾ ਹੀ ਨਹੀਂ, ਜਿੱਧਰ ਦੇਖਦਾ ਹਾਂ ਸਤਿਗੁਰੂ ਜੀ ਦਾ ਹੀ ਰੂਪ ਨਜ਼ਰ ਆਉਂਦਾ ਹੈ। ਮੇਰੇ ਨੇਤਰਾਂ ਦੇ ਅੰਦਰ ਤੇ ਬਾਹਰ ਕਲਗੀਆਂ ਵਾਲਾ ਵਸਦਾ ਹੈ। ਸਤਿਗੁਰੂ ਜੀ ਨੇ ਮੱਲਮ ਦੀ ਡੱਬੀ ਤੇ ਪੱਟੀ ਵੀ ਦੇ ਦਿੱਤੀ, ਜਿਨ੍ਹਾਂ ਜ਼ਖਮੀਆਂ ਨੂੰ ਪਾਣੀ ਪਿਲਾਵੇਂ ਨਾਲ ਮੱਲਮ ਵੀ ਲਾ ਦਿਆ ਕਰ ਤੇ ਪੱਟੀ ਵੀ ਕਰ ਦਿਆ ਕਰ। ਸੇਵਾ ਕਰਨਾ ਇਨਸਾਨ ਦਾ ਪਰਮ ਧਰਮ ਹੈ। ਈਰਖਾ ਦਵੈਸ਼ ਤੋਂ ਰਹਿਤ ਸੇਵਾ ਗੁਰੂ ਜੀ ਨੂੰ ਪ੍ਰਵਾਨ ਹੈ। ਸਗਨ ਸੰਗ ਹਮਕੋ ਬਨਿਆਈ, ਵਿਸਰ ਗਈ ਸਭ ਤਾਤ ਪਰਾਈ। ਸਤਿਗੁਰੂ ਜੀ ਦਾ ਤੀਰ ਘੇਰਾ ਪਏ ਨੂੰ 2.5 ਮਹੀਨੇ ਹੋ ਗਏ ਸਨ। ਲੜਾਈਆਂ ਲੜ ਲੜ ਕੇ ਤੁਰਕ ਥੱਕ ਗਏ। ਇੱਕ ਦਿਨ ਇੱਕ ਦਰਖਤ ਹੇਠ ਜ਼ਬਰਦਸਤ ਖਾਂ, ਵਜ਼ੀਰ ਖਾਂ ਬੈਠੇ ਹੋਏ ਸ਼ਤਰੰਜ ਖੇਡ ਰਹੇ ਸੀ। ਦੋਹਾਂ ਦੇ ਲਾਗੇ ਹੋਰ ਜਰਨੈਲ ਵੀ ਬੈਠੇ ਸਨ। ਉਸ ਸਮੇਂ ਸਤਿਗੁਰੂ ਜੀ ਨੇ ਕਿਲੇ ਪਰ ਚੜ੍ਹ ਕੇ ਦੂਰਬੀਨ ਨਾਲ ਦੇਖ ਕੇ ਮੁਗਲ ਸ਼ਤਰੰਜ ਖੇਡ ਰਹੇ ਹਨ। ਸਾਹਿਬਾਂ ਨੇ ਇੱਕ ਤੀਰ ਛੱਡਿਆ, 2.5 ਕੋਹ ਦੇ ਫਾਸਲੇ ਤੇ ਮੁਗਲਾਂ ਦੇ ਮੰਜੇ ਦੇ ਪਾਵੇ ਵਿੱਚ ਜਾ ਕੇ ਠੱਕ ਦੇ ਕੇ ਵੱਜਾ। ਸਾਰੇ ਹੈਰਾਨ ਹੋ ਗਏ। ਹੇਠਾਂ ਉੱਪਰ 4 ਚਫੇਰੇ ਦੇਖਣ ਲੱਗੇ, ਪਰ ਨੇੜੇ ਕੋਈ ਨਹੀਂ ਸੀ। ਵਜ਼ੀਰ ਖਾਂ ਨੇ ਤੀਰ ਪਾਵੇ ਵਿੱਚੋਂ ਪੁੱਟਿਆ ਤੇ ਦੇਖਣ ਲੱਗੇ, ਲਾਗੇ ਖਲੋਤੇ ਜਮੇਰ ਚੰਦ ਨੇ ਤੀਰ ਪਛਾਣ ਲਿਆ ਕਿ ਸੋਨੇ ਦੀ ਮੁਖੀ ਵਾਲਾ ਤੀਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਇਆ ਹੈ। ਪਰ ਹੈਰਾਨੀ ਦੀ ਗੱਲ ਹੈ, ਉਹਨਾਂ ਤੀਰ ਮਾਰਿਆ ਕਿੱਥੋਂ ਖਲੋ ਕੇ? ਮੰਡੀ ਦਾ ਰਾਜਾ ਬੋਲਿਆ, ਉਹ ਬਹੁਤ ਬਲੀ ਹਨ, ਉਹਨਾਂ ਨੇ 2.5 ਕੋਹ ਕਿਲੇ ਤੋਂ ਮਾਰਿਆ ਹੈ। ਉਸ ਨਾਲ ਇੱਕ ਚਿੱਠੀ ਸੀ ਲਿਖੀ ਹੋਈ ਫਾਰਸੀ ਦੇ ਸ਼ੇਰਾਂ ਵਿੱਚ। ਉਸ ਚਿੱਠੀ ਵਿੱਚ ਲਿਖਿਆ ਸੀ ਕਿ ਅਸੀਂ ਕਰਾਮਾਤੀ ਨਹੀਂ ਤੇ ਨਾ ਹੀ ਕਰਾਮਾਤ ਵਰਤਣਾ ਚਾਹੁੰਦੇ ਹਾਂ। ਵਜ਼ੀਰ ਖਾਂ ਤੇ ਜ਼ਬਰਦਸਤ ਖਾਂ ਨੂੰ ਮਾਰਨ ਵਾਸਤੇ ਤੀਰ ਛੱਡਿਆ ਨਹੀਂ। ਇਹ ਤੁਹਾਨੂੰ ਐਵੇਂ ਭਰਮ ਪੈ ਗਿਆ ਹੈ ਕਿ ਸਾਨੂੰ ਮਾਰਨ ਵਾਸਤੇ ਤੀਰ ਛੱਡਿਆ ਹੈ। ਇਹ ਤੀਰ ਜੋ ਛੱਡਿਆ ਹੈ ਕਸਰਤ ਤੇ ਹੁਨਰ ਦੇ ਕਮਾਲ ਹਨ। ਅਜਮੇਰ ਚੰਦ ਰਾਜਾ ਤੇ ਵਜ਼ੀਰ ਖਾਂ ਨੇ ਸਲਾਹ ਕੀਤੀ ਕਿ ਗੁਰੂ ਜੀ ਨੂੰ ਸਾਤੋਂ ਜਿੱਤਿਆ ਨਹੀਂ ਜਾਣਾ। ਪੰਡਤ ਤੇ ਮੁੱਲਾਂ ਨੂੰ ਗੁਰੂ ਜੀ ਦੇ ਦਰਬਾਰ ਵਿੱਚ ਭੇਜਿਆ ਜਾਵੇ, ਉਹ ਸੁਗੰਧਾਂ ਚੁੱਕਣ ਕਿ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ। ਕਿਲਾ ਵਿਹਲਾ ਕਰ ਜਾਵੋ ਤੇ ਤੁਸੀਂ ਬਾਹਰ ਚਲੇ ਜਾਵੋ, ਪਰ ਜਦੋਂ ਗੁਰੂ ਜੀ ਕਿਲੇ ਤੋਂ ਬਾਹਰ ਨਿਕਲੇ ਤਾਂ ਹੱਲਾ ਬੋਲ ਦੇਾਂਗੇ। ਬਸ ਫਿਰ ਖੁੱਲੇ ਮੈਦਾਨ ਵਿੱਚ ਸਾਰੇ ਸਿੰਘਾਂ ਨੂੰ ਗੁਰੂ ਸਮੇਤ ਘੇਰਾ ਪਾ ਲਵਾਂਗੇ। ਜ਼ਬਰਦਸਤ ਖਾਂ ਨੇ ਇਹ ਸਲਾਹ ਬਹੁਤ ਅੱਛੀ ਦੇਖੀ। ਹੁਣ ਕਿਲਾ ਲੋਹਗੜ੍ਹ ਤੇ ਆਨੰਦਗੜ੍ਹ ਦੋਵੇਂ ਕਿਲੇ ਕੋਲ ਰਹਿ ਗਏ। ਬਾਕੀ ਦੇ ਸਾਰੇ ਕਿਲੇ ਤੇ ਅਸਥਾਨ ਖੁੱਸ ਗਏ, ਪਰ ਗੁਰੂ ਜੀ ਅਕਾਲ ਪੁਰਖ ਦੇ ਸ਼ੁਕਰਾਨੇ ਤੇ ਹੁਕਮ ਵਿੱਚ ਹਨ। ਬਾਹਰੋਂ ਸਹਾਇਤਾ ਮਦਦ ਆਉਣੀ ਬੰਦ ਹੋ ਗਈ। ਚਾਰਾ ਮੁੱਕ ਗਿਆ, ਅੰਨ ਦੇ ਜ਼ਖੀਰੇ ਮੁੱਕ ਗਏ ਤੇ ਲੰਗਰ ਮਸਤ ਰਹਿਣ ਲੱਗੇ। ਚੰਗੇ ਚੰਗੇ ਘੋੜੇ, ਗਊਆਂ, ਪਸ਼ੂ ਆਦਿ ਚਾਰੇ ਦੇ ਘਾਟੇ ਨਾਲ ਪਰਲੋਕ ਗਮਨ ਕਰ ਗਏ। ਪ੍ਰਸਾਦੀ ਹਾਥੀ ਤੇ 2 ਹੋਰ ਹਾਥੀ ਭੁੱਖ ਦੀ ਮਾਰ ਵਿਛੋੜਾ ਦੇ ਗਏ। ਸਿੱਧਕੀ ਸਿੱਖਾਂ ਦੇ ਪਰਿਵਾਰ ਸਭ ਦੁੱਖ ਦਾ ਸ਼ਿਕਾਰ ਹੋ ਗਏ। ਕਈ ਕਵੀ ਤੇ ਵਿਦਵਾਨ ਆਗਿਆ ਲੈ ਕੇ ਭੇਸ ਬਦਲ ਕੇ ਤੁਰ ਗਏ। ਮਾਸੂਮ ਬੱਚਿਆਂ ਨੇ ਸ਼ਹੀਦੀਆਂ ਪਾਈਆਂ। ਕਿਲੇ ਵਿੱਚ ਹਰ ਪਾਸੇ ਮੌਤ ਨੱਚਣ ਲੱਗੀ। ਦਾਤਾਰ ਜੀ ਅਡੋਲ ਰਹੇ, ਬਿਲਕੁਲ ਘਬਰਾਏ ਨਹੀਂ।
ਭਾਈ ਮਹਾ ਸਿੰਘ ਸਮੇਤ 40 ਸਿੰਘ ਲਿਖ ਕੇ ਬੇਦਾਵਾ ਦੇ ਕੇ ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ, ਇਹ ਕਹਿ ਕੇ ਮਾਝੇ ਨੂੰ ਤੁਰ ਗਏ। ਰਾਤ ਦੇ ਹਨੇਰੇ ਵਿੱਚ ਅਲੋਪ ਹੋ ਕੇ ਵੈਰੀ ਕੋਲੋਂ ਬਚਦੇ ਹੋਏ ਦਰਿਆ ਨੂੰ ਪਾਰ ਕਰ ਗਏ। ਭੁੱਖ ਮੌਤ ਨਾਲੋਂ ਵੀ ਅੱਗੇ ਹੈ ਫਰੀਦਾ, ਮੌਤੋਂ ਭੁੱਖ ਬੁਰੀ। ਜ਼ਬਰਦਸਤ ਖਾਂ ਤੇ ਵਜ਼ੀਰ ਖਾਂ ਨੇ ਰਾਜੇ ਅਜਮੇਰ ਚੰਦ ਨੂੰ ਸੱਦਿਆ। ਸਾਰੇ ਰਲ ਕੇ ਸਲਾਹ ਕੀਤੀ ਕਿ ਹੁਣ ਘੇਰਾ ਪਾ ਰੱਖਣ ਦਾ ਕੋਈ ਫਾਇਦਾ ਨਹੀਂ। ਪਹਾੜੀ ਰਾਜੇ ਵੀ ਲੜਾਈ ਤਾਂ ਲੜ ਨਹੀਂ ਸੀ ਸਕਦੇ, ਪਰ ਉਹ ਧੋਖੇ ਤੋਂ ਕੰਮ ਲਿਆ ਕਰਦੇ ਸਨ। ਅਜਮੇਰ ਚੰਦ ਨੇ ਬਿਉਂਤ ਬਣਾਈ, ਮੌਲਵੀ ਤੇ ਪੰਡਤ ਨੂੰ ਗਊ ਤੇ ਕੁਰਾਨ ਸ਼ਰੀਫ ਲੈ ਕੇ ਗੁਰੂ ਜੀ ਕੋਲ ਭੇਜਿਆ ਜਾਵੇ। ਇਹ ਕਸਮਾਂ ਚੁੱਕਣ ਤੇ ਕਿਲਾ ਵਿਹਲਾ ਕਰ ਜਾਓ, ਤੁਹਾਨੂੰ ਕੁਝ ਨਹੀਂ ਕਹਾਂਗੇ। ਪਰ ਜਦੋਂ ਭਰੋਸਾ ਕਰਕੇ ਕਲੰਗੀਆਂ ਵਾਲਾ ਗੁਰੂ ਤੇ ਸਿੱਖ ਕਿਲੇ ਨੂੰ ਛੱਡ ਕੇ ਬਾਹਰ ਆਉਣ ਤਾਂ ਝੱਟ ਉਹਨਾਂ ਤੇ ਹਮਲਾ ਕਰ ਦਿੱਤਾ ਜਾਵੇਗਾ। ਅਜਮੇਰ ਚੰਦ ਨੇ ਆਖਿਆ, ਤੁਸੀਂ ਲਿਆਓ ਕੋਈ ਮੌਲਵੀ ਮੇਰੇ ਪਾਸ। ਪੰਡਤ ਪਰਮਾਨੰਦ ਨੇ ਸਲਾਹ ਕਰਕੇ ਸੈਯਦ ਤੇ ਕਰਮ ਅਲੀ ਨੂੰ ਤੋਰਿਆ। ਮੋਰਚੇ ਦੀ ਪਹਿਲੀ ਲਾਈਨ ਤੇ ਪੁੱਜ ਕੇ ਉਹਨਾਂ ਨੇ ਸਿੱਖਾਂ ਕੋਲੋਂ ਆਗਿਆ ਮੰਗੀ ਕਿ ਉਹਨਾਂ ਨੂੰ ਸਤਿਗੁਰੂ ਜੀ ਤੱਕ ਮਿਲਣ ਦਿੱਤਾ ਜਾਵੇ, ਕਿਉਂਕਿ ਉਹ ਸਮਝੌਤਾ ਕਰਾਉਣ ਆਏ ਹਨ। ਗਊ ਤੇ ਕੁਰਾਨ ਲਈ ਜਾ ਰਹੇ ਸੀ। ਸਿੰਘਾਂ ਨੇ ਉਹਨਾਂ ਨੂੰ ਅੱਗੇ ਜਾਣ ਦਿੱਤਾ। ਸਾਰਿਆਂ ਮੋਰਚਿਆਂ ਨੂੰ ਪਾਰ ਕਰਕੇ ਚਾਰੇ ਹੀ ਬੰਦੇ ਦਰਵਾਜ਼ੇ ਕੋਲ ਆ ਗਏ। ਪੂਰੀ ਜਾਂਚ ਪੜਤਾਲ ਕਰਨ ਪਿੱਛੋਂ ਕਿਲੇ ਦਾ ਬੂਹਾ ਖੋਲ੍ਹਿਆ ਤੇ ਇੱਕ ਵੱਖਰੇ ਸਥਾਨ ਉੱਤੇ ਗੁਰੂ ਜੀ ਨਾਲ ਉਹਨਾਂ ਦੀ ਮੁਲਾਕਾਤ ਹੋਈ। ਮੁਲਾਕਾਤ ਵਿੱਚ ਉਹਨਾਂ ਨੇ ਕਿਹਾ, ਪੀਰ ਜੀ, ਅਸੀਂ ਰਾਜਾ ਅਜਮੇਰ ਚੰਦ, ਰਾਜਾ ਗੋਪਾਲ ਦਾਸ, ਘਮੰਡ ਚੰਦ, ਵਜ਼ੀਰ ਖਾਂ, ਜ਼ਬਰਦਸਤ ਖਾਂ, ਦਿਲਾਵਰ ਖਾਂ ਆਦਿਕ ਵੱਲੋਂ ਆਏ ਹਾਂ। ਆਪ ਜੀ ਕਿਲਾ ਖਾਲੀ ਕਰ ਜਾਵੋ। ਅਸੀਂ ਤੇ ਤੁਰਕਾਂ ਦੀਆਂ ਫੌਜਾਂ ਤੁਹਾਨੂੰ ਕੁਝ ਨਹੀਂ ਕਹਿਣਗੀਆਂ। ਅਸੀਂ ਕੁਰਾਨ ਤੇ ਗਊ ਦੀ ਕਸਮ ਖਾਂਦੇ ਹਾਂ। ਆਟੇ ਦੀ ਗਊ, ਕੁਰਾਨ ਸ਼ਰੀਫ ਲੈ ਕੇ ਆਏ ਹਾਂ। ਉਧਰ ਗੁਰੂ ਕੀ ਮਹਿਲ ਅਤੇ ਵੱਡੀ ਮਾਤਾ ਗੁਜਰੀ ਜੀ ਪਹਿਲਾਂ ਹੀ ਚਾਹੁੰਦੇ ਸਨ ਕਿ ਕਿਸੇ ਨਾ ਕਿਸੇ ਬਹਾਨੇ ਅਨੰਦਪੁਰ ਸਾਹਿਬ ਨੂੰ ਛੱਡਿਆ ਜਾਵੇ, ਕਿਉਂਕਿ ਘੇਰਾ ਪਏ ਨੂੰ 8 ਮਹੀਨੇ ਹੋ ਗਏ ਸਨ। ਹਾਥੀ, ਘੋੜੇ, ਮੱਝਾਂ, ਗਊਆਂ ਭੁੱਖ ਦੇ ਕਾਰਨ ਸਭ ਵਿਛੋੜਾ ਦੇ ਗਏ ਸਨ। ਇਹ ਸੁਣ ਕੇ ਮਾਤਾ ਜੀ ਨੇ ਏਲਚੀਆਂ ਨੂੰ ਕਿਹਾ, ਤੁਸੀਂ ਜਾਓ, ਅਸੀਂ ਤੁਹਾਡੇ ਤੇ ਭਰੋਸਾ ਕਰਾਂਗੇ। ਅੱਜ ਰਾਤ ਜਾਂ ਕੱਲ ਰਾਤ ਨੂੰ ਕਿਲਾ ਖਾਲੀ ਕਰਕੇ ਚਲੇ ਜਾਵਾਂਗੇ। ਏਲਚੀ ਜਦੋਂ ਵਾਪਸ ਗਏ, ਉਹਨਾਂ ਨੇ ਕਿਹਾ, ਗੁਰੂ ਜੀ ਮੰਨ ਗਏ ਹਨ। ਤੁਰਕਾਂ ਦੀ ਫੌਜ ਤਾਂ ਪਹਿਲਾਂ ਹੀ ਧੋਖੇ ਨਾਲ ਵਾਰ ਕਰਨ ਨੂੰ ਤਿਆਰ ਸੀ। ਸਤਿਗੁਰੂ ਜੀ ਨੂੰ ਵੀ ਪਤਾ ਸੀ ਕਿ ਤੁਰਕ ਬੇਈਮਾਨ ਹਨ। ਸਾਹਿਬਾਂ ਨੇ ਨਵਾਂ ਕੌਂਤਕ ਰਚਿਆ। 20 ਖੱਚਰਾਂ ਉੱਤੇ ਛੱਟਾਂ ਲੱਦੀਆਂ। ਉਹਨਾਂ ਛੱਟਾਂ ਵਿੱਚ ਟੁੱਟੀਆਂ ਹੋਈਆਂ ਜੁੱਤੀਆਂ, ਲਿੱਦ, ਗੋਹੇ, ਪਾਟੇ, ਲੀੜੇ ਆਦਿਕ ਭਰੇ ਸਨ। ਥੋੜੇ ਜਿਹੇ ਸਿੰਘ ਨਾਲ ਵੀ ਦਿੱਤੇ। ਰਾਤ ਦੇ 10 ਵਜੇ ਸਾਹਿਬਾਂ ਨੇ ਕਿਲੇ ਦਾ ਦਰਵਾਜ਼ਾ ਖੋਲ੍ਹ ਕੇ ਖੱਚਰਾਂ ਨੂੰ ਬਾਹਰ ਕੱਢ ਦਿੱਤਾ। ਜਦੋਂ ਖੱਚਰਾਂ ਆਨੰਦਪੁਰ ਸਾਹਿਬ ਤੋਂ ਅੱਧਾ ਕੁ ਮੀਲ ਦੂਰ ਗਈਆਂ, ਤੁਰਕਾਂ ਨੇ ਹੱਲਾ ਬੋਲ ਦਿੱਤਾ ਕਿ ਗੁਰੂ ਕਾ ਖਜ਼ਾਨਾ ਲੁੱਟੀਏ। ਸਿੰਘ ਫੁਰਤੀ ਸਾਥ ਵਾਪਸ ਪਿੱਛੇ ਨੂੰ ਦੌੜ ਆਏ। ਜਦੋਂ ਸਿਪਾਹੀ ਖੱਚਰਾਂ ਜ਼ਬਰਦਸਤ ਖਾਂ ਤੇ ਵਜ਼ੀਰ ਖਾਂ ਕੋਲ ਲਿਆ ਕੇ ਵੇਖਣ ਲੱਗੇ, ਬੜੇ ਸ਼ਰਮਿੰਦੇ ਹੋਏ। ਸਤਿਗੁਰੂ ਜੀ ਨੇ ਮਾਤਾ ਜੀ ਤੇ ਮਹਿਲਾ ਨੂੰ ਜਨਾ ਦਿੱਤਾ ਤੇ ਸਿੱਖਾਂ ਨੂੰ ਵੀ ਜਨਾਇਆ ਕਿ ਉਹ ਤੁਰਕ ਤੇ ਪਹਾੜੀ ਹਿੰਦੂ ਕਸਮਾਂ ਤੋੜ ਗਏ ਹਨ। ਇਹਨਾਂ ਦਾ ਇਤਬਾਰ ਨਹੀਂ ਕਰਨਾ ਚਾਹੀਦਾ।
ਆਪਾਂ ਨੇ ਵਾਹਿਗੁਰੂ ਜੀ ਦੇ ਹੁਕਮ ਵਿੱਚ ਰਹਿਣਾ ਹੈ। ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਸਤਿਗੁਰੂ ਜੀ ਨੇ ਜਦੋਂ ਅਨੰਦਪੁਰ ਸਾਹਿਬ ਛੱਡਿਆ, ਇੱਕ ਪੋਹ ਸਿਆਲ ਦੀ ਹਨੇਰੀ ਰਾਤ, ਦੂਜਾ ਇਲਾਕਾ ਪਹਾੜੀ, ਤੀਸਰਾ ਮੀਂਹ ਹਨੇਰੀ ਦਾ ਜ਼ੋਰ, ਚੌਥੀ ਦੁਸ਼ਮਣ ਅੱਗੇ ਇੱਕ ਤੇ ਪਿੱਛੇ। ਇਹਨਾਂ ਹਾਲਤਾਂ ਵਿੱਚ ਸਤਿਗੁਰੂ ਜੀ ਸਰਸਾ ਕਿਨਾਰੇ ਤੇ ਖਲੋਤੇ ਹੋਏ ਅਕਾਲ ਪੁਰਖ ਦੇ ਹੁਕਮ ਵਿੱਚ ਸਿੰਘਾਂ ਤੇ ਪਰਿਵਾਰ ਨੂੰ ਕਿਹਾ, ਸਰਸਾ ਪਾਰ ਕਰੋ। ਗੱਡੇ, ਪਾਲਕੀਆਂ, ਸੁੰਦਰ ਤੰਬੂ ਤੇ ਹੋਰ ਸਾਰਾ ਸਮਾਨ ਸਰਸਾ ਨੇ ਆਪਣੇ ਵਿੱਚ ਸਮੇਟ ਲਿਆ। ਜਿਵੇਂ ਕੱਚੇ ਘੜੇ ਨੂੰ ਵੇਖ ਕੇ ਸੋਹਣੀ ਨੇ ਝਨਾਹ ਵਿੱਚ ਤਾਰੀ ਲਾਈ ਸੀ। ਪਤਾ ਸੀ ਕਿ ਮਰ ਜਾਣਾ ਹੈ, ਪਰ ਸਾਰੀ ਪਿਆਰ ਦੀ ਖੇਡ ਸੀ। ਜਿਸ ਪਿਆਰੇ ਸਿਉਨੇ ਤਿਸ ਆਗੇ ਮਰ ਚੱਲੀਏ। ਜਿਵੇਂ ਸਤਿਗੁਰੂ ਜੀ ਦੇ ਸਿੱਖਾਂ ਤੇ ਪਰਿਵਾਰ ਉਹਨਾਂ ਦੇ ਹੁਕਮ ਤੋਂ ਬਲਿਹਾਰੇ ਜਾਂਦੇ ਸੀ। ਘੋੜਿਆਂ ਉੱਪਰ ਜੋ ਸੂਰਮੇ ਸਵਾਰ ਸਨ, ਉਹਨਾਂ ਨੇ ਘੋੜੇ ਪਾਣੀ ਵਿੱਚ ਠੇਲ ਦਿੱਤੇ। ਜੋ ਪੈਦਲ ਸਨ ਉਹ ਤਰਨ ਲੱਗੇ। ਜਿਨ੍ਹਾਂ ਨੂੰ ਤਰਨਾ ਨਹੀਂ ਸੀ ਆਉਂਦਾ, ਉਹਨਾਂ ਸਿੰਘਾਂ ਨੂੰ ਸਰਸਾ ਮਗਰਮੱਛ ਨੇ ਆਪਣੇ ਅੰਦਰ ਸਮੇਟ ਲਿਆ। ਸਤਿਗੁਰੂ ਜੀ ਇੱਕ ਪਾਸੇ ਸਨ ਤੇ ਵੱਡੇ ਸਾਹਿਬਜ਼ਾਦੇ, ਪੰਜੇ ਪਿਆਰੇ ਤੇ ਕੀਮਤੀ ਸਿੰਘ ਵੀ ਨਾਲ ਸਨ। ਸਤਿਗੁਰੂ ਜੀ ਦੇ ਪਰਿਵਾਰ ਨਾਲ ਭਾਈ ਮਨੀ ਸਿੰਘ ਜੀ ਤੇ ਹੋਰ ਸਿੰਘ ਸਨ। ਬਿਰਧ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਖੱਚਰਾਂ ਤੇ ਸਵਾਰ ਹੋ ਕੇ ਗੰਗੂ ਬ੍ਰਾਹਮਣ ਨਾਲ ਸੀ। ਇਹ ਇੱਕ ਤਰਫ ਚਲੇ ਗਏ। ਹਨੇਰੀ ਰਾਤ ਦੇ ਝੱਖੜ ਮੀਂਹ ਦੇ ਕਾਰਨ ਕਿਸੇ ਦਾ ਬੋਲ ਦੂਜੇ ਨੂੰ ਸੁਣਾਈ ਨਹੀਂ ਸੀ ਦਿੰਦਾ। ਕਿਸੇ ਨੂੰ ਕੋਈ ਪਤਾ ਨਹੀਂ ਸੀ ਕੌਣ ਕੋਈ ਕਿੱਥੇ ਕਿੱਥੇ ਹਨ। ਇਹ ਸਾਰੇ ਹੀ ਵਿਛੜ ਗਏ। ਸਰਸਾ ਨੂੰ ਪਾਰ ਕਰਕੇ ਉਂਗਲੀਆਂ ਤੇ ਗਿਣਵੇਂ ਹੀ ਸਿੰਘ ਰਹਿ ਗਏ। ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਇੱਕ ਪਾਸੇ ਹਨੇਰੇ ਵਿੱਚ ਤੁਰੇ ਭਾਈ ਮਨੀ ਸਿੰਘ ਜੀ ਦੇ ਨਾਲ। ਉਹ ਤਾਂ ਰੋਪੜੋਂ ਹੇਠਾਂ ਪਹਾੜਾਂ ਦੇ ਵਿੱਚ ਹੀ ਤੁਰਦੇ ਗਏ ਤੇ ਦਿੱਲੀ ਪਹੁੰਚ ਗਏ। ਇਹ ਘੋੜਿਆਂ ਤੇ ਸਵਾਰ ਸਨ। ਦੂਸਰੇ ਪਾਸੇ ਸਤਿਗੁਰੂ ਜੀ 2 ਸਾਹਿਬਜ਼ਾਦੇ, 5 ਪਿਆਰੇ, 40 ਸਿੰਘ ਨਿਰਭੈਤਾ ਨਾਲ ਰੋਪੜ ਵੱਲ ਵਧਦੇ ਗਏ। ਮਾਤਾ ਗੁਜਰੀ ਜੀ ਤੇ 2 ਛੋਟੇ ਲਾਲ ਗੰਗੂ ਬ੍ਰਾਹਮਣ ਨਾਲ ਪਿੰਡ ਸਹੇੜੀ ਨੂੰ ਆ ਗਏ, ਜੋ ਮਰੰਡੇ ਦੇ ਕੋਲ ਗੰਗੂ ਦਾ ਪਿੰਡ ਸੀ। ਉਸ ਸਮੇਂ ਪੱਤਾ ਵੈਰੀ ਸੀ। ਮੌਤ ਅਤੇ ਹਨੇਰਾ ਤਾਂ ਪੈਰ ਤੇ ਮਗਰਮੱਛ ਵਾਂਗੂ ਮੂੰਹ ਅੱਡੀ ਖਲੋਤਾ ਸੀ। ਮਹਾਰਾਜ ਦੇ ਦੋਵੇਂ ਮਹਿਲ ਮਰਦਾਵੇਂ ਭੇਸ ਕਰਕੇ ਮਨੀ ਸਿੰਘ ਤੇ ਜਵਾਹਰ ਸਿੰਘ ਨਾਲ ਦਿੱਲੀ ਆ ਗਏ। ਸਰਸਾ ਨਦੀ ਪਾਰ ਹੋਣ ਤੋਂ ਖਤਰਾ ਟਲਿਆ ਨਹੀਂ। ਸਰਹੰਦ ਤੇ ਸਰਸਾ ਤੱਕ ਕਾਲੀਆਂ ਘਟਾਂ ਦੀ ਤਰ੍ਹਾਂ ਟਿੱਡੀ ਦਲ ਦੁਸ਼ਮਣ ਬੈਠਾ ਸੀ। ਪੈਰ ਤੇ ਖਤਰਾ ਸੀ। ਉਹ ਸਮਾਂ ਬਹੁਤ ਖਤਰੇ ਵਾਲਾ ਸੀ। ਸਤਿਗੁਰੂ ਜੀ ਪਾਸ ਨਾ ਬਾਜ ਸੀ, ਨਾ ਪ੍ਰਸ਼ਾਦੀ ਹਾਥੀ, ਨਾ ਛਤਰ ਚੌਰ। ਇਹ ਗ੍ਰੰਥਾਂ ਸਮੇਤ ਸਰਸੇ ਨੇ ਸਮੇਟ ਲਏ ਸੀ। ਇੱਕ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਅੱਗੇ ਤੁਰਕ ਸੈਨਾ ਬਹੁਤ ਹੈ, ਹੁਣ ਕਿੱਧਰ ਨੂੰ ਮੁੜਿਆ ਜਾਵੇ, ਕੀ ਹੁਕਮ ਹੈ? ਗੁਰੂ ਜੀ ਨੇ ਕਿਹਾ, ਸਿੱਧੇ ਰੋਪੜ ਨੂੰ ਚੱਲੋ, ਉਸ ਤੋਂ ਅੱਗੇ ਮਾਲਵੇ ਨੂੰ ਜਾਣਾ ਹੋਵੇਗਾ। ਜੇ ਦੁਸ਼ਮਣ ਜ਼ਿਆਦਾ ਆਕੜਿਆ ਤਾਂ ਰਸਤੇ ਵਿੱਚ ਕੋਈ ਆਂਡ ਵਾਲੀ ਜਗ੍ਹਾ ਦੇਖ ਕੇ ਉਸ ਨਾਲ 2 ਹੱਥ ਕੀਤੇ ਜਾਣਗੇ। ਝੂਠ ਦਾ ਸੂਰਜ ਅਸਤ ਹੋ ਜਾਵੇਗਾ, ਸੱਚ ਚੰਦਰਮਾ ਬਣ ਕੇ ਚਮਕੇਗਾ। ਅਕਾਲ ਪੁਰਖ ਦੇ ਭਾਣੇ ਨੂੰ ਮੰਨੀ ਜਾਣਾ ਸਾਡਾ ਧਰਮ ਹੈ। ਰੋਪੜ ਦੇ ਕੋਲ ਭੱਠੇ ਸਾਹਿਬ ਤੇ
ਨੀਲੇ ਨੇ ਤਪਦੇ ਭੱਠੇ ਤੇ ਪੌੜ ਰੱਖ ਕੇ ਠੰਡਾ ਕੀਤਾ। ਇੱਥੇ ਵੀ ਸਿੰਘਾਂ ਦਾ ਵੈਰੀ ਦਲ ਨਾਲ ਟਾਕਰਾ ਹੋਇਆ। ਦੁਸ਼ਮਣ ਪਿੱਛੇ ਹਟਿਆ। ਸਤਿਗੁਰੂ ਜੀ 40 ਸਿੰਘ ਤੇ 2 ਲਾਲਾ ਸਮੇਤ ਬਾਹਮਣ ਮਾਜਰਾ ਬੂਰ ਮਾਜਰੇ ਨੂੰ ਹੁੰਦੇ ਹੋਏ ਚਮਕੌਰ ਸਾਹਿਬ ਪਹੁੰਚ ਗਏ। ਚਮਕੌਰ ਸਾਹਿਬ ਗੁਰੂ ਜੀ ਨੇ ਇੱਕ ਕੱਚੀ ਗੜੀ ਹਵੇਲੀ ਨੂੰ ਦੇਖਿਆ ਜੋ ਕਿਲੇ ਦਾ ਕੰਮ ਦੇ ਸਕਦੀ ਸੀ, ਜਿਸ ਵਿੱਚ ਬੈਠ ਕੇ ਬੈਰੀ ਨਾਲ 2 ਹੱਥ ਕੀਤੇ ਜਾ ਸਕਦੇ ਸਨ ਤੇ ਘੜੀ ਪਲ ਆਰਾਮ ਵੀ ਕੀਤਾ ਜਾ ਸਕਦਾ ਸੀ। 4 ਦਿਨ ਤੇ 4 ਰਾਤਾਂ ਹੋ ਗਏ ਸਨ, ਸਾਹਿਬ ਸੁੱਤੇ ਨਹੀਂ ਸਨ। ਚਮਕੌਰ ਸਾਹਿਬ ਜਿੱਥੇ ਦਮਦਮਾ ਸਾਹਿਬ ਹੈ, ਉੱਥੋਂ ਬੈਠੇ ਸਤਿਗੁਰੂ ਜੀ ਨੇ ਭਾਈ ਦਇਆ ਸਿੰਘ ਜੀ ਨੂੰ ਭੇਜਿਆ ਕਿ ਉਹ ਹਵੇਲੀ ਦੇ ਮਾਲਕ ਨੂੰ ਮਿਲ ਕੇ ਪੁੱਛੇ ਕਿ ਰਾਤ ਕੱਟ ਲੈਣ ਦੇਣ। ਹਵੇਲੀ ਦਾ ਮਾਲਕ ਤੁਰਕਾਂ ਕੋਲੋਂ ਬਹੁਤ ਡਰਦਾ ਸੀ। ਉਸਨੇ ਗੁਰੂ ਜੀ ਦਾ ਨਾਂ ਸੁਣ ਕੇ ਭਾਈ ਦਇਆ ਸਿੰਘ ਜੀ ਨੂੰ ਝੱਟ ਹੀ ਨਾ ਕਰ ਦਿੱਤੀ। ਉਸਨੇ ਕਿਹਾ, ਮੈਂ ਆਪਣਾ ਬਾਲ ਬੱਚਾ ਖਤਮ ਕਰਾਉਣਾ ਹੈ ਔਰੰਗਜ਼ੇਬ ਦੀ ਸਰਕਾਰ ਤੋਂ। ਉਸ ਹਵੇਲੀ ਦਾ ਇੱਕ ਰਿਸ਼ਤੇਦਾਰ ਭਾਈ ਗਰੀਬੂ ਸੀ, ਉਸ ਦਾ ਹਿੱਸੇਦਾਰ। ਉਸਨੇ ਕਿਹਾ, ਇਹ ਮੇਰਾ ਭਰਾ ਮੈਨੂੰ ਹਵੇਲੀ ਵਿੱਚ ਰਹਿਣ ਨਹੀਂ ਦਿੰਦਾ, ਇਸ ਕਰਕੇ ਤੁਸੀਂ ਸਾਰੇ ਸਿੰਘ ਮੇਰੇ ਕਹਿਣ ਤੇ ਹਵੇਲੀ ਤੇ ਕਬਜ਼ਾ ਕਰ ਲਓ। ਐਸਾ ਹੀ ਕੀਤਾ। ਸਿੰਘਾਂ ਨੇ ਚੌਧਰੀ ਨੂੰ ਬਾਹਰ ਕੱਢ ਦਿੱਤਾ, ਕੱਚੀ ਗੜੀ ਹਵੇਲੀ ਤੇ ਕਬਜ਼ਾ ਕਰ ਲਿਆ। ਸਤਿਗੁਰੂ ਜੀ ਨੇ ਗਰੀਬੂ ਨੂੰ ਵਰ ਦੇ ਕੇ ਨਿਹਾਲ ਕੀਤਾ। ਜਿਹੜਾ ਚੌਧਰੀ ਦਾ ਆਟਾ ਦਾਲ ਪਿਆ ਸੀ, ਉਸ ਦਾ ਸਿੰਘਾਂ ਨੇ ਲੰਗਰ ਤਿਆਰ ਕੀਤਾ। ਜਿਹੜਾ ਚੌਧਰੀ ਦਾ ਆਟਾ ਦਾਲ ਪਿਆ ਸੀ, ਉਸ ਦਾ ਸਿੰਘਾਂ ਨੇ ਲੰਗਰ ਤਿਆਰ ਕੀਤਾ ਤੇ ਕੱਚੀ ਗੜੀ ਤੇ ਚਾਰੇ ਪਾਸੇ ਮੋਰਚਾਬੰਦੀ ਕਰ ਲਈ। ਚਮਕੌਰ ਸਾਹਿਬ ਨੂੰ ਘੇਰਾ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਦੁਸ਼ਮਣ ਆਨੰਦਪੁਰ ਸਾਹਿਬ ਤੋਂ ਹੀ ਗੁਰੂ ਜੀ ਦੇ ਮਗਰ ਲੱਗਿਆ ਹੋਇਆ ਸੀ। ਦੁਸ਼ਮਣ ਦਾ ਚਮਕੌਰ ਸਾਹਿਬ ਆਉਣਾ ਏਦਾਂ ਸੀ ਜਿਵੇਂ ਦਰਿਆ ਵਿੱਚ ਹੜ੍ਹ ਆਉਂਦਾ ਹੈ। ਹਿੰਦੂ ਅਕਿਰਤਕਣ ਰਾਜੇ ਆਨੰਦਪੁਰ ਸਾਹਿਬ ਤੋਂ ਹੀ ਪਿੱਛੇ ਹਟ ਗਏ ਸੀ। ਨਾਰ ਖਾਂ, ਹੈਬਤੇ ਖਾਂ, ਇਸਮਾਇਲ ਖਾਂ, ਉਸਮਾਨ ਖਾਂ, ਸੁਲਤਾਨ ਖਾਂ, ਖਵਾਜਾ ਖਿਦਰ ਖਾਂ, ਵਜ਼ੀਰ ਖਾਂ, ਗੁਲੇਬਾਜ, ਗੁਲਬੇਗ ਖਾਂ, ਨਜੀਬ ਖਾਂ, ਮੀਆਂ ਖਾਂ, ਜ਼ਬਰਦਸਤ ਖਾਂ, ਵਜ਼ੀਰ ਖਾਂ ਦੀਆਂ 10 ਲੱਖ ਫੌਜਾਂ ਨੂੰ, ਚਮਕੌਰ ਦੀ ਕੱਚੀ ਗੜੀ ਨੂੰ 10 ਲੱਖ ਫੌਜਾਂ ਨੇ ਘੇਰਾ ਪਾ ਲਿਆ। ਪਰ ਇਧਰ ਵੀ ਗੁਰੂ ਜੀ ਦੇ 8-8 ਸਿੰਘ ਗੜੀ ਦੀਆਂ ਚੌਹਾਂ ਨੁਕਰਾਂ ਵਿੱਚ ਮੋਰਚਿਆਂ ਵਿੱਚ ਖੜੇ ਕਰ ਦਿੱਤੇ ਗਏ। ਗੁਰੂ ਸਾਹਿਬ ਦੇ ਸਿੱਦਕੀ ਮਰਜੀਬੜੇ ਜਿਨ੍ਹਾਂ ਨੇ ਮੌਤ ਦੇ ਰਜਿਸਟਰ ਤੇ ਸਾਈਨ ਕੀਤੇ ਹੋਏ ਸੀ, ਨਾ ਉਹਨਾਂ ਨੂੰ ਭੁੱਖ ਤੇ ਨਾ ਥਕੇਵਾਂ ਸੀ। ਉਹਨਾਂ ਦਾ ਸਹਾਰਾ ਕਲਗੀਆਂ ਵਾਲਾ ਗੁਰੂ, ਢਾਲ ਤੇ ਤਲਵਾਰ ਸੀ। ਗੁਰੂ ਜੀ ਦੇ ਤੀਰਾਂ ਵਿੱਚ ਇਹ ਕਰਾਮਾਤ ਸੀ। ਦੁਸ਼ਮਣ ਦਾ ਸੀਨਾ ਚੀਰ ਕੇ ਮੁੜ ਸਤਿਗੁਰੂ ਜੀ ਕੋਲ ਆ ਜਾਂਦੇ ਸਨ। ਦਿਨ ਚੜ੍ਹਦੇ ਸਾਰ ਹੀ ਦੁਸ਼ਮਣ ਨੇ ਹਮਲਾ ਕੀਤਾ। ਦੁਸ਼ਮਣ ਨੇ ਫੌਜ ਨੂੰ ਕਾਫਲਿਆਂ ਵਿੱਚ ਅੱਗੇ ਵਧਣ ਦਾ ਹੁਕਮ ਦਿੱਤਾ। ਜਦੋਂ ਪਹਿਲਾ ਕਾਫਲਾ ਤੁਰਕਾਂ ਦਾ ਅੱਗੇ ਵਧਿਆ, ਉਹਨਾਂ ਨੂੰ ਏਦਾਂ ਪ੍ਰਤੀਤ ਹੋਇਆ ਕਿ ਜਿਵੇਂ ਸੱਚਮੁੱਚ ਅਸੀਂ ਕਾਲ ਦੇ ਮੂੰਹ ਵਿੱਚ ਜਾ ਰਹੇ ਹਾਂ। ਹੁਣ ਵੀ ਮਰੇ ਤੇ ਘੜੀ ਵੀ ਮਰੇ। ਸਿੰਘਾਂ ਨੇ ਦੁਸ਼ਮਣ ਦਾ ਟਿੱਡੀ ਦਲ ਆਉਂਦਾ ਵੇਖਿਆ। ਗੁਰੂ ਜੀ ਤੇ 5 ਪਿਆਰੇ ਅਕਾਲ ਪੁਰਖ ਅੱਗੇ ਅਰਦਾਸ ਕਰ ਚੁੱਕੇ ਸਨ।
ਗੁਰੂ ਜੀ ਨੇ ਹੁਕਮ ਕੀਤਾ, ਇੱਕ ਇੱਕ ਸਿੰਘ ਸਵਾ ਲੱਖ ਨਾਲ ਲੜ ਕੇ ਦਿਖਾ ਦੇਵੋ। ਤੀਰਾਂ ਦੀ ਵਰਖਾ ਕਰੋ, ਤੁਸਾਂ ਦੇ ਤੀਰਾਂ ਵਿੱਚ ਬੇਅੰਤ ਬਲ ਹੋਵੇਗਾ। ਇੱਕ ਇੱਕ ਤੀਰ ਕਈਆਂ ਤੁਰਕਾਂ ਦੀਆਂ ਛਾਤੀਆਂ ਵਿੰਨਣਗੇ। ਬਸ ਫਿਰ ਕੀ ਸੀ, ਭਾਈ ਆਲਮ ਸਿੰਘ, ਭਾਈ ਮਾਨ ਸਿੰਘ, ਭਾਈ ਧਰਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਤੇ ਭਾਈ ਦਇਆ ਸਿੰਘ ਜੀ ਮੋਰਚਿਆਂ ਵਿੱਚ ਬੈਠ ਗਏ। ਤੀਰਾਂ ਦੇ ਬੰਡਲ ਕੋਲ ਰੱਖ ਲਏ। ਕਮਾਨਾਂ ਨੂੰ ਟਣਕਾ ਕੇ ਵੇਖਿਆ। ਜਿਉਂ ਹੀ ਵੈਰੀ ਤੁਰਕ ਮਾਰ ਹੇਠ ਆਏ, ਸਿੰਘਾਂ ਨੇ ਮੀਂਹ ਵਾਛੜ ਵਾਂਗ ਤੀਰਾਂ ਦੀ ਵਰਖਾ ਕੀਤੀ। ਐਸੀ ਵਰਖਾ ਜਿਹੜੀ ਦੁਸ਼ਮਣ ਝੱਲ ਨਾ ਸਕਿਆ। ਪਲਾਂ ਵਿੱਚ ਲੋਥ ਸੇ ਲੋਥ ਚੜ ਗਈ। ਧਰਤੀ ਲਾਲ ਸੂਹੀ ਹੋ ਗਈ। ਦੁਸ਼ਮਣ ਦੇ ਤੀਰ ਤੇ ਗੋਲੀਆਂ ਕੰਮ ਨਹੀਂ ਸੀ ਕਰਦੀਆਂ, ਕਿਉਂਕਿ ਸਿੰਘ ਸੂਰਮੇ ਉੱਚੀ ਜਗ੍ਹਾ, ਕੰਧਾਂ ਦੀ ਆੜ ਤੇ ਮੋਰਚਿਆਂ ਵਿੱਚੋਂ ਵਾਰ ਕਰਦੇ ਸਨ। ਗੁਰੂ ਜੀ ਦੀ ਫੌਜ ਬਹੁਤ ਸੁਰੱਖਿਅਤ ਥਾਂ ਤੇ ਬੈਠੀ ਸੀ। ਗੁਰੂ ਜੀ ਨੇ ਫੈਸਲਾ ਕੀਤਾ ਕਿ ਅੰਤਮ ਯੁੱਧ ਲੜਾਈ ਇੱਥੇ ਹੀ ਲੜੀ ਜਾਵੇਗੀ। ਤੁਰਕ ਦਲਾਂ ਦੇ ਦਲ ਭੇਜੀ ਗਏ ਤੇ ਸਿੰਘ ਉਹਨਾਂ ਤੁਰਕਾਂ ਤੇ ਦਲਾਂ ਦੀਆਂ ਲੋਥਾਂ ਵਿਛਾਉਂਦੇ ਗਏ। ਆਖਰ ਨੌਬਤ ਇਹ ਪਹੁੰਚੀ ਕਿ ਸਿੰਘਾਂ ਕੋਲ ਤੀਰਾਂ ਦੇ ਬੰਡਲ ਮੁੱਕ ਗਏ। ਗੁਰੂ ਜੀ ਨੇ ਸਿੰਘਾਂ ਨੂੰ ਕਿਹਾ, ਹੁਣ ਤਲਵਾਰਾਂ ਨਾਲ ਲੜਾਈ ਹੇਠਾਂ ਜਿੱਥੇ ਕਤਲਗੜ੍ਹ ਸਾਹਿਬ ਹੈ ਉੱਥੇ ਹੋਵੇਗੀ। ਗੁਰੂ ਜੀ ਤੋਂ ਆਗਿਆ ਲੈ ਕੇ ਪਹਿਲਾਂ 5 ਸਿੰਘਾਂ ਦਾ ਜਥਾ ਸਮੇਤ ਬਾਬਾ ਅਜੀਤ ਸਿੰਘ ਜੀ ਦੀ ਕਮਾਂਡ ਹੇਠ ਨਿਕਲਿਆ ਹਵੇਲੀ ਵਿੱਚੋਂ, ਜਿਸ ਨੂੰ ਅੱਜ ਕੱਲ ਕੱਚੀ ਗੜੀ ਕਹਿੰਦੇ ਹਨ। ਅੱਗੇ ਦੁਸ਼ਮਣਾਂ ਦਾ ਦਲ ਭਾਰੀ ਸੀ। ਜਥਾ ਜਾ ਕੇ ਤਲਵਾਰਾਂ ਨਾਲ ਯੁੱਧ ਕਰਨ ਲੱਗਾ। ਉੱਪਰੋਂ ਗੁਰੂ ਜੀ ਵੀਰ ਆਸਣ ਹੋ ਕੇ ਤੀਰ ਛੱਡੀ ਜਾਂਦੇ ਸਨ। ਸਤਿਗੁਰੂ ਜੀ ਦਾ ਤੀਰ ਜਿੱਥੇ ਵੱਜਦਾ, ਮੌਤ ਦਾ ਸੁਨੇਹਾ ਲੈ ਕੇ ਆਉਂਦਾ। ਪੂਰਾ 2 ਘੰਟੇ ਜੰਮ ਕੇ ਯੁੱਧ ਹੋਇਆ। ਸ਼ਸਤਰ ਸੂਰਮਿਆਂ ਦੇ ਏਦਾਂ ਚੱਲੇ ਜਿਵੇਂ ਮਾਰੂ ਰਾਗ ਚੱਲਦਾ ਹੋਵੇ। ਸੈਂਕੜੇ ਤੁਰਕਾਂ ਦੇ ਸਿਰ ਧਰਤੀ ਤੇ ਤਰਬੂਜਾਂ ਦੀ ਤਰ੍ਹਾਂ ਰੁੜਦੇ ਫਿਰਦੇ ਸਨ। ਧਰਤੀ ਸੂਹੀ ਲਾਲ ਹੋ ਗਈ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਸੈਂਕੜੇ ਮੁਗਲ ਝਟਕਾਏ ਤੇ ਸਾਹਿਬਜ਼ਾਦਾ ਜੀ ਦੇ ਵੀ ਅਨੇਕਾਂ ਵਾਰ ਤਲਵਾਰਾਂ ਦੇ ਲੱਗੇ ਤੇ ਫੱਟੜ ਹੋ ਕੇ ਧਰਤੀ ਤੇ ਡਿਗੇ ਤੇ ਆਤਮਾ ਸੱਚਖੰਡ ਵੱਲ ਉਡਾਰੀ ਮਾਰ ਗਈ। ਬਾਕੀ ਦੇ ਸਿੰਘ ਵੀ ਸ਼ਹੀਦੀਆਂ ਪ੍ਰਾਪਤ ਕਰ ਗਏ। ਗੜੀ ਦੇ ਮੋਰਚੇ ਤੋਂ ਸਤਿਗੁਰੂ ਜੀ ਨੇ ਦੇਖ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਿ ਅਕਾਲ ਪੁਰਖ ਨੇ ਆਪਣੀ ਅਮਾਨਤ ਆਪ ਹੀ ਛੇਤੀ ਵਾਪਸ ਲੈ ਲਈ ਹੈ। ਛੋਟੇ ਵੀਰ ਜੁਝਾਰ ਸਿੰਘ ਨੇ ਬੇਨਤੀ ਕੀਤੀ, ਪਿਤਾ ਜੀ ਮੈਨੂੰ ਵੀ ਸਿੰਘਾਂ ਦਾ ਜਥਾ ਦੇ ਕੇ ਮੈਦਾਨੇ ਜੰਗ ਵੱਲ ਭੇਜੋ। ਮੈਂ ਵੀ ਦੁਸ਼ਮਣ ਨੂੰ ਲੋਹੇ ਦੇ ਚਣੇ ਚਵਾਵਾਂ। 6 ਸਿੰਘਾਂ ਦਾ ਜਥਾ ਦੇ ਕੇ ਸਤਿਗੁਰੂ ਜੀ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਭੇਜਿਆ। ਉਧਰੋਂ ਵੈਰੀ ਦਲ ਵੀ ਹਨੇਰੀ ਦੀ ਤਰ੍ਹਾਂ ਆ ਰਿਹਾ ਸੀ। ਇਸ ਪਵਿੱਤਰ ਦੂਜੇ ਜਥੇ ਨੇ ਖੂਬ ਜੰਮ ਕੇ 1 ਘੰਟਾ ਯੁੱਧ ਕੀਤਾ। ਖੂਬ ਲੋਹੇ ਨਾਲ ਲੋਹਾ ਖੜਕਿਆ, ਭਾਲੇ ਨਾਲ ਭਾਲਾ, ਤਲਵਾਰ ਨਾਲ ਤਲਵਾਰ, ਵਰਸ਼ੇ ਨਾਲ ਵਰਸ਼ਾ। ਹਜ਼ਾਰਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਸਭ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ। ਇਉਂ ਹੀ 5-5 ਸਿੰਘਾਂ ਦੇ ਜਥੇ ਆਉਂਦੇ ਗਏ, ਦੁਸ਼ਮਣ ਦੀ ਕਟਾ ਵੱਢੀ ਕਰਕੇ ਸ਼ਹੀਦੀਆਂ ਪ੍ਰਾਪਤ ਕਰਦੇ ਗਏ। ਲੜਾਈ ਰੁਕੀ ਨਹੀਂ। ਵੈਰੀ ਦਲ ਬਹੁਤ ਸੀ। ਸਿਰਫ ਸਿੰਘ 8 ਰਹਿ ਗਏ। 9ਵੇਂ ਸਤਿਗੁਰੂ ਜੀ
ਉਧਰ ਰਾਤ ਵੀ ਪੈ ਗਈ, ਜੰਗ ਰਾਤ ਨੂੰ ਬੰਦ ਹੋ ਗਿਆ। 7 ਪੋਹ ਦੀ ਰਾਤ ਸੀ। ਰਾਤ ਵੀ ਮਹਾ ਭਿਆਨਕ ਕਾਲੀ ਦੇਵੀ ਦੀ ਭੈਣ, ਜਿਸ ਕੋਲੋਂ ਹਰ ਇੱਕ ਨੂੰ ਡਰ ਆਉਂਦਾ ਸੀ। ਸਿੰਘਾਂ ਨੇ ਰਾਤ ਨੂੰ ਗੁਰਮਤਾ ਕੀਤਾ ਕਿ ਸਤਿਗੁਰੂ ਜੀ ਆਪ ਕੱਚੀ ਗੜੀ ਨੂੰ ਛੱਡ ਕੇ ਅੱਗੇ ਨਿਕਲ ਜਾਓ। ਵੈਰੀ ਦੇ ਦਲਾਂ ਦੀ ਗਿਣਤੀ ਸਾਵਣ ਦੀਆਂ ਘਟਾਂ ਦੀ ਤਰ੍ਹਾਂ ਛਾਈ ਹੋਈ ਸੀ। ਸਮਾਂ ਬਹੁਤ ਭਿਆਨਕ ਸੀ। ਸੰਗਤ ਸਿੰਘ ਤੇ ਹੋਰ ਸਿੰਘਾਂ ਨੇ ਬੇਨਤੀ ਕੀਤੀ, ਗੁਰੂ ਜੀ ਅਸੀਂ ਮੋਰਚੇ ਸੰਭਾਲਦੇ ਹਾਂ, ਤੁਸੀਂ ਨਿਕਲ ਜਾਵੋ। ਅਸੀਂ ਸ਼ਹੀਦੀਆਂ ਪਾਵਾਂਗੇ। ਸਾਡੇ ਵਰਗੇ ਆਪ ਜੀ ਨੇ ਅੱਗੇ ਜਾ ਕੇ ਹਜ਼ਾਰਾਂ ਹੀ ਸਿੱਖ ਹੋਰ ਸਾਜ ਲੈਣੇ ਹਨ। ਆਪ ਜੈਸਾ ਗੁਰੂ ਦੁਨੀਆ ਵਿੱਚੋਂ ਕਿਤੇ ਨਹੀਂ ਮਿਲੇਗਾ। ਸਾਹਿਬ ਸੁਣ ਕੇ ਮੁਸਕਰਾਏ ਤੇ ਬਚਨ ਕੀਤੇ, ਚਿੱਤ ਤਾਂ ਨਹੀਂ ਕਰਦਾ ਸੀ ਕਿ ਤੁਸਾਂ ਦਾ ਸਾਥ ਛੱਡ ਕੇ ਜਾਈਏ, ਪਰ ਵਾਹਿਗੁਰੂ ਦਾ ਭਾਣਾ ਹੈ, ਪੰਥ ਗੁਰੂ ਹੈ ਤੇ ਗੁਰੂ ਪੰਥ ਹੈ। ਅਸੀਂ ਅੱਜ ਗੁਰਿਆਈ ਪੰਥ ਨੂੰ ਦਿੰਦੇ ਹਾਂ। ਹਰ ਕਾਰਜ ਪੰਜਾਂ ਪਿਆਰਿਆਂ ਦੇ ਹੁਕਮ ਨਾਲ ਕਰਨਾ ਹੋਵੇਗਾ। ਪੰਜਾਂ ਵਿੱਚ ਪਰਮੇਸ਼ਰ ਹੋਵੇਗਾ, ਪਰਚਾ ਸ਼ਬਦ ਦਾ, ਦਦਾਰ ਖਾਲਸੇ ਦਾ, ਪੂਜਾ ਅਕਾਲ ਪੁਰਖ ਦੀ। ਅਸੀਂ ਪੰਥ ਦੇ ਹੁਕਮ ਨੂੰ ਨਮਸਕਾਰ ਕਰਦੇ ਹੋਏ ਅੱਜ ਸ਼ਹੀਦਾਂ ਦੀ ਗੜੀ ਨੂੰ ਤਿਆਗਦੇ ਹਾਂ ਤੇ ਗੁਰੂ ਪਦਵੀ ਖਾਲਸੇ ਦੇ ਹੱਥ ਹੈ। ਰਾਤ ਨੂੰ ਸਤਿਗੁਰੂ ਜੀ ਨੇ ਸਿੰਘਾਂ ਨੂੰ ਕਿਹਾ, ਹੁਣ ਕੁਝ ਤੀਰਾਂ ਦੀ ਵਰਖਾ ਕਰੋ ਤਾਂ ਕਿ ਦੁਸ਼ਮਣ ਪਿੱਛੇ ਹਟ ਜਾਵੇ। ਕੁਝ ਚਿਰ ਤੀਰਾਂ ਤੇ ਗੋਲੀਆਂ ਦੀ ਵਰਖਾ ਸਿੰਘਾਂ ਨੇ ਕੀਤੀ। ਮੋਰਚਿਆਂ ਵਿੱਚੋਂ ਦੁਸ਼ਮਣ ਦੂਰ ਹਟ ਗਿਆ। ਸਤਿਗੁਰੂ ਜੀ ਮੋਰਚੇ ਵਿੱਚੋਂ ਉੱਠੇ, ਇੱਕ ਵਾਰ 4 ਚਫੇਰੇ ਤੇ ਅਸਮਾਨ ਵੱਲ ਤੱਕਿਆ। ਉਸ ਤੱਕਣੀ ਦੇ ਭੇਦ ਦਾ ਕਿਸੇ ਨੂੰ ਪਤਾ ਨਹੀਂ ਸੀ। ਉਸ ਦੇ ਪਿੱਛੋਂ ਸਾਹਿਬਾਂ ਨੇ ਸੀਸ ਤੋਂ ਕਲਗੀ ਉਤਾਰੀ ਤੇ ਆਪਣੇ ਹੱਥੀਂ ਕਲਗੀ ਭਾਈ ਸੰਗਤ ਸਿੰਘ ਜੀ ਨੂੰ ਪਹਿਨਾਈ ਤੇ ਆਪਣੇ ਤੀਰ ਉਹਨਾਂ ਦੇ ਹਵਾਲੇ ਕਰ ਦਿੱਤੇ। ਭਾਈ ਸੰਗਤ ਸਿੰਘ ਜੀ ਦਾ ਹੁਲੀਆ ਸਤਿਗੁਰੂ ਜੀ ਨਾਲ ਮਿਲਦਾ ਜੁਲਦਾ ਸੀ। ਪੰਜਾਂ ਪਿਆਰਿਆਂ ਨੂੰ ਬਿਠਾ ਕੇ ਸਤਿਗੁਰੂ ਜੀ ਨੇ ਪਰਿਕਰਮਾ ਕੀਤੀਆਂ, ਗੁਰਿਆਈ ਪੰਥ ਨੂੰ ਬਖਸ਼ਿਸ਼ ਕਰ ਦਿੱਤੀ। ਸਤਿਗੁਰੂ ਜੀ ਨੇ ਅਰਦਾਸ ਕੀਤੀ ਤੇ ਸੰਗਤ ਸਿੰਘ ਜੀ ਨੂੰ ਹੁਕਮ ਕੀਤਾ, ਤੁਸੀਂ ਇੱਥੇ ਹੀ ਬੈਠੇ ਦੁਸ਼ਮਣ ਵੱਲ ਤੀਰ ਚਲਾਈ ਜਾਣੇ। ਜਦੋਂ ਦੁਸ਼ਮਣ ਆਵੇ ਬੇਸ਼ੱਕ ਸ਼ਹੀਦ ਹੋ ਜਾਣਾ, ਦੁਸ਼ਮਣ ਦੇ ਹੱਥ ਨਹੀਂ ਆਉਣਾ। ਸਿਰਫ 3 ਸਿੰਘ ਅਸਾਂ ਦੇ ਨਾਲ ਚੱਲਣ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ, ਤੇ ਨਗਾਰਾ ਵਜਾਉਣ ਦੀ ਸੇਵਾ ਲਗਾਤਾਰ ਭਾਈ ਜੀਵਨ ਸਿੰਘ ਤੇ ਭਾਈ ਕਾਠਾ ਸਿੰਘ ਜੀ ਉਹਨਾਂ ਨੂੰ ਦੇ ਦਿੱਤੀ। ਅਸੀਂ ਹਨੇਰੇ ਵਿੱਚ ਜਾਂਦੇ ਹਾਂ, ਤੁਸਾਂ ਸਾਰਿਆਂ ਨੇ ਸ਼ਹੀਦ ਹੋਣਾ ਹੋਵੇਗਾ। ਤੁਸਾਂ ਦਾ ਵਾਸਾ ਸੱਚਖੰਡ ਹੋਵੇਗਾ। ਕਲਗੀਆਂ ਵਾਲੇ ਗੁਰੂ ਜੀ ਜੋ ਕਦੀ ਹਜ਼ਾਰਾਂ ਦੀ ਗਿਣਤੀ ਵਾਲੇ ਲਸ਼ਕਰ ਨਾਲ ਕਿਲਿਆਂ ਤੇ ਰਾਜ ਭਵਨਾਂ ਵਿੱਚੋਂ ਬਾਹਰ ਨਿਕਲਿਆ ਕਰਦੇ ਸਨ, ਅੱਜ ਚਮਕੌਰ ਸਾਹਿਬ ਦੀ ਕੱਚੀ ਗੜੀ ਵਿੱਚੋਂ ਸਿਰਫ 3 ਸਿੰਘਾਂ ਦੇ ਸਾਥ ਬਾਹਰ ਨਿਕਲ ਰਹੇ ਹਨ। ਘੋੜਾ ਕੋਲ ਨਹੀਂ, ਨਾ ਕਲਗੀ ਤੇ ਨਾ ਛਤਰ। ਰਾਤ ਵੀ ਕਾਲੀ ਭਿਆਨਕ ਸੀ, ਪਰ ਸਾਹਿਬਾਂ ਦੇ ਚਿਹਰੇ ਤੇ ਮੁਸਕਰਾਹਟ ਤੇ ਅਕਾਲ ਪੁਰਖ ਦੀ ਯਾਦ ਸੀ। ਆਪ ਜਿਸ ਵੇਲੇ ਗੜੀ ਚੋਂ ਬਾਹਰ ਨਿਕਲੇ, ਜੀਵਨ ਸਿੰਘ ਤੇ ਕਾਠਾ ਸਿੰਘ ਨੇ ਨਗਾਰੇ ਤੇ ਚੋਟਾਂ ਲਾ ਦਿੱਤੀਆਂ। ਤੁਰਕਾਂ ਵੱਲੋਂ ਆਵਾਜ਼ਾਂ ਆਈਆਂ, ਫੜੋ ਪੀਰ ਜਾ ਰਿਹਾ ਹੈ।
ਇਹਨਾਂ ਆਵਾਜ਼ਾਂ ਨਾਲ ਹਨੇਰੇ ਵਿੱਚ ਸਾਰਾ ਮੈਦਾਨ ਗੂੰਜ ਉੱਠਿਆ। ਸਤਿਗੁਰੂ ਜੀ ਨੇ ਤਾੜੀ ਮਾਰੀ, ਇਹ ਹਿੰਦ ਦਾ ਪੀਰ ਜਾ ਰਿਹਾ ਹੈ, ਜਿਸ ਵਿੱਚ ਤਾਕਤ ਹੈ, ਫੜ ਲਓ। ਗੁਰੂ ਦੀਆਂ ਖੇਡਾਂ ਨਿਆਰੀਆਂ ਹਨ, ਤਾੜੀ ਦੇ ਵਜਾਉਂਦਿਆਂ ਹੀ ਭਾਣਾ ਐਸਾ ਵਰਤਿਆ, ਦੁਸ਼ਮਣ ਤੁਰਕ ਆਪਸ ਵਿੱਚ ਕਟਾਵਢੀ ਹੋਣ ਲੱਗ ਪਿਆ। ਦੱਖਣ ਦਿਸ਼ਾ ਵੱਲ ਸਤਿਗੁਰੂ ਜੀ ਦੁਸ਼ਮਣ ਦੀਆਂ ਸਫਾਂ ਚੀਰਦੇ ਹੋਏ ਮੈਦਾਨੇ ਜੰਗ ਵਿੱਚੋਂ ਬਾਹਰ ਹੋ ਗਏ। ਉਧਰ ਤੁਰਕਾਂ ਨੇ ਕੱਚੀ ਗੜੀ ਤੇ ਬਹੁਤ ਜ਼ਬਰਦਸਤ ਹਮਲਾ ਕੀਤਾ। ਜੋ ਪੰਜ ਸਿੰਘ ਸਨ, ਉਹਨਾਂ ਨੇ ਦੁਸ਼ਮਣ ਦੀ ਲੋਥ ਪਰ ਲੋਥ ਚੜ੍ਹਾ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਦੁਸ਼ਮਣ ਸਮੇਤ ਕਲਗੀ ਭਾਈ ਸੰਗਤ ਸਿੰਘ ਜੀ ਦਾ ਸਿਰ ਜ਼ਬਰਦਸਤ ਕੋਲ ਲੈ ਗਏ ਅਤੇ ਖੁਸ਼ ਹੋਏ ਕਿ ਹਿੰਦ ਦੇ ਪੀਰ ਦਾ ਸੀਸ ਲੈ ਆਂਦਾ ਹੈ। ਪਰ ਜਦੋਂ ਸਰਹੰਦ ਸੂਬੇ ਵਜ਼ੀਰ ਖਾਨ ਨੇ ਸੀਸ ਵੇਖਿਆ ਤੇ ਕਿਹਾ ਇਹ ਸੀਸ ਉਹਨਾਂ ਦੇ ਸਿੱਖ ਦਾ ਹੈ, ਸਾਰੇ ਫਿਰ ਨਿਰਾਸਤਾ ਵਿੱਚ ਆ ਗਏ। ਕੱਚੀ ਗੜੀ ਖਾਲੀ ਹੋ ਚੁੱਕੀ ਸੀ। 8 ਪੋਹ ਦੀ ਰਾਤ ਨੂੰ ਤੁਰਕਾਂ ਨੂੰ ਪਤਾ ਲੱਗਾ ਕਿ ਹਿੰਦ ਦਾ ਪੀਰ ਇੱਥੋਂ ਨਿਕਲ ਚੁੱਕਾ ਹੈ। ਗੜੀ ਛੱਡਦੇ ਹੀ 3 ਸਿੰਘ ਸਤਿਗੁਰੂ ਜੀ ਨਾਲੋਂ ਵਿਛੜ ਗਏ, ਕਿਉਂਕਿ ਮਾਛੀਵਾੜੇ ਤੱਕ ਜੰਗਲ ਹੀ ਜੰਗਲ ਸੀ ਤੇ ਹਨੇਰੀ ਕਾਲੀ ਰਾਤ ਸੀ। ਸਤਿਗੁਰੂ ਜੀ ਦੇ ਪੈਰਾਂ ਦਾ ਜੋੜਾ ਵੀ ਇੱਥੇ ਹੀ ਰਹਿ ਗਿਆ ਸੀ। ਗੁਰੂ ਜੀ ਨੇ 3 ਸਿੰਘਾਂ ਦਾ ਵਿਛੋੜਾ ਵੀ ਅਨੁਭਵ ਨਾ ਕੀਤਾ। ਇੱਕ ਅਕਾਲ ਪੁਰਖ ਦਾ ਆਸਰਾ ਸੀ, ਦੂਸਰਾ ਕੋਲ ਜੋ ਤਲਵਾਰ ਸੀ ਉਸ ਦਾ ਆਸਰਾ ਸੀ। ਗੁਰੂ ਜੀ ਪਿੰਡ ਕੀੜੀ ਪੁੱਜੇ। ਉਸ ਵੇਲੇ ਦਿਨ ਚੜ੍ਹ ਚੁੱਕਿਆ ਸੀ। ਕੀੜੀ ਦੀਆਂ ਸੁਹਾਣੀਆਂ ਕੰਮ ਧੰਦੇ ਲੱਗ ਗਈਆਂ ਸਨ ਤੇ ਕਿਸਾਨ ਵੀ ਖੇਤਾਂ ਨੂੰ ਤੁਰੇ ਜਾਂਦੇ ਸਨ। ਸਤਿਗੁਰੂ ਜੀ ਦਾ ਮਿਲਾਪ ਪਿੰਡੋਂ ਬਾਹਰ ਅਲਫੂ ਤੇ ਗਾਮੂ ਗੁੱਜਰ ਨਾਲ ਹੋਇਆ। ਉਸ ਵੇਲੇ ਸ਼ਾਹੀ ਢੰਡੋਰਾ ਪਟਾਇਆ ਜਾ ਚੁੱਕਾ ਸੀ ਕਿ ਜਿੱਥੇ ਵੀ ਹਿੰਦ ਦਾ ਪੀਰ ਗੁਰੂ ਗੋਬਿੰਦ ਸਿੰਘ ਆਵੇ, ਜ਼ਰੂਰ ਫੜ ਲਓ। ਦੋਵੇਂ ਗੁੱਜਰਾਂ ਨੇ ਰੌਲਾ ਪਾਇਆ। ਸਤਿਗੁਰੂ ਜੀ ਨੇ ਦੋਨਾਂ ਮੂਰਖਾਂ ਗੁੱਜਰਾਂ ਨੂੰ ਸੋਨੇ ਦੀਆਂ ਮੋਹਰਾਂ ਦਾ ਲਾਲਚ ਵੀ ਦਿੱਤਾ, ਪਰ ਉਹ ਬੰਨੇ ਨਾ। ਆਖਰ ਸਾਹਿਬਾਂ ਨੇ ਉੱਥੇ ਹੀ ਉਹਨਾਂ ਨੂੰ ਝਟਕਾ ਦਿੱਤਾ। ਕੋਕ ਅੱਗੇ ਨਿਕਲ ਗਏ ਤਾਂ ਬਹਿਲੋਲਪੁਰ ਪਿੰਡ ਦੀ ਸਾਂਝੀ ਜੂਹ ਆ ਗਈ। ਸਤਿਗੁਰੂ ਜੀ ਨੇ ਤੱਕਿਆ, ਦੂਰ ਤੱਕ ਤੁਰਕ ਹੀ ਤੁਰਕ ਫਿਰ ਰਹੇ ਹਨ। ਗੁਰੂ ਜੀ ਨੇ ਛੋਟੀ ਉਮਰ ਦੇ ਬਾਲਕ ਨੂੰ ਪੁੱਛਿਆ, ਤੁਰਕਾਂ ਦਾ ਇਤਨਾ ਇਕੱਠ ਕਿਉਂ ਹੈ? ਤਾਂ ਬਾਲਕ ਨੇ ਦੱਸਿਆ, ਇਹ ਸਭ ਸਰਕਾਰੀ ਪਿੱਠੂ ਹਨ, ਹਿੰਦ ਦੇ ਪੀਰ ਨੂੰ ਲੱਭ ਰਹੇ ਹਨ। ਇੱਥੋਂ ਸਤਿਗੁਰੂ ਜੀ ਇੱਕ ਸਾਈਡ ਨੂੰ ਹੋ ਕੇ ਨੇੜੇ ਜੰਗਲ ਵਿੱਚ ਇੱਕ ਜੰਡ ਹੇਠ ਜਾ ਬੈਠੇ। ਇੱਥੇ ਅੱਜ ਕੱਲ ਜੰਡ ਸਾਹਿਬ ਗੁਰਦੁਆਰਾ ਸਾਹਿਬ ਹੈ। ਜੰਡ ਹੇਠ ਬੈਠੇ, ਭੁੱਖ ਤੰਗ ਕਰਨ ਲੱਗੀ। 3 ਦਿਨਾਂ ਤੋਂ ਅੰਨ ਮੂੰਹ ਨੂੰ ਨਹੀਂ ਸੀ ਲਾਇਆ। ਪੇਟ ਖਾਲੀ ਹੋਣ ਤੇ ਭੁੱਖ ਕਲੇਜਾ ਚੱਟਣ ਲੱਗੀ। ਥਕੇਵੇਂ ਨੇ ਹੱਡ ਚੂਰ ਕਰ ਦਿੱਤਾ ਸੀ। ਸਾਹਿਬਾਂ ਨੇ ਕਦੀ ਨੰਗੇ ਪੈਰੀਂ ਪੰਧ ਨਹੀਂ ਸੀ ਕੀਤਾ। ਗੁਲਾਬ ਦੀਆਂ ਪੱਤੀਆਂ ਵਰਗੇ ਕੋਮਲ ਚਰਨ, ਕੰਡਿਆਂ ਰੋੜਾਂ ਠੀਕਰੀਆਂ ਨਾਲ ਜ਼ਖਮ ਹੋ ਚੁੱਕੇ ਸਨ। ਪੈਰਾਂ ਦੀਆਂ ਤਲੀਆਂ ਵਿੱਚ ਛਾਲੇ ਹੀ ਛਾਲੇ ਹੋ ਚੁੱਕੇ ਸਨ। ਕਈ ਥਾਵਾਂ ਤੋਂ ਲਹੂ ਵੀ ਵਗਦਾ ਸੀ। ਸਤਿਗੁਰੂ ਜੀ ਮਾਛੀਵਾੜੇ ਪਹੁੰਚ ਗਏ ਤੇ ਸਤਿਗੁਰੂ ਜੀ ਨੇ ਮਾਛੀਵਾੜੇ ਪਹੁੰਚ ਕੇ ਮਾਤਾ ਗੁਰਦੇਈ ਜੀ ਕੋਲ ਉਸ ਦੇ ਘਰ ਆ ਗਏ। ਮਾਤਾ ਗੁਰਦੇਈ ਜੀ ਦੇ
घर आके उसदे कोलों खद्दर हत्थां उत्ते रख के तोलदे हन। माई नूं पुछण लगे कितने गज है। माई ने बेनती कीती पूरी ताणी है पातशाह जी। अच्छा जिवें साडे पड़दे कज्जेगा तिवें तेरे पड़दे कज्जे जाणगे। तू निहाल हो माता। अकाल पुरख तैनू अपने चरनां विच निवास बख्शेगा। ਇਹ वर लैके माछीवाड़े दी माता गुरदेई प्रसन्न होई घर नूं आ गई। नवी खां ते गनी खां नेक पुरुष दो रोहेले पठान ਇਹ ਘੋੜਿਆਂ ਦੇ ਸੁਦਾਗਰ ਸਨ ਤੇ ਸਤਿਗੁਰੂ ਜੀ ਨੂੰ ਵੀ ਘੋੜੇ ਦਿਆ ਕਰਦੇ ਸਨ। ਉਹ ਵੀ ਉਸ ਦਿਨ ਮਾਛੀਵਾੜੇ ਆਏ ਹੋਏ ਸਨ। ਉਹਨਾਂ ਨੇ ਆਨੰਦਪੁਰ ਸਾਹਿਬ ਦੀਆਂ ਬੀਤੀਆਂ ਘਟਨਾਵਾਂ ਨੂੰ ਸੁਣਿਆ ਸੀ। ਉਹਨਾਂ ਨੂੰ ਵੀ ਸੂਹ ਮਿਲੀ ਸੀ ਕਿ ਸਾਹਿਬ ਗੁਲਾਬੇ ਦੇ ਘਰ ਹਨ। ਇੱਕਦਮ ਇਹ ਦੋਨੋਂ ਪਠਾਨ ਸਾਹਿਬਾਂ ਦੇ ਕੋਲ ਆਏ ਤੇ ਦਰਸ਼ਨ ਕੀਤੇ ਤੇ ਉਹਨਾਂ ਨੂੰ ਉਦਾਸੀ ਵੀ ਆਈ। ਕਾਰਨ ਇਹ ਸੀ ਕਿ ਸ਼ਾਹੀ ਪ੍ਰਤਾਪ ਸਾਰਾ ਨਸ਼ਟ ਹੋ ਗਿਆ। ਜਿੱਥੇ ਤਾਜ ਤਖਤ ਕਲਗੀ ਸੈਨਾ ਸੇਵਕ ਪਰਿਵਾਰ ਹਾਥੀ ਘੋੜੇ ਗੁਰੂ ਕੇ ਲੰਗਰ ਮੇਲੇ ਤੇ ਸਭ ਰੌਣਕਾਂ ਚਲੀਆਂ ਗਈਆਂ, ਉੱਥੇ ਇੱਕ ਸਧਾਰਨ ਫਕੀਰਾਂ ਦੀ ਹਾਲਤ ਵਿੱਚ ਦਾਤਾਰ ਬੈਠੇ ਸਨ। ਦੋਨੋਂ ਪਠਾਨਾਂ ਦੀਆਂ ਅੱਖਾਂ ਵਿੱਚੋਂ ਜਲ ਭਰ ਆਇਆ। ਗੁਰੂ ਜੀ ਨੇ ਪ੍ਰੇਮ ਨਾਲ ਉਹਨਾਂ ਨੂੰ ਗਲ ਲਾਇਆ ਤੇ ਬਚਨ ਕੀਤਾ, ਹੌਸਲਾ ਕਰੋ, ਸਭ ਕੁਝ ਹੁਕਮ ਵਿੱਚ ਹੋਇਆ ਹੈ। ਗਨੀ ਖਾਂ ਤੇ ਨਵੀ ਖਾਂ ਨੇ ਸਲਾਹ ਦਿੱਤੀ, ਗੁਰੂ ਜੀ ਤੁਰਕ ਚੱਪੇ ਚੱਪੇ ਤੇ ਖਲੋਤੇ ਹਨ, ਘਰਾਂ ਦੀਆਂ ਤਲਾਸ਼ੀਆਂ ਹੋ ਰਹੀਆਂ ਹਨ। ਅਸੀਂ ਇੱਕ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਨੀਲੇ ਵਸਤਰ ਪਵਾ ਕੇ ਉੱਚਦਾ ਪੀਰ ਬਣਾ ਕੇ ਪਾਲਕੀ ਪਰ ਚੁੱਕ ਕੇ ਮਾਲਵੇ ਵੱਲ ਲੈ ਚੱਲਦੇ ਹਾਂ। ਇਸ ਨਾਲੋਂ ਹੋਰ ਕੋਈ ਚੰਗਾ ਢੰਗ ਆਪਾਂ ਨੂੰ ਨਹੀਂ ਮਿਲ ਸਕਦਾ। ਸਤਿਗੁਰੂ ਜੀ ਸਹਿਮਤ ਹੋ ਗਏ। ਮਾਈ ਗੁਰਦੇਈ ਵਾਲਾ ਪੂਰਾ ਥਾਨ ਕੱਪੜੇ ਦਾ ਨੀਲੇ ਮੱਟ ਵਿੱਚ ਡੋਬ ਕੇ ਰੰਗ ਚਾੜਿਆ। ਉਹ ਮੱਟ ਅੱਜ ਵੀ ਮਾਛੀਵਾੜੇ ਗੁਰਦੁਆਰੇ ਸਾਹਿਬ ਹੈ। ਇਹ ਕੱਪੜਿਆਂ ਦੇ 4 ਚੋਲੇ ਸਵਾ ਦਿੱਤੇ, 3 ਸਿੰਘਾਂ ਨੂੰ, ਇੱਕ ਗੁਰੂ ਜੀ ਨੂੰ। ਦਿਨੇ ਹੀ ਸਤਿਗੁਰੂ ਜੀ ਨੂੰ ਪਾਲਕੀ ਵਿੱਚ ਬਿਠਾਇਆ। ਗਨੀ ਖਾਂ, ਨਵੀ ਖਾਂ, ਭਾਈ ਮਾਨ ਸਿੰਘ, ਭਾਈ ਧਰਮ ਸਿੰਘ ਜੀ ਨੇ ਪਾਲਕੀ ਨੂੰ ਉਠਾਇਆ ਤੇ ਭਾਈ ਦਇਆ ਸਿੰਘ ਜੀ ਚੌਰ ਸਾਹਿਬ ਦੀ ਸੇਵਾ ਕਰਨ ਲੱਗੇ। ਮਾਛੀਵਾੜੇ ਦੇ ਬਾਹਰ ਨਿਕਲਦੇ ਹੀ ਸਰਕਾਰੀ ਤੁਰਕਾਂ ਨੇ ਪੁੱਛਿਆ, ਪਾਲਕੀ ਵਿੱਚ ਕੌਣ ਹੈ? ਗਨੀ ਖਾਂ ਨੇ ਤੇ ਨਵੀ ਖਾਂ ਨੇ ਉੱਤਰ ਦਿੱਤਾ, ਪੀਰ ਸਾਹਿਬ ਜੀ ਹਨ। ਸ਼ਾਹੀ ਫੌਜ ਦੇ ਆਦਮੀ ਨੇ ਸਲਾਹ ਕੀਤੀ ਤੇ ਰਾਹ ਦੇ ਦਿੱਤਾ, ਸਲਾਮ ਕੀਤੀ ਤੇ ਰਾਹ ਦੇ ਦਿੱਤਾ। ਇਸ ਤਰ੍ਹਾਂ ਤੁਰਦੇ ਤੁਰਦੇ ਗਏ। ਇੱਕ ਥਾਂ ਮੁਗਲ ਫੌਜਦਾਰ ਤੁਰਕ ਕਰੜੇ ਸੁਭਾਅ ਦਾ ਸੀ। ਉਸ ਨੂੰ ਸ਼ੱਕ ਪਿਆ ਕਿ ਪਾਲਕੀ ਰੋਕ ਲਈ ਜਾਵੇ। ਉਸ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਗਨੀ ਖਾਂ ਤੇ ਨਵੀ ਖਾਂ ਜਨਮ ਕਰਕੇ ਮੁਸਲਮਾਨ ਸਨ ਤੇ ਰਹਿਣੀ ਬਹਿਣੀ ਬੋਲ ਚਾਲ ਸਭ ਕੁਝ ਅਸਲ ਹੋਣ ਕਰਕੇ ਉਹਨਾਂ ਨੇ ਪੂਰੀ ਤਸੱਲੀ ਜਵਾਬ ਦੇ ਕੇ ਕਰਾਈ ਕਿ ਪੀਰ ਜੀ ਹਨ। ਗਨੀ ਖਾਂ ਬਹੁਤ ਹੁਸ਼ਿਆਰ ਸੀ। ਫੌਜਦਾਰ ਨੇ ਗਊਆਂ ਦਾ ਮਾਸ ਰੱਖਿਆ ਕਿ ਇਹ ਛਕੋ। ਨਵੀ ਖਾਂ ਨੇ ਕਿਹਾ, ਪੀਰ ਜੀ ਦਾ ਰੋਜ਼ਾ ਹੈ, ਅੱਜ ਅੰਨ ਜਲ ਨਹੀਂ ਛਕਣਾ। ਆਖਰ ਫੌਜਦਾਰ ਨੇ ਕਾਜੀ ਨੂੰ ਸੱਦਿਆ, ਜੋ ਕਿ ਕੁਦਰਤੀ ਉਹ ਕਾਜੀ ਸਤਿਗੁਰੂ ਜੀ ਦਾ ਸ਼ਰਧਾਲੂ ਸੀ। ਫੌਜਦਾਰ ਕਹਿਣ ਲੱਗਾ, ਸ਼ਨਾਖਤ ਕਰੋ, ਇਹ ਗੁਰੂ ਗੋਬਿੰਦ ਸਿੰਘ ਜੀ ਹੈ ਜਾਂ ਪੀਰ?
ਕਾਜੀ ਨੇ ਜਦੋਂ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਨਿਹਾਲ ਹੋ ਗਿਆ ਤੇ ਕਾਜੀ ਨੂੰ ਗੁਰੂ ਜੀ ਨੇ ਨਿਹਾਲ ਕੀਤਾ, ਰੱਜ ਕੇ ਦਰਸ਼ਨ ਕੀਤੇ। ਸਾਹਿਬਾਂ ਨੇ ਉਸ ਕਾਜੀ ਦਾ ਜਨਮ ਮਰਨ ਕੱਟ ਦਿੱਤਾ। ਕਾਜੀ ਨੇ ਫੌਜਦਾਰ ਨੂੰ ਆਖਿਆ, ਇਹ ਕੋਈ ਉੱਚ ਦਾ ਪੀਰ ਹੈ, ਪਾਲਕੀ ਅੱਗੇ ਜਾਣ ਦਿਓ। ਇਹ ਖਤਰਾ ਵੀ ਟਲ ਗਿਆ। ਪੂਰੀ ਮੰਜ਼ਲ ਤੈਅ ਕਰਨ ਪਿੱਛੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹੇੜ ਪਹੁੰਚੇ। ਇੱਥੇ ਮਹੰਤ ਕਿਰਪਾਲ ਦਾਸ ਦੇ ਡੇਰੇ ਤੇ ਪੁੱਜੇ। ਨਵੀ ਖਾਂ ਤੇ ਗਨੀ ਖਾਂ ਨੂੰ ਨਿਹਾਲ ਕਰਕੇ ਵਾਪਸ ਭੇਜ ਦਿੱਤਾ। ਥੋੜੇ ਦਿਨ ਇੱਥੇ ਰਹਿ ਕੇ ਅੱਗੇ ਜੱਟਪੁਰੇ ਰਾਏ ਕਲੇ ਕੋਲ ਪਹੁੰਚੇ। ਇੱਥੋਂ ਦੀਨੇ ਸਤਿਗੁਰੂ ਜੀ ਦੀਨੇ ਕਾਂਗੜ, ਲਖਮੀਰ ਸ਼ਮੀਰ ਤੇ ਤਖਤਮਲ ਚੌਧਰੀ ਜਿਹਦੇ ਪੋਤੇ ਸਨ, ਉਹਨਾਂ ਕੋਲ ਪਹੁੰਚੇ। ਦੀਨੇ ਕਾਂਗੜ ਇਹ ਤਿੰਨੇ ਇਹਨਾਂ ਪਿੰਡਾਂ ਦਾ ਇਹ ਚੌਧਰੀ ਸਨ। ਇਹਨਾਂ ਦਾ ਬਾਬਾ ਹਰ ਰਾਏ ਜੋਧ ਨੇ 6ਵੇਂ ਪਾਤਸ਼ਾਹ ਦੀ ਸੇਵਾ ਕੀਤੀ ਸੀ। ਲਖਮੀਰ ਤੇ ਸ਼ਮੀਰ ਨੂੰ ਵੀ ਸਤਿਗੁਰੂ ਜੀ ਦੇ ਇੱਥੇ ਪਹੁੰਚਣ ਦੀ ਖੁਸ਼ੀ ਹੋਈ। ਸ਼ਮੀਰ ਨੇ ਰੱਜ ਕੇ ਤਨ ਮਨ ਧਨ ਕਰਕੇ ਸਤਿਗੁਰੂ ਜੀ ਦੀ ਸੇਵਾ ਕੀਤੀ। ਗੁਰੂ ਜੀ ਮਿਹਰ ਦੇ ਘਰ ਆਏ ਤੇ ਬਚਨ ਕੀਤਾ, ਸ਼ਮੀਰ ਮੰਗ ਜੋ ਕੁਝ ਮੰਗਣਾ ਹੈ, ਅਸੀਂ ਤੇਰੇ ਤੇ ਖੁਸ਼ ਹਾਂ। ਸ਼ਮੀਰ ਨੇ ਕਿਹਾ, ਦਾਤਾ ਇਹ ਸਭ ਕੁਝ ਆਪ ਜੀ ਦਾ ਹੀ ਹੈ, ਖਾਂਦੇ ਪਹਿਨਦੇ ਹਾਂ। ਸਾਹਿਬਾਂ ਨੇ ਬਚਨ ਕੀਤਾ, ਜਾ ਘੋੜੇ ਤੇ ਚੜ੍ਹ ਜਾ, ਇਹ ਚਿੱਟੇ ਵਸਤਰ ਪਹਿਨ ਲੈ। ਜਿੱਥੇ ਤੱਕ ਘੋੜਾ ਫੇਰੇਗਾ ਉੱਥੇ ਤੱਕ ਧਰਤੀ ਤੇ ਤੇਰਾ ਰਾਜ ਹੋਵੇਗਾ। ਸ਼ਮੀਰ ਸਤਿਗੁਰੂ ਜੀ ਤੇ ਭਰੋਸਾ ਰੱਖਦਾ ਸੀ, ਪਰ ਉਸ ਦਾ ਮਾਮਾ ਮਨਮੁਖ ਸੀ। ਜਦੋਂ ਘੋੜੇ ਤੇ ਸਵਾਰ ਹੋਣ ਲੱਗਿਆ ਤਾਂ ਹਵੇਲੀ ਵਿੱਚ ਉਸ ਦਾ ਮਾਮਾ ਬੈਠਾ ਸੀ। ਉਸ ਨੇ ਰੋਕ ਦਿੱਤਾ, ਐਸੇ ਫਕੀਰਾਂ ਦੇ ਆਖੇ ਨਹੀਂ ਲੱਗੀਦਾ। ਇਸ ਤਰ੍ਹਾਂ ਰਾਜ ਭਾਗ ਮਿਲਣ ਲੱਗਾ ਤਾਂ ਜਣਾ ਕਣਾ ਰਾਜਾ ਨਾ ਬਣ ਜਾਵੇ। ਲੋਕ ਲੱਜ ਵਿੱਚ ਆ ਕੇ ਸ਼ਮੀਰ ਰੁਕ ਗਿਆ। ਪਰ ਗੁਰੂ ਜੀ ਤੇ ਵੀ ਪੂਰੀ ਸ਼ਰਧਾ ਸੀ। ਉਸ ਨੇ ਚਿੱਟੇ ਵਸਤਰ ਪਹਿਨ ਕੇ ਨਗਰ ਦੇ ਆਲੇ ਦੁਆਲੇ ਘੋੜਾ ਫੇਰ ਲਿਆ ਤੇ ਸਤਿਗੁਰੂ ਜੀ ਦੇ ਚਰਨਾਂ ਤੇ ਜਾ ਮੱਥਾ ਟੇਕਿਆ। ਗੁਰੂ ਜੀ ਨੇ ਕਿਹਾ, ਸ਼ਮੀਰ ਬੜੀ ਛੇਤੀ ਮੁੜ ਆਇਆ ਏ। ਕਹਿਣ ਲੱਗਾ, ਮਾਮੇ ਦੇ ਰੋਕਣ ਤੋਂ ਪਿੰਡ ਦੇ ਆਲੇ ਦੁਆਲੇ ਹੀ ਘੋੜਾ ਫੇਰਿਆ ਹੈ। ਇਹ ਸੁਣ ਕੇ ਗੁਰੂ ਜੀ 2 ਮਿੰਟ ਸ਼ਾਂਤ ਰਹੇ, ਫੇਰ ਮੁਸਕਰਾਏ ਤੇ ਬੋਲੇ, ਅੱਛਾ ਮਿਲਣਾ ਤਾਂ ਤੈਨੂੰ ਰਾਜ ਸੀ, ਪਰ ਬਚਨ ਨਹੀਂ ਮੰਨਿਆ। ਰਾਜ ਦੀ ਥਾਂ ਹੁਣ ਕੇਵਲ ਪਿੰਡ ਦੀ ਸਰਦਾਰੀ ਹੀ ਮਿਲੇਗੀ। ਇੱਕ ਦਿਨ ਸਤਿਗੁਰੂ ਜੀ ਪ੍ਰਸ਼ਾਦ ਛਕ ਰਹੇ ਸੀ। ਫਿਰ ਸ਼ਰਧਾ ਨਾਲ ਸ਼ਮੀਰ ਗੁਰੂ ਜੀ ਕੋਲ ਆ ਗਿਆ। ਗੁਰੂ ਜੀ ਨੂੰ ਸ਼ਮੀਰ ਨੇ ਬੇਨਤੀ ਕੀਤੀ, ਮਹਾਰਾਜ ਮੇਰਾ ਜਨਮ ਮਰਨ ਕੱਟ ਦਿਓ। ਗੁਰੂ ਜੀ ਨੇ ਪ੍ਰਸ਼ਾਦ ਸ਼ਮੀਰ ਨੂੰ ਦੇ ਦਿੱਤਾ ਕਿ ਇਹ ਛਕ ਲੈ, ਤੇਰਾ ਪਰਲੋਕ ਸਿਮਰ ਜਾਵੇਗਾ ਤੇ ਜਨਮ ਮਰਨ ਕੱਟਿਆ ਜਾਵੇਗਾ। ਇਹੀ ਪ੍ਰਸ਼ਾਦ ਫਿਰ ਘਰ ਨੂੰ ਲੈ ਕੇ ਆ ਗਿਆ ਕਿ ਘਰ ਵਾਲੀ ਵੀ ਕਿਣਕਾ ਛਕ ਲਵੇਗੀ, ਉਹਦਾ ਵੀ ਭਲਾ ਹੋ ਜਾਵੇਗਾ। ਪਰ ਜਦੋਂ ਘਰ ਵਾਲੀ ਨੂੰ ਗੱਫਾ ਦੇਣ ਲੱਗਾ, ਉਹ ਸਿਰ ਤੋਂ ਪੈਰਾਂ ਤੱਕ ਗਰਮ ਹੋ ਕੇ ਬੋਲੀ, ਤੇਰੀ ਮੱਤ ਮਾਰੀ ਗਈ ਹੈ। ਸ਼ਮੀਰ ਨੇ ਇਹ ਪ੍ਰਸ਼ਾਦ ਅਸੀਂ ਛਕ ਲਿਆ, ਕੀ ਪੀਰ ਮੁਸਲਮਾਨ ਜੀ ਸਾਨੂੰ ਮਾਫ ਕਰਨਗੇ? ਇਸ ਤਰ੍ਹਾਂ ਦੇ ਚਰਚਾ ਹੋ ਹੀ ਰਹੀ ਸੀ ਕਿ ਸ਼ਮੀਰ ਦਾ ਮਾਮਾ ਆ ਗਿਆ। ਉਹ ਤਾਂ ਪੱਕਾ ਹੀ ਮਨਮੁਖ ਸੀ। ਉਸਨੇ ਸਲਾਹ ਦਿੱਤੀ ਕਿ ਬਾਹਰ ਜਾ ਕੇ ਧਰਤੀ ਵਿੱਚ ਪ੍ਰਸ਼ਾਦ ਨੂੰ ਦੱਬ ਦੇ। ਐਸਾ ਹੀ ਕੀਤਾ। ਦੂਸਰੇ ਦਿਨ ਫਿਰ ਗੁਰੂ
ਫਿਰ ਸ਼ਮੀਰ ਗੁਰੂ ਜੀ ਦੇ ਦਰਸ਼ਨਾਂ ਨੂੰ ਗਿਆ, ਪਰ ਸ਼ਰਮਿੰਦਾ ਹੋ ਕੇ ਚੁੱਪ ਕਰਕੇ ਬੈਠਾ ਰਿਹਾ। ਸਤਿਗੁਰੂ ਜੀ ਦੇ ਪੁੱਛਣ ਤੇ ਦੱਸਿਆ ਕਿ ਮੇਰੇ ਮਾਮਾ ਤੇ ਘਰਵਾਲੀ ਨੇ ਪ੍ਰਸ਼ਾਦ ਛਕਣ ਨਹੀਂ ਦਿੱਤਾ, ਧਰਤੀ ਵਿੱਚ ਦੱਬ ਦਿੱਤਾ ਹੈ। ਉਹ ਧਰਤੀ ਭਾਗਾਂ ਵਾਲੀ ਹੋ ਗਈ। ਇਸ ਧਰਤੀ ਤੇ ਫੈਕਟਰੀਆਂ ਲੱਗਣਗੀਆਂ ਤੇ ਲੋਕ ਇੱਥੋਂ ਮਾਲੋ ਮਾਲ ਹੋ ਜਾਣਗੇ। ਸਤਿਗੁਰੂ ਜੀ ਨੇ ਬਚਨ ਕੀਤਾ। ਫਿਰ ਸ਼ਮੀਰ ਨੇ ਬੇਨਤੀ ਕੀਤੀ, ਮਹਾਰਾਜ ਮੇਰਾ ਜਨਮ ਮਰਨ ਕੱਟ ਦਵੋ। ਸਤਿਗੁਰੂ ਜੀ ਨੇ ਕਿਹਾ, ਅੱਛਾ ਸ਼ਮੀਰ, ਤੇਰੀ ਸ਼ਰਧਾ ਤੇ ਅਸੀਂ ਖੁਸ਼ ਹਾਂ। ਰਾਤ ਨੂੰ ਸ਼ਮੀਰ ਮੰਜੇ ਤੇ ਪਿਆ, ਕੀ ਵੇਖਦਾ ਹੈ? ਕਦੇ ਸੱਪ ਬਣਿਆ, ਕਦੇ ਗਧਾ, ਕਦੇ ਕੁੱਤਾ, ਕਿਤੇ ਜਾਨਵਰ, ਕਿਤੇ ਪਸ਼ੂ ਪੰਛੀ। ਸੁਪਨੇ ਵਿੱਚ ਮਰੀ ਗਿਆ ਤੇ ਜੰਮੀ ਗਿਆ। ਨਖਿੱਧ ਜੂਨੀਆਂ ਵਿੱਚ ਘੁੰਮਿਆ, ਅਖੀਰ ਗਰੀਬ ਘਰ ਜਨਮ ਹੋ ਕੇ ਵੱਡਾ ਹੋਇਆ। ਗਰੀਬੀ ਆਈ, ਇੱਕ ਪੀਲੂਆਂ ਦੇ ਦਰਖਤ ਤੇ ਚੜ ਗਿਆ। ਪੱਕੇ ਪੱਕੇ ਪੀਲੂ ਖਾਧੇ, ਉੱਪਰੋਂ ਡਿੱਗ ਪਿਆ, ਮੌਤ ਹੋ ਗਈ ਤੇ ਇਧਰ ਅੱਖ ਖੁੱਲ ਗਈ। ਮੂੰਹ ਵਿੱਚੋਂ ਪੀਲੂਆਂ ਦੇ ਬੀਜ ਨਿਕਲੇ। ਦੂਸਰੇ ਦਿਨ ਫਿਰ ਸਾਹਿਬਾਂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਇਹ ਕੀ ਕੌਤਕ ਹੋਇਆ? ਥਾ ਸੁਪਨਾ, ਪਰ ਜਦੋਂ ਮੈਂ ਜਾਗਿਆ ਮੇਰੇ ਮੂੰਹ ਵਿੱਚੋਂ ਪੀਲੂਆਂ ਦੇ ਬੀਜ ਨਿਕਲੇ। ਸਤਿਗੁਰੂ ਜੀ ਨੇ ਕਿਹਾ, ਰਾਤ ਸ਼ਮੀਰ ਜਿਤਨੇ ਤੂੰ ਸੁਪਨੇ ਵਿੱਚ ਜਨਮ ਭੁਗਤੇ ਹਨ, ਇੰਨੇ ਜਨਮ ਪਸ਼ੂ ਪੰਛੀਆਂ ਦੀਆਂ ਜੂਨਾਂ ਵਿੱਚ ਆ ਕੇ ਤੂੰ ਦੁੱਖ ਸਹਿਣੇ ਸੀ, ਪਰ ਇਹ ਤੇਰੇ ਸਭ ਅਸੀਂ ਕੱਟ ਦਿੱਤੇ ਹਨ। ਜਿਵੇਂ ਦੁੱਖ ਸੂਲੀ ਤੇ ਸੂਲ ਪਰ ਆ ਜਾਂਦਾ ਹੈ, ਤੇਰੇ ਵੀ ਵੱਡੇ ਦੁੱਖ ਸੁਪਨੇ ਵਿੱਚ ਪੂਰੇ ਕਰ ਦਿੱਤੇ ਹਨ। ਸ਼ਮੀਰ ਨੇ ਸਤਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਤੇ ਬਾਰ-ਬਾਰ ਨਮਸਕਾਰਾਂ ਕੀਤੀਆਂ। ਸਾਧੂ ਦਿਆਲਪੁਰੀ ਦਾ ਸਤਿਗੁਰੂ ਜੀ ਪਾਸ ਆਉਣਾ। ਇੱਕ ਦਿਨ ਇੱਥੇ ਹੀ ਸਾਧੂ ਦਿਆਲਪੁਰੀ ਬਹੁਤ ਭਗਤੀ ਵਾਲਾ ਪੁਰਸ਼ ਸੀ। ਦੀਨੇ ਕਾਂਗੜ ਸਾਹਿਬਾਂ ਦੇ ਦਰਸ਼ਨ ਕਰਨ ਆਇਆ। ਦਰਸ਼ਨ ਕਰਕੇ ਨਿਮਰਤਾ ਸਹਿਤ ਬੇਨਤੀ ਕੀਤੀ, ਸਤਿਗੁਰੂ ਜੀ ਕਾਹੀ ਦਾ ਬੂਟਾ ਪੱਟ ਕੇ ਆਪ ਜੀ ਨੇ ਸਰਾਫ ਦੇ ਦਿੱਤਾ ਹੈ ਕਿ ਮੁਗਲਾਂ ਦੀ ਜੜ ਪੁੱਟੀ ਗਈ ਤੇ ਸਰਹੰਦ ਉੱਜੜ ਜਾਵੇਗੀ। ਮੈਂ ਵੀ ਸਰਹੰਦ ਵਿੱਚ ਰਹਿੰਦਾ ਹਾਂ, ਮੈਂ ਕੀ ਕਰਾਂ? ਸਤਿਗੁਰੂ ਜੀ ਨੇ ਬਚਨ ਕੀਤਾ, ਜਾਓ ਤੁਸੀਂ ਡੇਰੇ ਵਿੱਚ। ਡੇਰੇ ਪੁੱਜ ਕੇ ਸ਼ੰਖ ਵਜਾਇਓ। ਜਿੱਥੇ ਤੱਕ ਸ਼ੰਖ ਦੀ ਆਵਾਜ਼ ਜਾਵੇਗੀ ਉੱਥੇ ਤੱਕ ਸ਼ਹਿਰ ਨਹੀਂ ਉੱਜੜੇਗਾ। ਜੋ ਨੇਕ ਪੁਰਸ਼ ਰਹਿੰਦੇ ਸੀ ਉਹ ਤਾਂ ਪਹਿਲਾਂ ਹੀ ਸਰਹੰਦ ਨੂੰ ਛੱਡ ਕੇ ਚਲੇ ਗਏ ਸੀ। ਦਿਆਲਪੁਰੀ ਸਾਧੂ ਨੇ ਆ ਕੇ ਸ਼ੰਖ ਵਜਾਇਆ। ਜਿੱਥੇ ਤੱਕ ਸ਼ੰਖ ਦੀ ਆਵਾਜ਼ ਗਈ ਉੱਥੇ ਤੱਕ ਸ਼ਹਿਰ ਨਹੀਂ ਉੱਜੜਿਆ। ਬਾਕੀ ਦਾ ਸਾਰਾ ਹੀ ਸ਼ਹਿਰ ਬੰਦਾ ਸਿੰਘ ਬਹਾਦਰ ਦੀ ਕਮਾਂਡ ਹੇਠ ਸਿੰਘਾਂ ਨੇ ਉਜਾੜ ਕੇ ਢਾ ਦਿੱਤਾ। ਦੀਨੇ ਵਿੱਚ ਹੀ ਗੁਰੂ ਜੀ ਨੇ ਫਾਰਸੀ ਵਿੱਚ ਕਵਿਤਾ ਵਿੱਚ ਔਰੰਗਜ਼ੇਬ ਨੂੰ ਜਫਰਨਾਮਾ ਇੱਕ ਚਿੱਠੀ ਲਿਖੀ, ਜਿਸ ਦਾ ਨਾਮ ਹੈ ਫਤਿਹਨਾਮਾ। ਸਾਹਿਬਾਂ ਨੇ ਭਾਈ ਦਇਆ ਸਿੰਘ ਜੀ ਕੋਲ ਇਹ ਚਿੱਠੀ ਦਿੱਤੀ ਕਿ ਔਰੰਗਜ਼ੇਬ ਨੂੰ ਦੇ ਕੇ ਆਓ। ਕਮਾਲ ਹੈ, ਔਰੰਗਜ਼ੇਬ ਇਹ ਫਤਿਹਨਾਮੇ ਨੂੰ ਪੜ੍ਹ ਕੇ ਚਲਾਣਾ ਕਰ ਗਿਆ। ਜਫਰਨਾਮੇ ਵਿੱਚ ਗੁਰੂ ਜੀ ਨੇ ਲਿਖਿਆ ਹੈ, ਐ ਬਾਦਸ਼ਾਹ, ਤੈਨੂੰ ਇਹ ਹੰਕਾਰ ਸੀ ਆਪਣੀਆਂ ਫੌਜਾਂ ਕਰਕੇ, ਪਰ ਜਿੱਤ ਸਾਡੀ ਹੋਈ ਹੈ। ਕੀ ਹੋਇਆ ਜੇ ਤੂੰ ਸਾਡੇ 4 ਪੁੱਤਰ ਸ਼ਹੀਦ ਕਰ ਦਿੱਤੇ? ਤੇਰੀ ਕੁੱਲ ਨਾਸ ਕਰਨ ਵਾਸਤੇ ਅਸੀਂ ਆਪ ਤੇ ਮੇਰਾ ਖਾਲਸਾ ਹਾਜ਼ਰ ਬੈਠਾ ਹੈ। ਇਹ ਤੇਰੀ ਕੋਈ ਵੱਡੀ ਬਹਾਦਰੀ ਨਹੀਂ ਕਿ ਮਾਸੂਮ ਬੱਚਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ। ਮੇਰਾ ਖਾਲਸਾ ਬੱਚਿਆਂ ਤੇ ਬੀਬੀਆਂ ਤੇ ਬਜ਼ੁਰਗਾਂ ਤੇ ਡਿੱਗੇ ਹੋਏ ਤੇ ਵਾਰ ਕਦੀ ਨਹੀਂ ਕਰਦਾ। ਤੂੰ ਉਸ ਖੁਦਾ ਦਾ ਬੰਦਾ ਹੈ ਜਿਸ ਖੁਦਾ ਦੀਆਂ ਝੂਠੀਆਂ ਕਸਮਾਂ ਤੁਸੀਂ ਖਾਧੀਆਂ। ਤੇਰੇ ਵੱਲੋਂ ਕਾਜੀ ਮੁੱਲਾ ਸਾਡੇ ਕੋਲ ਭੇਜੇ ਗਏ,
ਫੇਰ ਕਸਮਾਂ ਤੋੜ ਕੇ ਸਰਸਾ ਦੇ ਕਿਨਾਰੇ ਸਾਡੇ ਤੇ ਫੇਰ ਹਮਲਾ ਕੀਤਾ। ਤੇਰੇ ਸਾਰੇ ਹੀ ਹੀਲੇ ਫੇਲ ਹੋ ਗਏ। ਔਰੰਗਜ਼ੇਬ ਤੂੰ ਜਗਤ ਦੇ ਕਰਤੇ ਦੀ ਕਿਰਤ ਵੱਲ ਤੱਕ। ਕਰਤਾਰ ਦੀ ਕੁਦਰਤ ਧਨ ਹੈ, ਤੇਰੇ ਵਰਗੇ ਪਾਪੀਆਂ ਦਾ ਅੰਤ ਕਰਾਉਂਦੀ ਹੈ, ਆਪਣੇ ਸੂਰਮਿਆਂ ਦੀ ਜਿੱਤ ਕਰਾਉਂਦੀ ਹੈ। ਸਾਰਾ ਜਫਰਨਾਮਾ 12 ਹਕਾਇਤਾਂ ਵਿੱਚ ਹੈ, 2-2 ਤੁਕਾਂ ਦੇ ਬੈਂਤ ਹਨ। ਹਰ ਇੱਕ ਹਿਆਕਤ ਵਿੱਚ 57 ਤੋਂ 60 ਤੱਕ ਬੈਂਤ ਹਨ। ਇਹ ਗ੍ਰੰਥ ਪੰਜਾਬੀ ਤੇ ਉਰਦੂ ਵਿੱਚ ਛਪਿਆ ਹੋਇਆ ਹੈ। ਇਸ ਜਫਰਨਾਮੇ ਵਿੱਚ ਅਲੰਕਾਰ, ਛੰਦਾਬੰਦੀ, ਸ਼ਬਦਾਂ ਦੀ ਚੋਣ ਦੇ ਫਲਸਫੇ ਦੇ ਲਿਹਾਜ਼ ਨਾਲ ਕਿਸੇ ਵੀ ਲਿਖਾਰੀ ਦੀ ਐਸੀ ਰਚਨਾ ਨਹੀਂ ਹੈ। ਔਰੰਗਜ਼ੇਬ ਦੱਖਣ ਵੱਲ ਗਿਆ ਹੋਇਆ ਸੀ। ਇਹ ਫਤਿਹਨਾਮਾ ਭਾਈ ਦਇਆ ਸਿੰਘ ਜੀ ਗੁਰੂ ਜੀ ਵੱਲੋਂ ਦੱਖਣ ਵੱਲ ਹੀ ਲੈ ਕੇ ਗਏ ਸੀ। ਦੀਨੇ ਦੇ ਆਲੇ ਦੁਆਲੇ ਦੇ ਨਗਰਾਂ ਵਿੱਚ ਬਹੁਤ ਹੀ ਸਿੱਖੀ ਫੈਲ ਗਈ ਸਤਿਗੁਰੂ ਜੀ ਦੀ ਕਿਰਪਾ ਨਾਲ। ਦੀਨੇ ਤੋਂ ਰਵਾਨਗੀ ਕੋਟਕਪੂਰੇ ਵੱਲ। ਸਤਿਗੁਰੂ ਜੀ ਦੇ ਦੀਨੇ ਤੋਂ ਲਸ਼ਕਰ ਸਮੇਤ ਕੋਟਕਪੂਰੇ ਕਿਲੇ ਤੇ ਹਟਵੇਂ ਪੱਧਰ ਥਾਂ ਉੱਤੇ ਸਤਿਗੁਰੂ ਜੀ ਨੇ ਤੰਬੂ ਜਾ ਲਗਾਏ। ਗੁਰੂ ਜੀ ਦੇ ਲੰਗਰ ਤਿਆਰ ਹੋਣ ਲੱਗੇ। ਜਦੋਂ ਲੰਗਰ ਵਾਸਤੇ ਅੱਗ ਬਲੀ ਤਾਂ ਉਸ ਦਾ ਧੂਆਂ ਦੂਰ ਦੂਰ ਤੱਕ ਪੁੱਜਾ। ਧੂਏ ਨੂੰ ਵੇਖ ਕੇ ਲੋਕਾਂ ਨੇ ਅਨੁਭਵ ਕੀਤਾ ਕਿ ਕਿਤੇ ਸ਼ਾਹੀ ਫੌਜ ਦਾ ਉਤਾਰਾ ਹੋ ਗਿਆ ਹੈ। ਕਪੂਰਾ ਚੌਧਰੀ ਆਇਆ, ਕਿਉਂਕਿ ਉਹ 84 ਪਿੰਡਾਂ ਦਾ ਮਾਲਕ ਸੀ। ਆਏ ਗਏ ਮੁਗਲਾਂ ਦੀ ਸੇਵਾ ਕਰਦਾ ਹੁੰਦਾ ਸੀ। ਮੁਗਲ ਹਕੂਮਤ ਨੇ ਉਸ ਨੂੰ ਜੰਗਲ ਦੇ ਸ਼ੇਰ ਦਾ ਖਿਤਾਬ ਦਿੱਤਾ ਹੋਇਆ ਸੀ, ਕਪੂਰੇ ਚੌਧਰੀ ਨੂੰ। ਕਪੂਰਾ ਚੌਧਰੀ ਘੋੜੇ ਤੇ ਸਵਾਰ ਹੋ ਕੇ ਆਪਣੇ ਆਦਮੀਆਂ ਨੂੰ ਨਾਲ ਲੈ ਕੇ ਆਇਆ ਜਿੱਥੇ ਸਤਿਗੁਰੂ ਜੀ ਨੇ ਉਤਾਰਾ ਕੀਤਾ ਸੀ। ਕਪੂਰੇ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਤੇ ਫਿਰ ਘਰੋਂ ਮੁੜ ਕੇ ਇੱਕ ਘੋੜਾ ਤੇ 100 ਰੁਪਇਆ ਲਿਆ ਕੇ ਸਤਿਗੁਰੂ ਜੀ ਨੂੰ ਮੱਥਾ ਟੇਕਿਆ। ਕਪੂਰੇ ਦੀ ਸੰਗਤ ਵੀ ਨਾਨਾ ਪ੍ਰਕਾਰ ਦੇ ਪਦਾਰਥ ਲੈ ਕੇ ਸਤਿਗੁਰੂ ਜੀ ਪਾਸ ਪੁੱਜੀ। ਜਦ ਕਪੂਰਾ ਭਾਈ ਮਹਾਰਾਜ ਕੋਲ ਬੈਠਾ ਸੀ ਤਾਂ ਭਾਈ ਦਇਆ ਸਿੰਘ ਜੀ ਨੇ ਕਿਹਾ, ਕਪੂਰੇ, ਗੁਰੂ ਜੀ ਦਾ ਪਿੱਛਾ ਸ਼ਾਹੀ ਫੌਜਾਂ ਕਰਦੀਆਂ ਆ ਰਹੀਆਂ ਹਨ। ਅਸੀਂ ਤੇ ਸਤਿਗੁਰੂ ਜੀ ਤੁਰਕਾਂ ਨਾਲ 2 ਹੱਥ ਕਰਨੇ ਹੋਰ ਚਾਹੁੰਦੇ ਹਾਂ। ਇਹ ਤੂੰ ਉੱਚੀ ਜਗ੍ਹਾ ਵਾਲਾ ਕਿਲਾ ਸਾਨੂੰ ਵਿਹਲਾ ਕਰ ਦੇ ਕਿ ਦੁਸ਼ਮਣ ਨਾਲ ਲੜਾਈ ਕਰਨ ਵਾਸਤੇ ਅਸੀਂ ਮੋਰਚੇ ਬਣਾ ਸਕੀਏ। ਕਪੂਰਾ ਚੌਧਰੀ ਤੁਰਕਾਂ ਦਾ ਵਫਾਦਾਰ ਸੀ। ਇਹ ਵਚਨ ਸੁਣ ਕੇ ਕਹਿਣ ਲੱਗਾ ਕਿ ਤੁਰਕਾਂ ਦੇ ਵਿਰੁੱਧ ਲੜਨਾ ਜਾਂ ਤੁਸਾਂ ਨੂੰ ਕਿਲਾ ਦੇਣਾ, ਇਹ ਤਾਂ ਮੌਤ ਨੂੰ ਸੱਦਾ ਦੇਣਾ ਹੈ। ਐਸਾ ਨਹੀਂ ਹੋ ਸਕਦਾ। ਬਾਦਸ਼ਾਹ ਮੈਨੂੰ ਫਾਂਸੀ ਤੇ ਲਟਕਾ ਕੇ ਮੂੰਹ ਵਿੱਚ ਸੁਆਹ ਦਾ ਤੋਬਰਾ ਬੰਨ੍ਹ ਕੇ ਮਾਰੇਗਾ। ਬਚਨ ਕਪੂਰੇ ਚੌਧਰੀ ਤੋਂ ਨਾ ਮੰਨਿਆ ਗਿਆ ਤੇ ਮਹਾਰਾਜ ਨੇ ਕਿਹਾ, ਤੂੰ ਸ਼ੇਰ ਨਹੀਂ, ਤੂੰ ਤਾਂ ਕਤੂਰਾ ਹੈ। ਤੇਰਾ ਕੋਟ ਉਜੜੇਗਾ, ਤੈਨੂੰ ਫਾਹੇ ਲਾ ਕੇ ਮਾਰਿਆ ਜਾਵੇਗਾ ਤੇ ਮੂੰਹ ਤੇ ਸੁਆਹ ਦਾ ਤੋਬਰਾ ਬੰਨ੍ਹ ਕੇ ਤੈਨੂੰ ਮਾਰਿਆ ਜਾਵੇਗਾ। ਸਾਡਾ ਅਕਾਲ ਪੁਰਖ ਰਾਖਾ ਹੈ, ਹੁਣ ਤੂੰ ਇੱਥੋਂ ਉੱਠ ਕੇ ਚਲਾ ਜਾ। ਕਪੂਰੇ ਦੇ ਮਿੱਤਰ ਤੇ ਸਲਾਹਕਾਰ ਤੇ ਪੁੱਤਰਾਂ ਨੇ ਕਿਹਾ, ਤੂੰ ਅਜੇ ਵੀ ਗੁਰੂ ਜੀ ਦਾ ਮੰਨ ਲੈ ਬਚਨ। ਪਰ ਬਚਨ ਨਾ ਮੰਨਿਆ ਗਿਆ। ਸਤਿਗੁਰੂ ਜੀ ਦਾ ਬਚਨ ਅਟਲ ਹੋਇਆ। ਹੰਕਾਰੀ ਕਪੂਰਾ ਈਸੇ ਖਾਂ ਨੇ ਫਾਹੇ ਲਾ ਕੇ ਮੂੰਹ ਤੇ ਗੰਦਗੀ ਦਾ ਤੋਬਰਾ ਬੰਨ੍ਹ ਕੇ ਮਾਰਿਆ। ਇਸੇ ਤਰ੍ਹਾਂ ਲੜਾਈ ਹੋਈ ਤੇ ਕਪੂਰਾ ਵੀ ਉੱਜੜ ਗਿਆ। ਢਿਲਮਾਂ 'ਚ ਸਤਿਗੁਰੂ ਜੀ ਨੇ ਨੀਲੇ ਵਸਤਰ ਉਤਾਰਨੇ।
ਕਪੂਰੇ ਤੋਂ ਚੱਲ ਕੇ ਸਤਿਗੁਰੂ ਜੀ ਢਿਲਮਾ ਆਏ। ਇਹ ਨਗਰ 3 ਕੋ ਕਪੂਰੇ ਤੋਂ ਅੱਗੇ ਹੈ। ਇੱਥੇ ਪਿਰਥੀ ਚੰਦ ਦੀ ਔਲਾਦ ਵੀ ਰਹਿੰਦੀ ਸੀ। ਇਸ ਪਿੰਡ ਵਿੱਚ ਭਾਈ ਕੌਲ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਜੋ ਪਿਰਥੀ ਚੰਦ ਦੀ ਔਲਾਦ ਵਿੱਚੋਂ ਸਨ। ਕੌਲ ਦੇ 4 ਪੁੱਤਰ ਸਨ। ਉਹ ਸਤਿਗੁਰੂ ਜੀ ਨੂੰ ਪ੍ਰੇਮ ਨਾਲ ਘਰ ਲੈ ਗਏ। ਭਾਈ ਕੌਲ ਜੀ ਨੇ ਸਤਿਗੁਰੂ ਜੀ ਨੂੰ ਇਸ਼ਨਾਨ ਕਰਾਇਆ ਤੇ ਪ੍ਰੇਮ ਨਾਲ ਚਿੱਟੇ ਕੱਪੜੇ ਸਤਿਗੁਰੂ ਜੀ ਨੂੰ ਪਹਿਨਾਏ ਤੇ ਨੀਲੇ ਰੰਗ ਦਾ ਚੋਲਾ ਗੁਰੂ ਜੀ ਨੇ ਉਤਾਰ ਦਿੱਤਾ। ਕੌਲ ਨੇ ਕਿਹਾ, ਗੁਰੂ ਜੀ, ਇਸ ਮਾਲਵੇ ਵਿੱਚ ਸ਼ਾਹੀ ਫੌਜ ਆ ਨਹੀਂ ਸਕਦੀ, ਕਿਉਂਕਿ ਇੱਧਰ ਪਾਣੀ ਦੀ ਘਾਟ ਹੈ। ਪਾਣੀ ਤੋਂ ਬਗੈਰ ਫੌਜ ਲੜ ਨਹੀਂ ਸਕਦੀ। ਇੱਥੇ ਨੀਲੇ ਵਸਤਰ ਉਤਾਰ ਕੇ ਸਤਿਗੁਰੂ ਜੀ ਨੇ ਬਚਨ ਕੀਤਾ, ਨੀਲੇ ਬਾਣੇ ਵਾਲੀ ਵੀ ਮੇਰੀ ਲਾਡਲੀ ਫੌਜ ਨਿਹੰਗ ਸਿੰਘ ਹੋਣਗੇ। ਨਿਹੰਗ ਸੁਤੰਤਰ ਸੁਭਾਅ ਦੇ, ਨਿਡਰ ਤੇ ਨਿਰਵੈਰ ਹੋਣਗੇ। ਤੁਰਕਾਂ ਦਾ ਵਸਾ ਨਹੀਂ ਕਰਨਗੇ, ਬਾਣੇ ਵਿੱਚ ਪੱਕੇ ਰਹਿਣਗੇ। ਅਸੀਂ ਇਹਨਾਂ ਦੇ ਅੰਗ ਸੰਗ ਰਹਾਂਗੇ। ਤਦੋਂ ਤੋਂ ਨਿਹੰਗ ਸਿੰਘਾਂ ਦਾ ਜਥਾ ਕਾਇਮ ਹੋਇਆ ਤੇ ਭਾਈ ਮਾਨ ਸਿੰਘ ਜੀ ਪਹਿਲੇ ਜਥੇਦਾਰ ਹੋਏ। ਇੱਥੇ ਢਿਲਵਾਂ ਗੁਰੂ ਜੀ 2 ਦਿਨ ਠਹਿਰੇ। ਕਪੂਰੇ ਤੇ ਫਿਰ ਉਸਦੇ ਕਪੂਰੇ ਦੇ ਚਾਰੇ ਲੜਕਿਆਂ ਨੇ ਮਾਫੀ ਮੰਗੀ। ਗੁਰੂ ਜੀ ਨੂੰ ਕਹਿਣ ਲੱਗੇ, ਜੋ ਵਚਨ ਵਰਤ ਗਿਆ ਹੈ ਉਹ ਪੂਰਾ ਹੋ ਗਿਆ ਹੈ। ਉਸਦੇ 4 ਹੀ ਪੁੱਤਰ, ਉਹਨਾਂ ਨੇ ਅੰਮ੍ਰਿਤ ਛਕ ਲਿਆ ਤੇ ਸੋਢੀ ਕੌਲ ਦੇ ਪੋਤਰੇ ਨੇ ਵੀ ਅੰਮ੍ਰਿਤ ਛਕ ਲਿਆ। ਪਹਿਲਾਂ ਬਚਨ ਸੀ ਕਿ ਪਿਰਥੀ ਚੰਦ ਦੀ ਔਲਾਦ ਨਾਲ ਨਾ ਵਰਤੋ, ਪਰ ਅੱਜ ਤੋਂ ਸੋਢੀ ਅੰਮ੍ਰਿਤ ਛਕ ਲਵੇ, ਖਾਲਸਾ ਉਸ ਨਾਲ ਸਾਂਝ ਪਾ ਲਵੇਗਾ। ਕਪੂਰੇ ਦੇ ਪੁੱਤਰਾਂ ਨੂੰ ਸਤਿਗੁਰੂ ਜੀ ਨੇ ਇੱਕ ਖੰਡਾ ਦਿੱਤਾ ਤੇ ਬਚਨ ਕੀਤਾ, ਜਿਤਨੀ ਦੇਰ ਤੱਕ ਖੰਡੇ ਦਾ ਸਤਿਕਾਰ ਕਰੋਗੇ ਉਤਨਾ ਚਿਰ ਤੁਸੀਂ ਰਾਜ ਕਰੋਗੇ। ਭੌਰ ਪਿੰਡ ਦੇ ਬਖਸ਼ਾ ਸਿੰਘ ਤੇ ਉਸਦੇ ਸਾਥੀ ਘੋੜਿਆਂ ਤੇ ਸਵਾਰ ਹੋ ਕੇ ਤੇਜ਼ ਰਫ਼ਤਾਰ ਵਿੱਚ ਸਤਿਗੁਰੂ ਜੀ ਪਾਸ ਪੁੱਜੇ। ਉਹਨਾਂ ਨੇ ਮਹਾਰਾਜ ਸੂਬੇ ਸਰਹੰਦ ਦਾ ਤੋਰਿਆ ਹੋਇਆ ਲਸ਼ਕਰ 25,000 ਫੌਜ ਆਪ ਜੀ ਨਾਲ ਲੜਨ ਵਾਸਤੇ ਮਾਰੋ ਮਾਰ ਕਰਦੀ ਆ ਰਹੀ ਹੈ ਦੱਸਿਆ। ਸਤਿਗੁਰੂ ਜੀ ਨੇ ਕਿਹਾ, ਸੰਗਤ ਜੀ ਦੱਸੋ, ਤੁਸਾਂ ਦੇ ਇਲਾਕੇ ਵਿੱਚ ਕਿਸ ਜਗ੍ਹਾ ਤੇ ਦੁਸ਼ਮਣ ਨਾਲ ਟੱਕਰ ਲਈ ਜਾਵੇ। ਸੰਗਤ ਨੇ ਕਿਹਾ, ਮਹਾਰਾਜ ਖਤਰਾਣੇ ਦੀ ਢਾਬ ਹੈ, ਉਸ ਦੇ ਕਿਨਾਰੇ ਚੱਲੋ, 12 ਕੋ ਕਿਤੇ ਵੀ ਪਾਣੀ ਨਹੀਂ। ਢਾਬ ਉੱਤੇ ਆਪ ਜੀ ਦਾ ਕਬਜ਼ਾ ਹੋਵੇਗਾ। ਦੁਸ਼ਮਣ ਪਾਣੀ ਹੱਥੋਂ ਥਿਆਇਆ ਮਰਦਾ ਹੋਇਆ ਵਾਪਸ ਮੁੜ ਜਾਵੇਗਾ। ਮਾਲਵੇ ਵਿੱਚ ਤਰੇ ਝੱਲਣੀ ਔਖੀ ਹੈ। ਸੋਢੀ ਕੌਲ ਵਰਗਿਆਂ ਨੇ ਇਹ ਸਲਾਹ ਦਿੱਤੀ। ਢਿਲਮਾਂ ਤੋਂ ਜੈਤੋਂ ਤੇ ਇੱਥੋਂ ਰਾਮੋਆਣਾ ਨਗਰ ਵਿੱਚ ਪਹੁੰਚੇ। ਇੱਥੇ ਬੇਦਾਵੇ ਵਾਲੇ ਸਿੰਘ ਤੇ ਮਾਤਾ ਭਾਗੋ ਇਹ ਹਾਜ਼ਰ ਸਨ। ਪਿੰਡ ਰਮਿਆਣੇ ਤੋਂ ਅੱਗੇ ਗੁਰੂ ਜੀ ਖਤਰਾਣੇ ਦੀ ਢਾਬ ਤੇ ਜਾ ਪਹੁੰਚੇ। ਇੱਥੇ ਉੱਚੀ ਟਿੱਬੀ ਤੇ ਜਾ ਕੇ ਸਤਿਗੁਰੂ ਜੀ ਨੇ ਡੇਰਾ ਲਾਇਆ। 4 ਚੁਫੇਰੇ ਜੰਗਲ ਹੀ ਜੰਗਲ ਸੀ। 12 ਕੋਹ ਤੱਕ ਕਿਤੇ ਵੀ ਪਾਣੀ ਨਹੀਂ ਸੀ, ਉਜਾੜ ਹੀ ਉਜਾੜ ਸੀ। ਸਤਿਗੁਰੂ ਜੀ ਨੇ ਨਜ਼ਦੀਕ ਆ ਕੇ ਮਾਈ ਭਾਗੋ ਖਲੋ ਗਈ। ਉਸ ਸ਼ੇਰਨੀ ਨੇ ਪੱਲਾ ਫੇਰਿਆ ਤੇ ਉੱਚੀ ਬੋਲ ਕੇ ਬਚਨ ਕੀਤਾ, ਘਰ ਮੁੜ ਕੇ ਜਾਣਾ ਕੈਰਤਾ ਹੈ। ਜਦੋਂ ਕਿ ਪਿਆਰੇ ਸਤਿਗੁਰੂ ਜੀ ਵੱਲ ਦੁਸ਼ਮਣ ਵਧਿਆ ਆ ਰਿਹਾ ਹੈ। ਮੈਂ ਤਾਂ ਸ਼ਹੀਦੀ ਪਾਵਾਂਗੀ। ਆਓ, ਜਿਸ ਨੇ ਜੀਵਨ ਮਰਨ ਦੇ 84 ਦੇ ਗੇੜ ਨੂੰ ਖਤਮ ਕਰਨਾ ਹੈ, ਉਹ ਸ਼ਹੀਦੀ ਦਾ ਬਾਟਾ ਗਟਾ-ਗਟ ਪੀਣ ਵਾਸਤੇ ਤਿਆਰ ਹੋ ਜਾਵੋ। ਘਰਾਂ ਵਿੱਚ ਜਾ ਕੇ ਸ਼ਰਮਿੰਦਗੀ ਦੀ ਮੌਤ ਮਰਨ ਨਾਲੋਂ ਸਤਿਗੁਰੂ ਜੀ ਦੀ ਸੇਵਾ ਕਰਦਿਆਂ ਹੋਇਆਂ ਸ਼ਹੀਦ ਹੋਣਾ ਸੈਂਕੜੇ ਗੁਣਾ ਚੰਗਾ ਹੈ। ਇਹ ਮਾਤਾ ਭਾਗੋ ਨੇ ਇੱਕ ਲਕੀਰ ਖਿੱਚ ਦਿੱਤੀ ਤੇ ਕਿਹਾ, ਇਹ ਲਕੀਰ ਨੂੰ ਉਹੀ ਪਾਰ ਕਰੇ ਜੋ ਮੌਤ ਦੇ ਰਜਿਸਟਰ ਦੇ ਸਾਈਨ ਕਰ ਚੁੱਕਿਆ ਹੋਵੇ।
ਤਕਰੀਬਨ 40 ਸਿੰਘ ਇਸ ਲਕੀਰ ਨੂੰ ਪਾਰ ਕਰਕੇ ਸ਼ਹੀਦੀ ਜਥੇ ਵਿੱਚ ਸ਼ਾਮਲ ਹੋ ਗਏ। ਭਾਈ ਮਹਾ ਸਿੰਘ ਜੀ ਦਾ ਜਥਾ। ਥੋੜੇ ਹੀ ਸਮੇਂ ਪਿੱਛੋਂ ਬੀਬੀ ਭਾਗੋ ਨੇ ਇੱਕ ਜਵਾਨ ਨੂੰ ਉੱਚੇ ਦਰਖਤ ਤੇ ਚੜਾਇਆ ਤੇ ਉਸ ਨੂੰ ਕਿਹਾ, ਦੇਖੋ ਵੈਰੀ ਕਿੱਥੇ ਹੈ, ਉਹ ਵੈਰੀ ਦੇ ਆਉਣ ਦਾ ਪਤਾ ਦੇਵੋ। ਜਦੋਂ ਦਰਖਤ ਤੇ ਚੜਿਆ ਤਾਂ ਉਸਨੇ ਦੇਖਿਆ ਪੂਰਬ ਵੱਲੋਂ ਧੂੜ ਹੀ ਧੂੜ ਉੱਡਦੀ ਆ ਰਹੀ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਦੁਸ਼ਮਣ ਅੱਗੇ ਵਧਿਆ ਆ ਰਿਹਾ ਹੈ। ਤਕਰੀਬਨ ਵੈਰੀ 2 ਕੋਹ ਉੱਤੇ ਸੀ। ਇਹ ਸੁਣ ਕੇ ਬੀਬੀ ਭਾਗੋ ਨੇ ਦੂਸਰੇ ਸਿੰਘਾਂ ਸਾਥ ਸਲਾਹ ਕੀਤੀ ਕਿ ਕਿਵੇਂ ਦੁਸ਼ਮਣ ਨਾਲ 2 ਹੱਥ ਕੀਤੇ ਜਾਣ। ਅਖੀਰ ਫੈਸਲਾ ਹੋਇਆ ਕਿ ਝਾੜੀਆਂ ਤੇ ਕਸ਼ਹਿਰੇ ਤੇ ਹੋਰ ਲੀੜੇ ਪਾ ਦਿੱਤੇ ਜਾਣ, ਜੋ ਦੁਸ਼ਮਣ ਨੂੰ ਇਹ ਦਿਸੇ ਕਿ ਸਿੰਘਾਂ ਦੇ ਤੰਬੂ ਲੱਗੇ ਹੋਏ ਹਨ ਅਤੇ ਸਿੰਘਾਂ ਦੀ ਬਹੁਤ ਸਾਰੀ ਫੌਜ ਹੈ। ਫੌਜ ਨੂੰ ਦੇਖ ਕੇ ਦੁਸ਼ਮਣ ਰੁਕ ਜਾਵੇਗਾ। ਦੁਸ਼ਮਣ ਨੂੰ ਪਾਣੀ ਵੱਲ ਵਧਣ ਨਾ ਦਿੱਤਾ ਜਾਵੇ। ਪਿਆਸ ਨਾਲ ਤੰਗ ਆ ਕੇ ਦੁਸ਼ਮਣ ਜ਼ਰੂਰ ਪਿੱਛੇ ਹਟੇਗਾ। ਇਹ ਗੁਰਮਤਾ ਸੋਧ ਕੇ ਸਿੰਘਾਂ ਨੇ ਆਪਣੇ ਕਸ਼ਹਿਰੇ ਚਾਦਰੇ ਝਾੜੀਆਂ ਤੇ ਰੁੱਖਾਂ ਉੱਤੇ ਐਸੇ ਢੰਗ ਨਾਲ ਖਿਲਾਰੇ, ਸੱਚਮੁੱਚ ਹੀ ਤੰਬੂ ਦਿਸਦੇ ਸਨ। ਨੌਜਵਾਨ ਸਿੰਘ ਨੂੰ ਦਰਖਤ ਤੋਂ ਆਵਾਜ਼ ਦਿੱਤੀ, ਦੁਸ਼ਮਣ ਆ ਗਿਆ ਹੈ। ਆਪ ਵੀ ਦਰਖਤ ਤੋਂ ਹੇਠਾਂ ਆ ਗਿਆ। ਸਿੰਘ ਮੋਰਚਿਆਂ ਵਿੱਚ ਪੋਜੀਸ਼ਨਾਂ ਲੈ ਕੇ ਬੈਠ ਗਏ। ਸਿੰਘਾਂ ਦੇ ਮੋਰਚੇ ਝਾੜੀਆਂ ਸਨ। ਉਹ ਮੋਰਚਿਆਂ ਵਿੱਚ ਬੈਠੇ ਦੁਸ਼ਮਣ ਦੀ ਉਡੀਕ ਕਰਨ ਲੱਗੇ। ਸਾਰਿਆਂ ਦਾ ਲਹੂ ਖੋਲ ਰਿਹਾ ਸੀ। ਉਹ ਧਰਮ ਤੋਂ ਕੁਰਬਾਨ ਹੋਣ ਵਾਸਤੇ ਉਤਾਵਲੇ ਸਨ। ਉਸ ਵੇਲੇ ਮਰਜੀਵੜੇ ਦੇਵਤਿਆਂ ਦੇ ਰੂਪ ਵਿੱਚ ਪ੍ਰਤੀਤ ਹੁੰਦੇ ਸਨ। ਮੌਤ, ਦੁਨੀਆ, ਬਾਲ ਬੱਚੇ ਤੇ ਸੰਸਾਰ ਦੇ ਸੁੱਖ ਉਹਨਾਂ ਨੂੰ ਭੁੱਲ ਚੁੱਕੇ ਸਨ। ਸਿਰਫ ਉਹਨਾਂ ਦੇ ਨੇਤਰਾਂ ਵਿੱਚ ਸਤਿਗੁਰੂ ਜੀ ਦੀ ਤਸਵੀਰ ਸੀ। ਉਹ ਹੁਣ ਜੀਵਨ ਦੇ ਧੋਣੇ ਧੋ ਦੇਣਾ ਚਾਹੁੰਦੇ ਸਨ। ਵੈਰੀ ਆ ਗਿਆ। ਉਹ ਟੁੱਟ ਕੇ ਅੱਗੇ ਵਧੇ। ਜਿਉਂ ਹੀ ਨੇੜੇ ਆਏ, ਸਿੰਘਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਬੋਲੇ, ਸੋ ਨਿਹਾਲ, ਸਤਿ ਸ੍ਰੀ ਅਕਾਲ ਕਹਿ ਕੇ ਤੁਰਕਾਂ ਤੇ ਟੁੱਟ ਪਏ ਗਏ। ਜਿਵੇਂ ਭੁੱਖੇ ਬੱਬਰ ਸ਼ੇਰ ਭੇਡਾਂ ਬੱਕਰੀਆਂ ਪਰ ਪੈਂਦੇ ਹਨ। ਕਹਿਰ ਦੀ ਕਟਾ ਵੱਢੀ ਹੋਈ, ਖੂਬ ਲੋਹੇ ਨਾਲ ਲੋਹਾ ਖੜਕਿਆ, ਮਾਨੋ ਇੱਕ ਮਾਰੂ ਰਾਗ ਪੈਦਾ ਹੋ ਗਿਆ। ਸਿੰਘਾਂ ਨੇ ਦੁਸ਼ਮਣ ਨੂੰ ਖੂਬ ਲੋਹੇ ਦੇ ਚਣੇ ਚਵਾਏ। ਸਿੰਘਾਂ ਦਾ ਵਾਰ ਖਾਲੀ ਨਹੀਂ ਸੀ ਜਾਂਦਾ, ਪਰ ਜਦ ਤੁਰਕ ਵਾਰ ਕਰਦੇ ਸਨ ਉਹਨਾਂ ਦੇ ਕਈ ਵਾਰ ਖਾਲੀ ਚਲੇ ਜਾਂਦੇ। ਇਤਨੀ ਲੋਥ ਪਰ ਲੋਥ ਚੜ ਗਈ। ਕਟਾ ਵੱਢੀ ਹੋਈ ਦੁਸ਼ਮਣ ਦੇ ਹੌਸਲੇ ਗਿਰ ਗਏ। ਇਹ ਤੁਰਕਾਂ ਦੀ ਫੌਜ ਵੈਸੇ ਵੀ ਲੰਬੀ ਮੰਜ਼ਲ ਕੱਟ ਕੇ ਥੱਕੀ ਹੋਈ ਸੀ। ਬਿਨਾਂ ਅੰਨ ਜਲ ਮੂੰਹ ਲਾਉਣ ਦੇ ਲੜਨਾ ਪੈ ਗਿਆ। ਦੂਸਰਾ ਪਾਣੀ ਪਿੱਛੇ 12 ਕੋਹ ਦੇ ਫਾਸਲੇ ਤੇ ਸੀ, ਜਿਸ ਕਰਕੇ ਤੁਰਕਾਂ ਦੇ ਦਿਲ ਟੁੱਟ ਗਏ। ਉਹ ਘਬਰਾ ਗਏ। ਬੀਬੀ ਭਾਗੋ ਨੇ ਚੰਡੀ ਦੀ ਤਰ੍ਹਾਂ ਯੁੱਧ ਕੀਤਾ। ਪਹਿਲਾਂ ਨੇਜੇ ਨਾਲ ਲੜਦੀ ਰਹੀ। ਅਨੇਕਾਂ ਵੈਰੀਆਂ ਦੇ ਸੀਨੇ ਚੀਰ ਕੇ ਉਸਨੇ ਉਹਨਾਂ ਨੂੰ ਘੋੜਿਆਂ ਤੋਂ ਹੇਠਾਂ ਸੁੱਟਿਆ। ਇੱਕ ਸ਼ੇਰਨੀ ਭਾਗੋ ਨੂੰ ਲੜਦੀ ਵੇਖ ਕੇ ਰੁਸਤਮ ਖਾਨ ਵਰਗੇ ਹੈਰਾਨ ਹੋਏ ਤੇ ਦਿਲ ਛੱਡ ਦਿੱਤਾ। ਉਹਨਾਂ ਨੇ ਕਿਹਾ, ਇਹ ਜ਼ਰੂਰ ਕੋਈ ਦੇਵੀ ਹੈ। ਸਮਝੋ ਸਤਿਗੁਰੂ ਜੀ ਦੀ ਕਰਾਮਾਤ ਨਾਲ ਦੇਵੀ ਚੰਡਕਾ ਪ੍ਰਗਟ ਹੋਈ ਹੈ। ਅਲੀ ਹੈਦਰ ਇੱਕ ਲੜਾਕਾ ਸੂਰਮਾ ਸੀ। ਉਹ ਘੋੜੇ ਨੂੰ ਨਠਾ ਕੇ ਬੀਬੀ ਭਾਗੋ ਵੱਲ ਵਧਿਆ। ਉਸਨੇ ਯਾ ਅਲੀ ਦਾ ਨਾਅਰਾ ਮਾਰ ਕੇ ਲਲਕਾਰਿਆ ਤੇ ਤਲਵਾਰ ਘੁਮਾਈ। ਸਤਿਗੁਰੂ ਜੀ ਦੀ ਸਪੁੱਤਰੀ ਸਤਿ ਸ੍ਰੀ ਦਾ ਅਕਾਲ ਦਾ ਨਾਅਰਾ ਲਾ ਕੇ ਸ੍ਰੀ ਸਾਹਿਬ ਨੂੰ ਚਮਕਾਉਂਦੀ ਹੋਈ ਅੱਗੇ ਵਧੀ। ਦੋਹਾਂ ਦੇ ਵਿਚਾਲੇ ਘਮਸਾਨ ਦਾ ਯੁੱਧ ਸ਼ੁਰੂ ਹੋਇਆ। ਐਸਾ ਯੁੱਧ ਜਿਸ ਵਿੱਚ ਮਾਤਾ ਭਾਗੋ ਜੀ ਪੈਂਤਰੇ ਢਾਲ ਤੇ ਤਲਵਾਰ ਨੂੰ ਖੇਲਦੀ ਹੋਈ ਕਮਾਲ ਕਰਦੀ ਸੀ। ਤਲਵਾਰ ਤੇ ਤਲਵਾਰ, ਢਾਲ ਤੇ ਢਾਲ ਵੱਜ ਕੇ ਸਮਝੋ ਮਾਰੂ